ਜਿਹੜਾ ਇਦੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸੀ ਉਹ ਕਹਿੰਦਾ ਮੈਂ ਵਿਕਾਸ ਬਹੁਤ ਕੀਤਾ। ਬਈ ਮੈਨੂੰ ਤਾਂ ਮੈਂ ਤਾਂ ਉਹਦਾ ਵੇਖਿਆ ਨਹੀਂ, ਮੈਂ ਤਾਂ ਉਦੋਂ ਨਿਆਣਾ ਹੀ ਹੋਊਗਾ, ਚਾਹੇ ਮੈਨੂੰ ਪਤਾ ਨਹੀਂ ਹੋਣਾ। ਨਹੀਂ ਤੂੰ ਵੀ ਦੱਸ ਮਾੜਾ ਹੈ, ਪਰ ਤੂੰ ਸਾਡੇ ਤੋਂ ਤਾਂ ਖਬਰਾਂ ਲਈ ਜਾਣਾ, ਤੂੰ ਮੈਨੂੰ ਫੜਾ ਕਿਸੇ ਨੂੰ ਪਾਉਣ ਹੀ ਨਹੀਂ ਜਾਂਦਾ। ਮੈਨੂੰ ਫੜਾ ਰੇ। ਹਾਂ ਤੂੰ ਦੱਸ। ਕੌਰ ਸਿੰਘ ਪੱਤਰਕਾਰ ਸਾਡਾ ਨਵਾਂ ਬੰਦਾ, ਠੀਕ ਹੈ। ਇਹ ਤਾਂ ਸਵਾਲ ਪੁੱਛਿਆ ਨਹੀਂ, ਉਲਟਾ ਸਾਡੇ ਤੋਂ ਪੁੱਛਿਆ ਕਿ ਤੁਸੀਂ ਕਿਹਨੂੰ ਵੋਟ ਪਾਓਗੇ। ਸਹੁੰ ਖਾ ਕੇ ਤੇ ਮੁੜ ਕੇ ਮਹਿਲ ਦਾ ਜਿਹੜਾ ਕੋਈ ਚੋਰ ਕੋਰੜੀ ਬਣਾਈ ਉਹਦੇ 'ਚ ਵੜ ਕੇ ਬਹਿ ਗਏ। ਹੋਰ ਵੀ ਕਹਿੰਦੇ ਅਸੀਂ ਵਿਕਾਸ ਦੇ ਵੱਟ ਕੱਢਤੇ। ਉਹ ਕਰਤੇ ਜੀ ਪਾਣੀ ਆਈ ਬੱਸ ਲਿਆਂਦੀ ਆ ਸੁਖਵੀਰ ਨੇ। ਠੀਕ ਆ, ਉਹ ਬਹੁਤ ਵਧੀਆ ਜੀ, ਕੋਈ ਚੜਦਾ ਹੀ ਨਹੀਂ ਉਹਤੇ ਵੀ ਡੁੱਬ ਜਾਗੇ। ਕੈਪਟਨ ਕਹਿੰਦੇ ਘਰ ਘਰ ਨੌਕਰੀ ਦਿੱਤੀ ਕਿਸੇ ਨੂੰ? ਨਾ ਕਿਸੇ ਨੂੰ ਖਾ ਕੇ ਚਾਹ ਵੀ ਪਈ। ਮੇਰਾ ਮਸੇਰ ਆ ਕੇ ਇਹ ਤਾਂ ਰੂਬੀ ਨੂੰ ਵੋਟਾਂ ਪਾਉਣੀਆਂ, ਮੈਂ ਮੇਰੇ ਮੱਥੇ ਤਾਂ ਲਾ। ਸੁਖਬੀਰ ਬਾਦਲ ਕਹਿੰਦਾ ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ। ਹਾਂ ਵੀ ਖਾ ਕੇ ਫਿਰ ਗੱਪ ਮਰੀ ਜਾਂਦਾ। ਉਹ ਕਹਿੰਦਾ ਦਿੱਲੀ ਵਾਲਾ ਲੁੱਟ ਕੇ ਲੈ ਜਾਣਾ। ਲੁੱਟੀਆਂ ਦੇ ਅੱਗੇ ਤੁਸੀਂ ਕਿਹੜਾ ਛੱਡਿਆ ਕੁਛ? ਕਿਵੇਂ ਭੱਟੀ ਨੇ ਕੀਤਾ? ਪੱਟੀ ਨੇ ਫੱਟੀ ਪੋਚਤੀ। ਬਾਦਲ ਕੋਲ 3 ਬੱਸਾਂ ਸੀ ਮੇਰੀ ਸੁੱਤ 'ਚ, ਅੱਜ 6000 ਬੱਸ ਆ। ਬਾਦਲ ਨੂੰ ਕੀ ਇਹਦਾ ਆ ਮੇਰਾ ਪਿਤਾ ਸਮਾਨ ਆ ਵੀ ਡੈਡੀ ਕਿਹੜਾ ਹੈ ਫਿਰ? ਕੱਢ 500 ਕਾਹਦਾ ਕੱਢ ਗਏ ਅੱਗੇ ਉਹ ਬੱਠਾ ਭੱਟੀ ਸਾਹਿਬ। ਸੁਖਬੀਰ ਬਾਦਲ ਵੀ ਬੋਰਡ ਲਾ ਰਹੇ ਆ ਕਿ ਜੋ ਕੀਤਾ ਜੋ ਕਿਹਾ ਉਹ ਕੀਤਾ। ਮੇਰਾ ਸਾਲਾ ਇੱਥੇ ਆਵੇ ਤਾਂ ਸਹੀ। ਪੱਟੀ ਜਾ ਕੇ ਇੱਥੇ ਪੁਲਿਸ ਵਾਲਿਆਂ ਨੂੰ ਕਹਿ ਕੇ ਮੇਰੇ ਵਰਗੇ ਨੂੰ ਤੁਰੇ ਜਾਂਦੇ ਨੂੰ ਆਂਦੇ ਠਹਿਰੋ ਚਲਾਨ ਕੱਢ ਦੇ ਕੇ 200 ਪੱਟੀ ਦਾ 100 ਸਾਡਾ। ਹੁਣ ਰੁਪਿੰਦਰ ਕੌਰ ਰੂਬੀ ਇੱਥੇ ਭੇਜੀ ਆ ਕਾਂਗਰਸ। ਉਹਨੂੰ ਜਿਤਾਇਆ ਸੀ, ਧੱਕੇ ਖਾਂਦੇ ਫਿਰੇ, ਲੈ ਕੇ ਪੈਸੇ ਕਾਂਗਰਸ ਤਾਂ ਇੱਧਰ ਭੱਜ ਗਈ। ਜਿਹੜੀ ਹੁਣ ਇਹਨਾਂ ਦੀ ਹੁਣ ਐਮਐਲਏ ਉੱਠੀ ਹੈ, ਰੂਬੀ ਉੱਠੀ ਹੈ, ਪਹਿਲਾਂ ਦਿਹਾਤੀ ਬਠਿੰਡੇ ਦੇ ਵਿੱਚ ਲੋਕ ਉਹਦਾ ਇੱਥੇ ਉਲਟ ਪ੍ਰਚਾਰ ਕਰਨ ਆਉਂਦੇ ਆ। ਪਰ ਇੰਨਾ ਵੀ ਜੇ ਹੁਣ ਝਾੜੂ ਨੂੰ ਬਾਤੀਆਂ ਫਿਰ ਕਾਲੀ ਨੂੰ ਪਾਉਣੀ ਪਊਗੀ 5 ਸਾਲਾਂ ਨੂੰ ਦੁਬਾਰੇ। ਕਿਉਂ ਦੁਬਾਰਾ ਕਿਵੇਂ? ਉਹ ਸਾਨੂੰ ਪਤਾ ਹੀ ਹੈ, ਐਂ ਚੱਲਦਾ ਹੁੰਦਾ ਕੰਮ। ਟੀਕਿਆਂ ਦਾ ਬਾਹਾਂ ਲਹੂ ਨਿਕਲਦਾ ਉਹਨਾਂ ਦੀ ਤੇ ਪ੍ਰਵਾਹ ਨਹੀਂ ਮੰਨਦੇ, ਕੋਈ ਨਾ ਕੋਈ ਉਹਨਾਂ ਤੇ ਕੰਟਰੋਲ ਆ। ਜਦੋਂ ਮੇਰੇ ਘਰੇ ਆ, ਮੈਂ ਲੀਡਰ ਆ ਤੇ ਮੇਰੇ ਘਰੇ ਵਿਕਦਾ ਤੇ ਮੈਂ ਵਿਕਾਉਣਾ, ਫਿਰ ਇਹਦੇ 'ਚ ਕੀ ਸ਼ੱਕ ਹੈ? ਚਰਨਜੀਤ ਚੰਨੀ ਵੀ ਗਰੀਬ ਘਰ ਦਾ ਹੈ, ਸੀਐਮ ਲਾਣ ਤਾਂ ਕਾਂਗਰਸ ਨੇ, ਤੇ ਉਹਦੇ ਕੋਲ 170 ਕਰੋੜ ਰੁਪਇਆ ਫੜਿਆ ਗਿਆ। ਤੇ ਇਹੋ ਜਿਹੇ ਘਰ ਘਰ ਗਰੀਬ ਹੋਣੇ ਚਾਹੀਦੇ ਆ। ਜੀ ਕੀ ਮਾਹੌਲ ਹੈ? ਮਾਹੌਲ ਠੀਕ ਹੈ ਜੀ। ਕਿਹਦਾ ਮਾਹੌਲ ਹੈ? ਮਾਹੌਲ ਤਾਂ ਜੀ ਦੋਹਾਂ ਦੇ ਅੜਫਾਸ ਆ, ਕਾਂਗਰਸ ਦੀ ਤੇ ਝਾੜੂ ਵਾਲਿਆਂ ਦੀ। ਅੜਫਾਸ ਹੈ? ਹਾਂ ਪੂਰੀ ਟੱਕਰ ਆ। ਕਿਹਦੀ ਅੜਫਾਸ ਕੱਢੋਗੇ ਫਿਰ ਅੱਜ? ਐਤਕੀ ਤਾਂ ਵਾਹਿਗੁਰੂ ਹੀ ਜਾਣਦਾ, ਫਿਰ ਉਹਦੀ ਕੱਢਾਂਗੇ ਜਿਹੜਾ ਕੋਈ ਮਾੜਾ ਮੋਟਾ ਸਾਨੂੰ ਆਸ ਲੱਗੀ ਵੀ ਕਰ ਦੂਗਾ ਸਾਡਾ ਕੋਈ ਧੰਦਾ। ਕੈਪਟਨ ਨੇ ਕੰਮ ਕੀਤੇ? ਕੈਪਟਨ ਨੇ ਕੀ ਕਰਨਾ, ਉਹਨੇ ਤਾਂ ਸਵਾਹ ਕਰਤਾ ਸਾਡਾ ਪੰਜਾਬ। ਕਿਵੇਂ? ਤੇ ਕਰ ਹੀ ਦਿੱਤਾ ਜੋ ਲਾਰਾ ਲਾ ਕੇ ਗੁਰੂ ਸਾਹਿਬ ਦੀ ਸਹੁੰ ਖਾ ਕੇ ਤੇ ਮੁੜ ਕੇ ਮਹਿਲ ਦਾ ਜਿਹੜਾ ਕੋਈ ਚੋਰ ਕੋਰੜੀ ਬਣਾਈ ਉਹਦੇ 'ਚ ਵੜ ਕੇ ਬਹਿ ਗਿਆ। ਬਾਹਰ ਨਿਕਲਿਆ ਹੈ? ਬਾਹਰ ਨਿਕਲਿਆ ਕਿ ਬਾਹਰ ਤਾਂ ਚੰਨੀ ਨਿਕਲਿਆ। ਚੰਨੀ ਨਿਕਲਿਆ? ਹਾਂ ਉਹਨੇ ਕੋਈ ਮਾੜਾ ਮੋਟਾ ਜਿੰਨਾ ਉਹਦੇ ਤੋਂ ਭਾਈ ਹੋਇਆ ਕਰਤਾ ਉਹਨੇ ਕਰਤਾ। ਹਾਂ। ਤੇ ਕੈਪਟਨ ਕਹਿੰਦਾ ਨਸ਼ਾ ਖਤਮ ਕਰਨ ਨੂੰ ਹੋ ਗਿਆ। ਨਸ਼ਾ ਤਾਂ ਉਹ ਜਦੋਂ ਉਹਦੇ ਹਮਾਇਤੀ ਵੇਚਦੇ ਆ ਤੇ ਫਿਰ ਉਹ ਖਤਮ ਕਰਦਾ। ਹੈ ਜੋ ਤਾਏ ਚਾਚੇ ਰਲੇ ਆ ਸਾਰੇ, ਖਤਮ ਕੌਣ ਕਰੂਗਾ? ਖਤਮ ਨਹੀਂ ਹੁੰਦਾ। ਤੇ ਪੰਜਾਬਤ ਲੋਕਾਂ ਦੇ ਮਰੀ ਜਾਂਦੇ ਆ ਬਈ। ਚਿੱਟਾ ਵੇਖਦਾ? ਚਿੱਟਾ ਬਈ ਹੁਣ ਮੈਂ ਤਾਂ ਇੱਥੇ ਵੇਖਿਆ ਨਹੀਂ, ਪਰ ਦੁਨੀਆ ਜਿਹੜੀ ਮਰਦੀ ਚਿੱਟੇ ਨਾਲ ਹੀ ਆ। ਹਾਂ ਤੇ ਕੈਪਟਨ ਸਾਹਿਬ ਕਹਿੰਦੇ ਨਸ਼ੇ ਦਾ ਲੱਕ ਤੋੜਤਾ ਮੈਂ। ਲੱਕ ਗਈ ਉਹਨੇ ਤਾਂ ਬੰਦਾ ਸਾਡਾ ਤੋੜਤਾ ਲੱਕ ਉਹਨੇ ਤਾਂ। ਅੱਛਾ। ਹਾਂ ਨਸ਼ੇ ਦਾ ਨਹੀਂ ਟੁੱਟਿਆ ਹੈ? ਨਸ਼ੇ ਦਾ ਨਹੀਂ ਟੁੱਟਿਆ। ਕੰਮ ਹੋਏ ਇਹਨਾਂ ਦੇ ਰਾਜ 'ਚ ਕੋਈ? ਕੁਛ ਨਹੀਂ ਹੋਇਆ ਜੀ। ਹੈਂ? ਕੁਛ ਨਹੀਂ ਹੋਇਆ। ਕੁਝ ਨਹੀਂ ਹੋਇਆ? ਨਹੀਂ ਹੋਇਆ। ਰੁਪਿੰਦਰ ਕੌਰ ਰੂਬੀ ਦੁਆਰਾ ਇੱਥੇ ਤੁਹਾਡੇ ਖੜੇ ਕੀਤੇ ਆ, ਉਹ ਕਿਵੇਂ ਠੀਕ ਲੱਗਦੇ ਆ? ਬਈ ਠੀਕ ਹੁਣ ਆਪਾਂ ਤਾਂ ਉਹ ਉਦੋਂ ਜਾਣਦੇ ਨਹੀਂ ਵਿਚਾਰੇ ਨੂੰ, ਉਹਦਾ ਨਾਂ ਹੀ ਜਾਣਦਾ ਮੈਂ। ਨਾ ਹੀ ਜਾਣਦਾ। ਜਿਹੜਾ ਪਹਿਲਾਂ ਜੈਬ ਸਿੰਘ ਭੱਟੀ ਦਾ ਉਹਨੇ ਕੰਮ ਕੀਤੇ? ਉਹਨੇ ਤਾਂ ਜੰਮ ਬੇੜੇ ਤੋਂ ਤਾਂ। ਅੱਛਾ। ਹਾਂ ਕਿਵੇਂ? ਉਹ ਤਾਂ ਸਾਡੇ ਪਿੰਡ ਆਇਆ ਹੀ ਨਹੀਂ ਮੁੜ ਕੇ। ਉਹ ਤਾਂ ਕਹਿੰਦੇ ਮਕਾਮੀ ਵਾਲੇ ਕੀਤੇ। ਉਹ ਖਬਰਾਂ ਕਿੱਥੇ ਕਰੇ ਉਹਨੇ, ਆਪਦੇ ਹੀ ਕਰੇ ਉਹਨੇ ਆ। ਆਪਦੇ ਚੀਜ਼ਾਂ ਬਣਾਈ ਗਏ, ਹੁਣ ਕਿੱਥੇ ਜਾ ਕੇ ਗਿਣੀਆਂ ਉਹਦੀਆਂ। ਉਹ ਕਰਿਆ ਕੰਮ ਉਹਨੇ, ਆਪਦੇ ਬਥੇਰੇ ਕਰੇ ਆ। ਉਹਨੇ ਆਪਦੇ ਕੀਤੇ? ਆਪਦੇ ਕੀਤੇ। ਤੁਹਾਡੇ ਨਹੀਂ ਕੀਤੇ? ਜਨਤਾ ਦੇ ਨਹੀਂ ਕੀਤੇ। ਜਨਤਾ ਦੇ ਨਹੀਂ ਕੀਤੇ? ਜਨਤਾ ਤਾਂ ਐਡੀ ਅੱਕੀ ਸੀ, ਉਹਦੀ ਨੇ ਇੱਕੋ ਹੀ ਵੋਟ ਰਹਿਣੀ ਸੀ ਆਪਦੀ। ਹਾਂ। ਉਹਦੇ ਡੱਬੇ 'ਚ ਜੇ ਉੱਠ ਖੜਦਾ ਤਾਂ ਉਹ ਪਾਰਟੀ ਨੇ ਟਿਕਟ ਕੱਟਤੀ। ਉਹ ਕੱਟਦੇ। ਦੁੱਖ ਹੈ ਇਸ ਗੱਲ ਦਾ? ਦੁੱਖ ਤਾਂ ਪੂਰਾ। ਹਾਂ। ਕਿਹੜਾ ਦੁੱਖ ਹੈ? ਦੁੱਖ ਤਾਂ ਫਿਰ ਇਹੀ ਸੀਗਾ ਜਦੋਂ ਕੋਈ ਕਿਸੇ ਦੇ ਕੰਮ ਨਹੀਂ ਹੋਏ। ਆਹੀ ਦੁੱਖ ਸੀ। ਆਹੀ ਦੁੱਖ ਸੀ। ਵੋਟਾਂ ਪਾਈਆਂ ਸੀ ਤੇ ਵੋਟ ਬੰਦੇ ਜਿੱਥੇ ਪਾਈ ਹੋਵੇ ਨਾ
ਬੰਦੇ ਨੂੰ ਆਸ ਹੁੰਦੀ ਹੈ ਹੁੰਦੇ ਨਾ ਹਾਂ ਤੇ ਫਿਰ ਸਾਡੀਆਂ ਤਾਂ ਵੋਟਾਂ ਭੈਣ ਚ ਇੱਕ ਤਾਂ ਇਹਨਾਂ ਨੇ ਟਾਈਮ ਹੀ ਬੜਾ ਲੰਮਾ ਰੱਖਤਾ 5 ਸਾਲਾਂ ਦਾ ਸਾਲ ਦੇ ਸਾਲ ਪਵਾਇਆ ਕਰਦੇ ਜਿਹੜਾ ਪਤਾ ਲੱਗਦਾ ਇਹਨਾਂ ਨੂੰ ਹੈ ਇਹ ਵੀ ਚੇਂਜ ਕਰ ਲਓ ਤਾਂ ਪਤਾ ਨਹੀਂ ਇੱਕ ਵਾਰੀ ਮੈਂ ਵੋਟ ਪਾਤੀ ਮੁੜਦੇ ਯਾਰ ਪਾਉਣੀ ਹੈ ਕਿ ਨਹੀਂ ਫਿਰ ਬਦਲਾ ਤਾਂ ਬੰਦਾ ਫੇਰ ਹੀ ਲਊਗਾ ਜੇ ਸਾਲ ਦੇ ਸਾਲ ਪੈਣ ਤਾਂ ਇਹ ਵੀ ਇੱਕ ਚਾਹੀਦਾ ਵੀ ਸਾਲ ਦੇ ਸਾਲ ਪੈਣ ਹੈ ਅਸੀਂ ਤਾਂ ਆਣੇ ਆ ਫਿਰ ਜਦੋਂ ਗੁਨਾਹ ਕਰਦੇ ਆ ਤਾਂ ਬੰਦੇ ਛੇਤੀ ਆਉਣ ਗਨਾਈ ਹੈ ਸਮਾਂ ਰੱਖ ਦਿੰਦੇ 5 ਸਾਲਾਂ ਦਾ ਹਾਂ ਉਦੋਂ ਨੂੰ ਲੋਕ ਮੂੰਹ ਭੁੱਲ ਜਾਂਦੇ ਆ ਭੁੱਲ ਜਾਂਦੇ ਜਿਹੜਾ ਇਦੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸੀ ਉਹ ਕਹਿੰਦਾ ਮੈਂ ਵਿਕਾਸ ਬਹੁਤ ਕੀਤਾ ਬਈ ਮੈਨੂੰ ਤਾਂ ਮੈਂ ਤਾਂ ਉਹਦਾ ਵੇਖਿਆ ਨਹੀਂ ਮੈਂ ਤਾਂ ਉਦੋਂ ਨਿਆਣਾ ਹੀ ਹੋਊਗਾ ਚਾਹੇ ਮੈਨੂੰ ਪਤਾ ਨਹੀਂ ਹੋਣਾ ਨਿਆਣਾ ਕਿੰਨਾ ਤੇਰੀ ਉਮਰ ਕਿੰਨੀ ਹੈ ਮੇਰੀ ਤਾਂ 50 ਸਾਲ ਦੀ ਹੈ ਤੇ ਫਿਰ ਉਹ ਤਾਂ 45 ਦਾ ਹੋਏਗਾ ਪਿਛਲੀ ਵਾਰੀ ਹੈ ਬਈ ਮੈਂ ਤਾਂ ਨਹੀਂ ਉਹਦੇ ਉਹ ਕੋਲ ਕਹਿੰਦਾ ਪੰਜਾਬ ਕੈਲੀਫੋਰਨੀਆ ਬਣਾਇਆ ਮੈਂ ਬਈ ਮੈਨੂੰ ਤਾਂ ਕੋਈ ਪਤਾ ਨਹੀਂ ਉਹਦਾ ਅੱਛਾ ਹਾਂ ਪਤਾ ਨਹੀਂਗਾ ਕੋਈ ਪਤਾ ਨਹੀਂ ਸੁਖਬੀਰ ਬਾਦਲ ਦਾ ਹੈ ਨਾ 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 ਉਹ ਪਤਾ ਵੀ ਬੰਦਾ ਹੈਗਾ ਉਹ ਬੰਦਾ ਤਾਂ ਉਹ ਹੈਗਾ ਗੁੰਡੇ ਵੀ ਬਥੇਰੇ ਉਹਦੇ ਕੋਲ ਅੱਛਾ ਹਾਂ ਬੰਦੇ ਹੀ ਹੈਗਾ ਬੰਦਾ ਤਾਂ ਹੈਗਾ ਹਾਂ ਬੰਦਾ ਤਾਂ ਸਿਰੇ ਦਾ ਪੰਜਾਬ ਚੋਂ ਅੱਛਾ ਹੂੰ ਕਿਵੇਂ ਸਿਰੇ ਦਾ ਸਿਰੇ ਦਾ ਹੀ ਹੈ ਫਿਰ ਜਦੋਂ ਉਹ ਬੰਦਾ ਬਈ ਪਾਰਟੀ ਦੇ ਜਦੋਂ ਬਰਾਬਰ ਭਿੜਦਾ ਹੈਗਾ ਸਿੰਘ ਅੜਦੇ ਆ ਤੇ ਉਹਦੇ ਅੜਦੇ ਆ ਕਿਸੇ ਨੂੰ ਮੁੰਡਿਆਂ ਦੇ ਸਿੰਘ ਉੰਡੀਆਂ ਦੇ ਸਿੰਘ ਉਹ ਉਡਾਉਂਦਾ ਪੰਜ ਮਾਰਾਂ ਦੇ ਪਲਾਟ ਦਿੱਤੇ ਤੁਹਾਨੂੰ ਸਾਨੂੰ ਨਾ ਤੇ ਪੰਜ ਮਰ ਲੈਂਦੇ ਸਾਡੇ ਤਾਂ ਜਿਹੜੇ ਅਗਲੇ ਸੀ ਉਹ ਵੀ ਖੁੱਸਣਗੇ ਮੈਨੂੰ ਲੱਗਦੀ ਜੋ ਕਰਜ਼ਾ ਹੋਇਆ ਕਿਹੜਾ ਵਿਕਣਗੇ ਸਾਡੇ ਤਾਂ ਖੁੱਸਣਗੇ ਸਹੀ ਗੱਲ ਆ ਸਾਡੇ ਤਾਂ ਅੱਛਾ ਕੋਈ ਤੁਹਾਡੇ ਵਾਸਤੇ ਕੋਈ ਗਰੀਬਾਂ ਵਾਸਤੇ ਕੋਈ ਸਹੂਲਤਾਂ ਕੋਈ ਲੋਨ ਮਿਲਦਾ ਹੋਵੇ ਸਰਕਾਰੀ ਤੁਹਾਨੂੰ ਲੋਨ ਸਾਨੂੰ ਕਿਹੜਾ ਮਿਲਦਾ ਬਈ ਸਾਨੂੰ ਤਾਂ ਉਹੀ ਕਣਕ ਮਿਲਦੀ ਹੈ ਇਕੱਲੀ ਕੋਈ ਹੋਰ ਕੋਈ ਮੁੰਡਿਆਂ ਨੂੰ ਰੁਜ਼ਗਾਰ ਜਗੂਰ ਤੁਹਾਡਿਆਂ ਨੂੰ ਸਾਡੇ ਮੁੰਡਿਆਂ ਨੂੰ ਕੋਈ ਰੁਜ਼ਗਾਰ ਨਹੀਂ ਪਰ ਜੇ ਦਿਹਾੜੀ ਜਾਣਗੇ ਤਾਂ ਖਾਣਗੇ ਨਹੀਂ ਭੁੱਖੇ ਬੈਠੇ ਅੱਛਾ ਹਾਂ ਅੱਛਾ ਹਾਂ ਕੋਈ ਦਿਹਾੜੀ ਚਾਹੇ ਦਿਹਾੜੀ ਮਿਲ ਜਾਂਦੀ ਸੌਖੀ ਕੋਈ ਨਹੀਂ ਦਿਹਾੜੀ ਮਿਲਦੀ ਹੈ ਬਈ ਕੋਈ ਦਿਹਾੜੀ ਨਹੀਂ ਮਿਲਦੀ ਕਈ ਵਾਰ ਲੇਟ ਹੀ ਹੋ ਜਾਂਦੇ ਆ ਹਾਂ ਜਦੋਂ ਕੋਈ ਸਾਧਨ ਵੀ ਨਹੀਂ ਜਾਂਦਾ ਸਾਡੇ ਪਿੰਡ ਤੋਂ ਮਲੋਟ ਨੂੰ ਹਾਂ ਤੇ ਨਾ ਉਧਰੋਂ ਆਉਂਦਾ ਟਾਈਮ ਤੇ ਹਨੇਰੇ ਆਉਣੇ ਆ ਤੁਰ ਕੇ ਤੁਰ ਕੇ ਹਾਂ ਕੋਈ ਸਹੂਲਤ ਹੈ ਨਹੀਂ ਕੋਈ ਸਹੂਲਤ ਨਹੀਂ ਬਈ ਅੱਛਾ ਹਾਂ ਕੀ ਲੱਗਦਾ ਹੁਣ ਐਤਕੀ ਫਿਰ ਕਿਹਦਾ ਇਰਾਦਾ ਤੁਹਾਡਾ ਕੀ ਇਰਾਦਾ ਕੀ ਯਾਰ ਹੁਣ ਆਖੀ ਤੇ ਦਿਨੇ ਇੱਕ ਦੋ ਵੇਖ ਲਏ ਹੁਣ ਤੀਜਾ ਹੀ ਵੇਖ ਲਈਏ ਕਿ ਨਾ ਵੇਖੀਏ ਉਹ ਤੁਸੀਂ ਦੇਖਣਾ ਮੈਂ ਤਾਂ ਕੀ ਦੇਖੂੰਗਾ ਮੈਂ ਤਾਂ ਤੁਹਾਨੂੰ ਦੇਖੂੰਗਾ ਵੀ ਤੁਸੀਂ ਠੀਕ ਹੁਣ ਮੈਂ ਤਾਂ ਤੇਰੀ ਵੀ ਰਹਿਣਾ ਤੂੰ ਹੁਣ ਮੇਰੇ ਕੋਲ ਆ ਤੂੰ ਵੀ ਮੈਨੂੰ ਦੱਸ ਹਾਂ ਤੇਰਾ ਕੀ ਕਹਿੰਦਾ ਦਿਮਾਣਾ ਮੇਰਾ ਕੀ ਕਹਿੰਦਾ ਮਨ ਮੇਰਾ ਮਨ ਤਾਂ ਕਹਿੰਦਾ ਜਿਹਨੂੰ ਤੇਰਾ ਮਰਜ਼ੀ ਤੇਰਾ ਮਨ ਉਹਨੂੰ ਪਾ ਦੂੰ ਬਸ ਨਹੀਂ ਤੂੰ ਵੀ ਦੱਸ ਮਾੜਾ ਹੈ ਪਰ ਤੂੰ ਸਾਡੇ ਤੋਂ ਤਾਂ ਖਬਰਾਂ ਲੈ ਜਾਣਾ ਤੂੰ ਮੈਨੂੰ ਮੈਂ ਤਾਂ ਫੜਾ ਕਿਸੇ ਨੂੰ ਪਾਉਣ ਨਹੀਂ ਜਾਂਦਾ ਮੈਨੂੰ ਫੜਾ ਰੇ ਹਾਂ ਹਾਂ ਤੂੰ ਦੱਸ ਹੁਣ ਮੈਂ ਕਿਸੇ ਨੂੰ ਨਹੀਂ ਪਾਉਣ ਜਾਂਦਾ ਦੱਸ ਫਿਰ ਹੁਣ ਤੂੰ ਮੈਨੂੰ ਕਿਉਂ ਦੱਸਦਾ ਦੱਸ ਮੈਂ ਕਿਸੇ ਨੂੰ ਨਹੀਂ ਪਾਉਣ ਜਾਂਦਾ ਕਿਉਂ ਨਹੀਂ ਜਾਂਦਾ ਤੂੰ ਤੇਰੀ ਵੋਟ ਕਿਹਨੇ ਬਣਾਈ ਹੈ ਜਿਹਨੇ ਤੂੰ ਵੋਟ ਬਣਾ ਉਹਦਾ ਕੋਈ ਹੈ ਵੋਟ ਦਾ ਹੀ ਮੁੱਲ ਆ ਔਰ ਆਪਣੇ ਕੋਲੇ ਕੁਝ ਵੀ ਨਹੀਂ ਹਾਂ ਗਰੀਬ ਦੀ ਤਾਂ ਕੋਈ ਰੌਲਾ ਹੋ ਜੇ ਤਾਂ ਜ਼ਬਾਨ ਤੇ ਨਹੀਂ ਹੁੰਦੀ ਹਾਂ। ਜਦੋਂ ਕੋਈ ਰਜਿਸਟਰ ਹੀ ਹੈ ਨਹੀਂ ਗਰੀਬ ਕੋਲੇ ਤਾਂ ਹਾਂ ਉਹ ਤਾਂ ਬੈਠਾ ਜੇਲ੍ਹਾਂ 'ਚ ਹੁਣ ਭਾਈ ਵੇਖੋ ਇਹ ਮੈਂ ਪੱਤਰਕਾਰ ਬਣ ਗਿਆ ਮੈਂ ਇਹਦੀ ਖਬਰ ਲੈਂਦਾ ਸੀ ਇਹ ਮੇਰੀ ਲਾਈਨ ਲਾ ਗਿਆ ਠੀਕ ਹੈ ਇਹ ਕਹਿੰਦਾ ਵੀ ਤੇਰੇ ਤੇ ਰਿਪੋਰਟ ਮੈਂ ਲੈਣੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਕੌਰ ਸਿੰਘ ਹੈ। ਕੌਰ ਸਿੰਘ ਪੱਤਰਕਾਰ ਸਾਡਾ ਨਵਾਂ ਬੰਦਾ ਠੀਕ ਹੈ ਇਹ ਤਾਂ ਸਵਾਲ ਪੁੱਛਿਆ ਨਹੀਂ ਉਲਟਾ ਸਾਡੇ ਤੋਂ ਪੁੱਛਿਆ ਕਿ ਤੁਸੀਂ ਕਿਹਨੂੰ ਵੋਟ ਪਾਓਗੇ ਕੌਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੜੀ ਖੁਸ਼ੀ ਹੋਈ ਮਿਲ ਕੇ ਭਾਜੀ ਵੋਟਾਂ ਆ ਰਹੀਆਂ ਬਹੁਤ ਵਧੀਆ ਜੀ ਵਧੀਆ ਮਾਹੌਲ ਹੈ ਬਹੁਤ ਵਧੀਆ ਕਾਹਦਾ ਮਾਹੌਲ ਹੈ ਬਹੁਤ ਵਧੀਆ ਵੋਟਾਂ ਦਾ ਅੱਛਾ ਹਾਂਜੀ ਕਿਵੇਂ ਵਧੀਆ ਬਹੁਤ ਵਧੀਆ ਵੋਟਾਂ ਪਾਉਂਗੇ ਗਰੀਬ ਹੈ ਬੰਦਾ ਵੋਟ ਪਾਊਗਾ ਕਿਹਨੂੰ ਪਾਊਗਾ ਆਮ ਨੂੰ ਆਮ ਨੂੰ ਕਿਉਂ ਝਾੜੂ ਹੈ ਲਾਹੌਰ ਜਿਹਨੇ ਕੀਤਾ ਕੀ ਬਾਦਲਾਂ ਦੇ ਜਾਂ ਕਾਂਗਰਸ ਵਾਲੇ ਨੇ ਕੰਮ ਬਹੁਤ ਕੀਤੇ ਕੁਛ ਨਹੀਂ ਕੀਤਾ ਕੀ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਉਹਦੇ ਨੇ ਸਾਰਾ ਕੁਝ ਕਰਤਾ ਜਮਾਂ ਹੀ ਨਹੀਂ ਕੀਤਾ ਆ ਖੜਿਆ ਪੁੱਛੋ ਉਹਨਾਂ ਨੂੰ ਵੀ ਕੀ ਦਿੱਤਾ ਕਰੋਨਾ ਵੇਲੇ ਪੁੱਛਿਆ ਕਰੋਨਾ ਹੁਣ ਕਰੋਨਾ ਕਿਤੇ ਕੀ ਜੱਟਾਂ ਦੇ ਦਰਜਾ ਦੀ ਹਾਂ ਵੀ ਹੁਣ ਜੱਟਾਂ ਨੇ ਧਰਨੇ ਮਾਰਨੇ ਆਖਿਆ ਜੀ ਆ ਤੇ ਹੁਣ ਕਿਤੇ ਕੀ ਕਰੋਨਾ ਹੁਣ ਕਿ ਸਕੂਲ ਖੋਲਤੇ ਵੀ ਹੁਣ ਕਿਵੇਂ ਸਕੂਲ ਖੋਲਤੇ ਇਹ ਚੀਜ਼ ਆ ਸੋਚਣ ਵਾਲੀ ਤੇ ਜਦੋਂ ਉਹਨੇ ਪਤਾ ਕੀ ਉਹ ਕਿਉਂ ਕੀਤਾ ਵੀ ਜੱਟ ਹੁਣ ਧਰ ਲੈਂਦੇ ਆਪਣੇ ਬਕਸੇ ਰੋ ਲੈਣਗੇ ਬਾਅਦ 'ਚ ਕੀ ਗਿਆ ਆਪਦਾ ਐਮਸੀ ਬਣਾਉਣਗੇ ਇਹ ਤਾਂ ਡਰਦੇ ਨੇ ਖੋਲਿਆ ਹੋਰ ਕੋਈ ਨਹੀਂ ਖੋਲਦਾ ਸਕੂਲ ਅਜੇ ਤੱਕ ਇਹ ਚੀਜ਼ ਇਹ ਡਰਦੇ ਨੇ ਇਹ ਡਰਦੇ ਨੇ। ਕੈਪਟਨ ਕਹਿੰਦੇ ਘਰ ਘਰ ਨੌਕਰੀ ਦਿੱਤੀ ਕਿਸੇ ਨੂੰ ਨਾ ਕਿਸੇ ਨੂੰ ਖਾ ਕੇ ਚਾਹ ਵੀ ਪਈ ਨੌਕਰੀ ਭਾਲ ਦਿਓ ਹਾਂ ਦਰਸ਼ਨ ਨਹੀਂ ਦਿੱਤੇ ਵੀ ਕਿੱਥੇ ਰਹਿੰਦਾ ਤੇ ਤੁਹਾਡਾ ਐਮਐਲਏ ਜਿਹੜਾ ਸੀਗਾ ਜੈ ਭੱਟੀ ਉਹ ਕਿਵੇਂ ਠੀਕ ਸੀ ਉਹ ਵੀ ਠੀਕ ਸੀ ਮੈਂ ਉਹ ਗਰੀਬ ਬੰਦੇ ਕੀ ਉਹ ਸਾਰੇ ਨਹੀਂ ਗਾ ਅੱਛਾ ਹਾਂ ਉਹਦੇ ਸਾਰੇ ਨਹੀਂਗਾ ਇਹ ਕੈਪਟਨ ਕਹਿੰਦੇ ਨਸ਼ਾ ਖਤਮ ਕਰਨਾ ਹੋ ਗਿਆ ਹਾਂ ਕਿੱਥੇ ਵੱਧ ਗਿਆ ਅੱਛਾ ਹਾਂ ਉਹ ਕਹਿੰਦਾ ਜਮਾ ਲੱਕ ਤੋੜ ਮੈਂ ਵੇਖਦੇ ਘਰ ਘਰ ਮਿਲਦਾ ਹਾਂ ਤੇ ਬਾਦਲ ਕਹਿੰਦਾ ਅਸੀਂ ਬਹੁਤ ਕੰਮ ਕੀਤਾ ਬਹੁਤ ਵਧੀਆ ਕੀਤਾ ਬਾਦਲ ਨੇ ਵੀ ਅੱਛਾ ਹਾਂ ਬੇਅਦ ਵੀ ਕਰਾਈ ਅੱਛਾ ਗੁਰੂ ਫਿਰ ਦੀ ਹੋਰ ਵੀ ਕਹਿੰਦੇ ਅਸੀਂ ਵਿਕਾਸ ਦੇ ਵੱਟ ਕੱਢਤੇ ਉਹ ਕਰਤੇ ਜੀ ਜਾ ਪਾਣੀ ਆਈ ਬੱਸ ਲਿਆਂਦੀ ਆ ਸਕਵੀਰ ਨੇ ਹਾਂ ਠੀਕ ਆ ਉਹ ਬਹੁਤ ਵਧੀਆ ਜੀ ਕੋਈ ਚੜਦਾ ਹੀ ਨਹੀਂ ਉਹਦੇ ਵੀ ਡੁੱਬ ਜਾਗੇ ਵੀ ਡੁੱਬ ਜਾਗੇ ਵੀ ਪਰਿਵਾਰ ਤੱਕ ਕੇ ਰੋਟੀ ਖਾਣਾ ਜਮਾਂ ਹੀ ਜਾਊਗਾ ਅੱਛਾ ਹਾਂ ਸੁਖਬੀਰ ਬਾਦਲ ਕਹਿੰਦਾ ਜੋ ਕਿਹਾ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਹਾਂ ਵੀ ਖਾ ਕੇ ਫਿਰ ਗੱਪ ਮਰੀ ਜਾਂਦਾ
ਇਹ ਲੱਗਦਾ ਹੈ ਹਾਂ ਇਹ ਯਾਰ ਚੰਨੀ ਆ ਉਹ ਕਹਿੰਦਾ ਮੈਂ ਮਸਲੇ ਹੱਲ ਕਰਦਾ ਉਹ ਚੰਨੀ ਚਲਾ ਕੀ 2 ਮਹੀਨੇ ਕੀ ਕਰ ਦੂਗਾ ਹੁਣ ਦੁਬਾਰਾ ਆਉਣਾ ਕਹਿੰਦਾ ਕਰਨਾ ਦੁਬਾਰਾ ਉਹ ਵੇਖੀ ਸੋਚੀ ਜਾਊ ਹਾਂ ਉਹ ਸੋਚਾਂਗੇ ਹਾਂ 5-5 ਮਰਲੇ ਪਲਾਟ ਦਿੱਤੇ ਉਹਨੇ ਨਾ ਹੈ ਕੋਈ ਨਹੀਂ ਆਖਿਆ ਜ਼ਰੂਰ ਆ ਪਰ ਕਾਹ ਨਿਗਾਹ ਅੱਡੀਆਂ ਜਾ ਕੇ ਵੇਖੀ ਜਾਂਦੇ ਵੀ ਕਿੱਥੇ ਮਿਲੂਗਾ ਅੱਛਾ ਹਾਂ ਇਹ ਨਹੀਂ ਪਤਾ ਲੱਗਿਆ ਹੈ ਹਾਂ ਇਹ ਨਹੀਂ ਪਤਾ ਕਿੱਥੇ ਇੱਕ ਮੁਲਾਜ਼ਮ ਪੱਕੇ ਕੀਤੇ 36000 ਹੋ ਬਹੁਤ ਜ਼ਿਆਦਾ ਆ ਸਾਰੇ ਮੁਲਾਜ਼ਮ ਹੀ ਖੜੇ ਆ ਹਾਂ ਆ ਸਾਰੇ ਮੁਲਾਜ਼ਮ ਹੀ ਆ ਵੇਖੋ ਹਾਂ ਸਾਰਿਆਂ ਨੂੰ ਨੌਕਰੀ ਮਿਲ ਗਈ ਸਭ ਨੌਕਰੀ ਮਿਲੀ ਆ ਸਭ ਨੰਗ ਭੁੱਖ ਨਾਲ ਘੁਲਦੇ ਆ ਵੋਟਾਂ ਵੇਲੇ ਆਉਂਦੇ ਆਵਾਂਗੇ ਕੋਈ ਨਹੀਂ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਮੁੜ ਕੇ ਪੁੱਛਦੇ ਵੀ ਕਿਹੜੇ ਪਿੰਡ ਨਾਨਕੇ ਆ ਇਹ ਕਹਿੰਦੇ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਹੀਂ ਲੈਂਦੇ ਇਹ ਉਹੀ ਗੱਲ ਹੈ ਉਹ ਜਮਾ ਸਾਵੀਂ ਆ ਜੀ ਹੁਣ ਤਾਂ ਹੱਥ ਸਿਰ ਤੇ ਫਿਰਦੇ ਲੈ ਅਸੀਂ ਐਂ ਕਰਾਂਗੇ ਤੇ ਬਾਅਦ ਚ ਕਿਹਨੇ ਪੁੱਛਣਾ ਨਹੀਂ ਹੁਣ ਬਾਪੂ ਵੀ ਕਹਿੰਦੇ ਹੋਣਗੇ ਹਾਂ ਬਾਪੂ ਆਖੇ ਜੇ ਚਾਚਾ ਉਹ ਚਾਚਾ ਆਂਦੇ ਆ ਹਾਂ ਚੀਜ਼ਾਂ ਉਹ ਕਹਿੰਦੇ ਬਾਪੂ ਵੋਟ ਪਾ ਦੇ ਹਾਂ ਕਹਿੰਦੇ ਆ ਠੀਕ ਹੈ ਹੁਣ ਵੋਟਾਂ ਵੇਲੇ ਤਾਂ ਬਹੁਤ ਵਾਅਦੇ ਬਹੁਤ ਵਾਅਦੇ ਕਰਦੇ ਹੁਣ ਨਹੀਂ ਕਿ ਕਰੋਨਾ ਵੇਲੇ ਕਿਸੇ ਨੇ ਪੁੱਛਿਆ ਵੀ ਕਿੱਥੇ ਪਏ ਆ ਗਰੀਬ ਨੇ ਕਿੱਦਾਂ ਕਿਵੇਂ ਟਾਈਮ ਪਾਸ ਕੀਤਾ ਬਹੁਤ ਔਖਾ ਟਾਈਮ ਸਰਕਾਰ ਹੀ ਗਰੀਬਾਂ ਦੀ ਸੀ ਹਾਂ ਸਰਕਾਰ ਨੇ ਕੀਤਾ ਹੀ ਗਰੀਬ ਉਹੀ ਸਰਕਾਰ ਤਾਂ ਮਹੀਨੇ ਦੀ ਆਈ ਹੈ ਪਹਿਲਾਂ ਕੈਪਟਨ ਹੀ ਸੀ ਉਹੀ ਕੈਪਟਨ ਕਹਿੰਦਾ ਮੈਂ ਗਰੀਬਾਂ ਲਈ ਬਹੁਤ ਕੀਤਾ ਨਾ ਕੀ ਕੀਤਾ ਉਹ ਖਾ ਐਸੇ ਆ ਕੇ ਕਹਿ ਦੇ ਉਹ ਕਹਿੰਦਾ 92% ਵਾਅਦੇ ਪੂਰੇ ਕਰਤੇ ਯਾ ਗੁਟਕੇ ਸੌਂ ਖਾ ਕੇ ਬੰਦੇ ਦੇ ਪੱਲੇ ਕੀ ਰਹਿੰਦਾ ਕੀ ਮਿਲਿਆ ਹਾਂ ਵੀ ਸੌਂ ਖਾਦੀ ਕਿਉਂ ਖਾਦੀ ਕਾਨੂੰਨ ਤਾਂ ਕਾਨੂੰਨ ਹੀ ਆ ਕਾਨੂੰਨ ਵਿਵਸਥਾ ਇਹ ਜੀ ਹੋਣੀ ਚਾਹੀਦੀ ਹੈ ਜੀ ਦੇਖੋ ਪਿੱਛੇ ਜੇ ਮੁੱਖ ਮੰਤਰੀ ਕੈਪਟਨ ਸਾਹਿਬ ਦੀ ਵਾਈਫ ਦਾ 20-25 ਲੱਖ ਰੁਪਈਆ ਅਕਾਊਂਟ ਚੋਂ ਚੋਰੀ ਹੋ ਗਿਆ ਸੀਗਾ ਉਹ 24 ਘੰਟਿਆਂ ਦੇ ਵਿੱਚ ਵਾਪਸ ਆ ਗਏ ਅਕਾਊਂਟ 'ਚ ਮਤਲਬ ਇਨਕੁਆਰੀ ਇੰਨੀ ਤੇਜ਼ ਕੀਤੀ ਤੇ ਫਸਟ ਕੀਤੀ ਇਹੋ ਜਿਹੇ ਤਰੀਕੇ ਇਹ ਨਹੀਂ ਵੀ ਉਹ ਮੁੱਖ ਮੰਤਰੀ ਸੀਗਾ ਤੇ ਉਹਦੇ ਤਾਂ ਆਏ ਇਹ ਹਰੇਕ ਗਰੀਬ ਬੰਦੇ ਦਾ ਵੀ ਜੇ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਆ ਇੰਨੀ ਫਸਟ ਕਾਰਵਾਈ ਹੋਣੀ ਚਾਹੀਦੀ ਆ ਫਿਰ ਆਪਾਂ ਮੰਨਾਂਗੇ ਕਿ ਕਾਨੂੰਨ ਵਿਵਸਥਾ ਹੈਗੀ ਆ ਤੇ ਕਾਨੂੰਨ ਵਿਵਸਥਾ ਦਾ ਹੁਣ ਗਰੀਬ ਬੰਦਾ ਤਾਂ ਬਸ ਗਏ ਤਾਂ ਗਏ ਬਸ ਉਹਦੀ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਬਾਪੂ ਤੂੰ ਕਹਿੰਦਾ ਝਾੜੂ ਵਾਲੇ ਤੇ ਅਕਾਲੀ ਕਹਿੰਦੇ ਵੀ ਤਾਂ ਉਹ ਦਿੱਲੀ ਵਾਲੇ ਕਿਹੜਾ ਵੀ ਪਤਾ ਦਿੱਲੀ ਵਾਲੇ ਕੋਈ ਨਹੀਂ ਕਿਹੜਾ ਮਹੀਨਾ ਤਾਂ ਵੇਖੀਏ 5 ਸਾਲ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ ਉਹ ਕਹਿੰਦੇ ਦਿੱਲੀ ਵਾਲਾ ਲੁੱਟ ਕੇ ਲੈ ਤੇ ਜਾਣਗੇ ਲੁੱਟੀਆਂ ਦੇ ਅੱਗੇ ਤੁਸੀਂ ਕਿਹੜਾ ਛੱਡਿਆ ਕੁਛ ਹਾਂ ਤੁਸੀਂ ਵੀ ਛੱਡਿਆ ਕੁਛ ਇਹਨਾਂ ਕੀ ਛੱਡਿਆ ਹਾਂ ਬਸ ਕੋਈ ਬਾਦਲ ਕੋ 3 ਬੱਸਾਂ ਸੀ ਮੇਰੀ ਸੁਰਤ ਚ ਅੱਜ 600 ਬੱਸ ਆ 600 ਬੱਸ ਹੈ ਹਾਂ 6000 ਬੱਸ 6000 ਬੱਸ ਹਾਂ ਉਹ ਕਹਿੰਦੇ ਦਾਰੂ ਪੀਂਦਾ ਭਗਵੰਤ ਮਾਨ ਹਾਂ ਕੋਈ ਪੀਂਦਾ ਨਹੀਂ ਆ ਤੇ ਉਹ ਕਿਹੜਾ ਨਹੀਂ ਪੀਂਦਾ ਦਾਰੂ ਅੱਛਾ ਗੁਟਕਾ ਫੜੇਗਾ ਵੀ ਦਾਰੂ ਕਿਹੜਾ ਨਹੀਂ ਪੀਂਦਾ ਉਹਦਾ ਭਗਵੰਤ ਨਾਂ ਹੀ ਲੈਂਦੇ ਆ ਉਹ ਦਾਰੂ ਪੀਂਦਾ ਚਿੱਟੇ ਵੀ ਖਾਈ ਜਾਂਦੇ ਆ ਪਰ ਕੀ ਕਹਿੰਦਾ ਆ ਬਾਦਲ ਨੂੰ ਕੀ ਕਹਿੰਦਾ ਆ ਮੇਰਾ ਪਿਤਾ ਸਮਾਨ ਆ ਵੀ ਡੈਡੀ ਕਿਹੜਾ ਫਿਰ ਭਗਵੰਤ ਮਾਨ ਤਾਂ ਦਾਰੂ ਕੱਲੇ ਹੀ ਪੀਂਦਾ ਜੀ ਚਲੋ ਹੁਣ ਠੇਕੇ ਖੋਲ ਰੱਖਿਆ ਗਵਰਨਮੈਂਟ ਨੇ ਐਜੂਕੇਸ਼ਨ ਬੰਦ ਕਰ ਰੱਖੀ ਆ ਇਹ ਸਾਰੇ ਮੁਲਕ ਨੂੰ ਸ਼ਰਾਬੀ ਕਰੀ ਜਾਂਦੇ ਆ ਉਹਦਾ ਕੌਣ ਦੋਸ਼ੀ ਆ ਉਹ ਅਗਲੇ ਭਾਈ ਡੱਬੇ ਲੈ ਕੇ ਘਰੇ ਰੱਖ ਛੱਡਿਆ ਹੱਥ ਨੇ ਹਰੇਕ ਦੇ ਘਰੇ ਕੱਛੇ ਲਈ ਜਾਂਦੇ ਆ ਤੂੰ ਇੰਨੇ ਲੈ ਲਾ ਤੂੰ ਇੰਨੇ ਲੈ ਲਾ ਆ ਚੀਜ਼ ਹੋ ਜਾਂਦੀ ਆ ਤੇ ਸੜਕ ਤੇ ਗੱਡੀਆਂ ਘੜੀਆਂ ਐਵੇਂ ਖਾਲੀ ਗੱਡੀਆਂ ਨੂੰ ਘੇਰੀ ਜਾਂਦੇ ਆ ਉਹ ਜਿਹੜੇ ਦੇਣੇ ਆ ਪੈਸੇ ਉਹ ਰਾਤ ਨੂੰ ਜਾਂਦਾ ਐਵੇਂ ਦਿਨੇ ਕੋਈ ਜਾਂਦਾ ਕੋਈ ਨਹੀਂ ਜਾਂਦਾ ਐਵੇਂ ਤਾਂ ਫਾਰਮੈਲਿਟੀ ਪੂਰੀ ਕਰਦੇ ਆ ਫਾਰਮੈਲਿਟੀ ਬੜੀ ਆ ਚੀਜ਼ ਹੈ ਜੀ ਠੀਕ ਹੈ ਜੀ ਬਾਕੀ ਝਾੜੂ ਵਾਲੇ ਆ ਵੀ ਇਹਦਾ ਨਾਮ ਕੀ ਹੈ ਹਾਂ ਕਰਮਜੀਤ ਸਿੰਘ ਮਾਨ ਕਰਨਜੀਤ ਸਿੰਘ ਮਾਨ ਹਾਂ ਮਾਨ ਭਗਵੰਤ ਮਾਨ ਨਾਲ ਹੈ ਹਾਂ ਮਾਨ ਮਾਨਾ ਦਾ ਮਾਨ ਮਾਨਾਂ ਦਾ ਮਾਨ ਹਾਂ ਠੀਕ ਹੈ ਕੀ ਮਾਹੌਲ ਆ ਵੋਟਾਂ ਦਾ ਵੋਟਾਂ ਦਾ ਮਾਹੌਲ ਤਾਂ ਬਹੁਤ ਵਧ ਗਿਆ ਆਮ ਪਾਰਟੀ ਦਾ ਜੀ ਅੱਛਾ ਤੇ ਜਿਹੜੇ ਸਾਡੇ ਅਕਾਲੀ ਵਰਕਰ ਸੀ ਜੀ। ਕਾਂਗਰਸੀ ਸੀ ਜੀ ਸਾਨੂੰ ਤਾਂ ਖਾ ਕੇ ਪੱਟ ਕੇ ਇੱਥੋਂ ਦੇ ਲੀਡਰ ਅੱਛਾ ਅਸੀਂ ਤਾਂ ਆਮ ਪਾਰਟੀ ਨੂੰ ਵੋਟ ਪਾਉਣੀ ਹੈ ਬਸ ਕੈਪਟਨ ਦਾ ਕਹਿੰਦਾ ਕੰਮ ਬਹੁਤ ਕੀਤੇ ਆ ਮੈਂ ਨਹੀਂ ਕਰੇ ਇੱਕ ਡੱਕਾ ਹੀ ਨਹੀਂ ਕਰਿਆ ਉਹਨੇ ਉਹ ਤਾਂ ਕਹਿੰਦਾ ਮੈਂ ਵਿਕਾਸ ਬਹੁਤ ਕੀਤਾ ਨਹੀਂ ਕਰਿਆ ਜੀ ਅੱਛਾ ਨਹੀਂ ਕਰਿਆ ਜੀ ਕੈਪਟਨ ਨੇ ਕੀਤਾ ਨਹੀਂ ਨਹੀਂ ਕਰਿਆ ਜੀ ਘਰ ਘਰ ਨੌਕਰੀ ਆਖੀ ਦੇਣ ਨੂੰ ਮੁੰਡੇ ਨਹੀਂ ਨੂੰ ਦਿੱਤੀ ਨਹੀਂ ਦਿੱਤੀ ਜੀ ਨਹੀਂ ਦਿੱਤੀ ਹਾਂ ਨਸ਼ਾ ਖਤਮ ਕਰਨ ਨੂੰ ਆਖਿਆ ਸੀ ਹੋ ਗਿਆ ਨਾ ਨਾ ਵੱਧ ਗਿਆ ਉਲਟਿਆ ਵਧ ਗਿਆ ਵੱਧ ਗਿਆ ਤੇ ਫਿਰ ਕੈਪਟਨ ਦਾ ਕਹਿੰਦਾ ਮੈਂ 92% ਵਾਅਦੇ ਪੂਰੇ ਕਰਤੇ ਨਹੀਂ ਜੀ ਕਰੇ ਨਹੀਂ ਕੀਤੇ ਨਹੀਂ ਕੀਤੇ ਇਸ ਇਦੋਂ ਪਹਿਲਾਂ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸੀ ਉਹ ਕਿਵੇਂ ਸੀ ਉਹ ਥੋੜੀ ਤਾਂ ਸਾਡੇ ਹੱਕ 'ਚ ਸੀਗੀ ਕਿਵੇਂ ਤਾਂ ਪਰ ਹੁਣ ਹੈ ਨਹੀਂ ਹੁਣ ਕਿਵੇਂ ਹੋਣੀ ਗੀ ਹੁਣ ਤਾਂ ਆਮ ਪਾਰਟੀ ਆ ਸਾਡੀ ਅੱਛਾ ਹੂੰ। ਆਮ ਪਾਰਟੀ ਕਾ ਤੋਂ ਆਮ ਪਾਰਟੀ ਦੇ ਦਿੱਲੀ ਸਾਹਿਬ ਤੋਂ ਸਾਨੂੰ ਮਿਲਿਆ ਸਾਰਾ ਕੁਝ ਕਿਹੜਾ ਦਿੱਲੀ ਸਾਹਿਬ ਮੁੱਖ ਮੰਤਰੀ ਕੇਜਰੀਵਾਲ ਕੇਜਰੀਵਾਲ ਠੀਕ ਲੱਗਦਾ ਹਾਂ ਬਹੁਤ ਵਧੀਆ ਜੀ ਉਹ ਤਾਂ ਕਹਿੰਦੇ ਦਿੱਲੀ ਦਾ ਇਹ ਨਹੀਂ ਭਗਵੰਤ ਮਾਨ ਤਾਂ ਆਪਣਾ ਹੈ। ਹਾਂ ਹਾਂ ਉਹਨੇ ਸ਼ਰਾਬ ਪੀਂਦਾ ਕੌਣ ਆਦਾ ਜੀ ਭਗਵੰਤ ਮਾਨ ਨਹੀਂ ਮੈਂ ਤਾਂ ਨਹੀਂ ਆਦਾ ਤੁਸੀਂ ਨਹੀਂ ਆਦੇ ਹਾਂ ਵਿਰੋਧੀ ਆਂਦੇ ਆ ਨਹੀਂ ਮੈਂ ਨਹੀਂ ਆਦਾ ਬਾਦਲ ਕੇ ਆਂਦੇ ਆ ਕਦੇ ਪੀਂਦਾ ਉਹ ਨਹੀਂ ਉਹਦੇ ਨਾਲ ਤਾਂ ਬੰਦਾ ਸਾਨੂੰ ਮਿਲਣਾ ਹੀ ਨਹੀਂ ਅੱਛਾ ਹੂੰ। ਤੁਹਾਨੂੰ ਨਹੀਂ ਪਤਾ ਵੀ ਸ਼ਰਾਬ ਪੀਂਦਾ ਉਹ ਨਹੀਂ ਉਹ ਪੀਂਦਾ ਹੀ ਨਹੀਂ ਪੀਂਦਾ ਹੀ ਨਹੀਂ ਉਹ ਹਾਂ ਠੀਕ ਹੈ ਸੂਰਜ ਜਿਹੜੇ ਚ ਉੱਠਿਆ ਸੀ ਉਹਦੀ ਜਾਇਜ਼ਾਕਾਰ ਹੈ ਜੈ ਜੈਕਾਰ ਹੈ ਹੂੰ। ਤੁਸੀਂ ਵੀ ਉਹਨੂੰ ਵੋਟ ਪਾਉਣੀ ਹੈ ਅਸੀਂ ਕੀ ਲੱਗਦਾ ਕੀ ਮਾਹੌਲ ਹੈ ਜੀ ਵੋਟਾਂ ਆ ਰਹੀਆਂ ਮਾਹੌਲ ਵਧੀਆ ਜੀ ਵਧੀਆ ਹਾਂਜੀ ਕਿਵੇਂ
ਕਿਸ ਪਾਸੇ ਵੱਲ ਲੱਗ ਰਿਹਾ ਹੈ? ਮਲੋਟ ਦੇ ਲੋਕ ਕੀ ਚਾਹੁੰਦੇ ਆ? ਇੱਥੋਂ ਤਾਂ ਜੀ ਆਮ ਆਦਮੀ ਪਾਰਟੀ ਦਾ ਹੀ ਜ਼ਿਆਦਾ। ਅੱਛਾ ਰੁਪਿੰਦਰ ਕੌਰ ਰੂਬੀ ਹੈ, ਬਠਿੰਡਾ ਦਿਹਾਤੀ ਤੋਂ ਆਇਆ, ਪਹਿਲਾਂ ਆਮ ਆਦਮੀ ਪਾਰਟੀ ਸੀ, ਉਹ ਕਿਵੇਂ ਦੇਖਦੇ ਹੋ? ਨਹੀਂ ਮੁਸ਼ਕਲ ਆ, ਆਮ ਆਦਮੀ ਪਾਰਟੀ ਦਾ ਹੀ ਜ਼ਿਆਦਾ। ਆਮ ਆਦਮੀ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦਾ ਕਿਹਾ ਸੀ, ਮਿਲੇ ਕਿਸੇ ਨੂੰ? ਕਿਹਨੂੰ ਮਿਲਣੀ ਸੀ? ਐ ਤਾਂ ਨਸ਼ਾ ਕਿਹਾ ਸੀ, ਚਿੱਟਾ ਬੰਦ ਹੋ ਜਾਊਗਾ, ਚਿੱਟਾ ਸਭ ਆਮ ਮਿਲੀ ਜਾਂਦਾ। ਸਾਡੇ ਦੋ ਤੇ ਆਸੇ-ਪਾਸੇ ਸਾਰੇ ਪਿੰਡਾਂ 'ਚ ਚਿੱਟਾ ਆਮ ਵਿਕਦਾ, ਅੱਛਾ ਜੀ, ਅੱਜ ਵੀ ਵਿਕਦਾ ਚਿੱਟਾ। ਚਿੱਟਾ। ਸਰਕਾਰ ਕਿਵੇਂ ਕਹਿੰਦੀ ਵੀ ਚਿੱਟੇ ਦਾ ਲੱਕ ਤੋੜਤਾ? ਨਾ ਜੀ, ਪਹਿਲਾਂ ਬਾਦਲ ਵੇਲੇ ਵੀ ਵਿਕਦਾ ਸੀਗਾ, ਬਾਦਲ ਸਰਕਾਰ 'ਚ ਵੀ ਐਂ ਵਿਕਦਾ ਸੀ ਨਸ਼ਾ। ਸਾਡੇ ਪਿੰਡ ਆਪ ਨਸ਼ੇ ਕਾਰਨ 4-5 ਮੌਤਾਂ ਹੋ ਗਈਆਂ, ਨੌਜਵਾਨ ਮੁੰਡੇ ਮਰੇ ਆ ਤੁਹਾਡੇ ਪਿੰਡ 'ਚ? ਹਾਂਜੀ। ਫਿਰ ਇਹ ਕਿਹੜੇ ਵਿਕਾਸ ਕਿਹੜੀ ਚੀਜ਼ ਦਾ ਜਿਹੜਾ ਸਰਕਾਰ ਕਹਿੰਦੀ ਹੈ ਵੀ ਵਿਕਾਸ ਹੋਇਆ? ਵਿਕਾਸ ਤੁਸੀਂ ਦੇਖ ਲਓ, ਆ ਛੱਪੜ ਦਾ ਹਾਲ ਹੀ ਵੇਖ ਲਓ। ਛੱਪੜ ਦਾ ਹਾਲ ਵੇਖ ਇੱਧਰ ਘੁਮਾ ਕੈਮਰਾ। 6 ਅਕਾਲੀ ਦਲ ਸਰਕਾਰ ਦੇ ਵਿੱਚ ਸਾਡੇ ਪਿੰਡ 6 ਕਰੋੜ ਰੁਪਇਆ ਆਇਆ, ਦੱਸ ਦਿਓ ਕਿੱਥੇ ਲੱਗਿਆ? ਇਹ ਛੱਪੜ ਤੋਂ 6 ਕਰੋੜ ਰੁਪਇਆ ਆਇਆ ਸੀ ਬਈ ਅਕਾਲੀ ਸਰਕਾਰ ਵੇਲੇ। 6 ਕਰੋੜ ਰੁਪਇਆ। ਤੇ 3 ਦਿਨ ਮਸ਼ੀਨਾਂ ਹੀ ਚੱਲੀਆਂ ਤੇ ਬਸ ਪੈਸਾ ਖਤਮ। ਅੱਛਾ ਜੀ। ਹਾਂਜੀ। ਜਿਹੜੀ ਛੱਪੜ ਦੀ ਮਿੱਟੀ ਸੀ ਉਹ ਵੀ ਪੱਖਪਾਤ ਵਾਲਿਆਂ ਦੇ ਘਰੇ ਗਈ ਆ। ਅੱਛਾ ਹਾਂ, ਉਹ ਵੀ ਨਹੀਂ ਐ ਨਹੀਂ ਵਿਕਾਸ ਹੋਇਆ ਵੀ ਕਿਸੇ ਰਾਹ ਖੇੜੇ ਜਾਂ ਕਿਤੇ ਪਾਤੀ ਹੋਊਗੀ। ਉਹ ਵੀ ਆਦੇ ਯਾਰ ਬੇਲੀ ਸੀ ਨਾ ਨਿਕਦੇ ਜਿਹੜੇ, ਉਹਨਾਂ ਦੇ ਘਰੇ ਗਈ ਆ। ਹਾਂ, ਜਿਹੜੀ 3 ਕਰੋੜ ਦੇ ਵਿੱਚ ਜਿਹੜੀ ਇੱਕ ਛੱਪੜ ਦੀ ਮਿੱਟੀ ਸੀ, ਹਾਂ, ਜਿਹੜਾ 3 ਕਰੋੜ ਦੀ ਵਿਕਾਸ ਵਾਲੀ, ਉਹ ਵੰਡ ਹੀ ਗਈ। ਉਹ ਹਾਂ ਵੰਡੀ ਗਈ ਆ। ਮੰਨ ਲਓ ਜਿਹੜਾ ਭਵਨ ਬਣਿਆ ਬਾਹਰ ਚ ਉਹਨਾਂ ਦੀ, ਜੀ ਹਾਂ ਗਾਲੀਆਂ ਦੇ ਬੰਦੇ ਆ ਸਾਹਮਣੇ, ਹਾਂ, ਉਹਨਾਂ ਦਾ ਭਵਨ ਬਣਿਆ ਜਾਂ 3 ਕਰੋੜ ਚੋਂ ਮਿੱਟੀ ਕੱਢੀ ਹੈ, ਚਰਨਜੀਤ ਬਰਾੜ ਦਾ ਘਰ ਆ। ਘਰ ਆ ਉਹ। ਚਰਨਜੀਤ ਬਰਾੜ। ਹਾਂ, ਉਹੀ ਬਣਾਇਆ ਬਸ 6 ਕਰੋੜ ਚ। ਉਹ ਵੇਖ ਲਓ ਹਾਂ। ਕਿੰਨੇ ਕਰੋੜ ਲੱਗਿਆ ਹੋਣਾ ਉਹ ਜਗ੍ਹਾ ਤੇ 2 ਗਲੀਆਂ ਉਹ ਵੀ ਬਿਨਾਂ ਗੱਟ ਕੇ ਤੋਂ ਸਿੱਧੀਆਂ ਇੱਟਾਂ ਲੋਕਟੈਲ ਚ ਨਹੀਂ ਆ, 2 ਗਲੀਆਂ ਚ 3 ਚ। ਹਾਂ, ਕੁਝ ਨਹੀਂ ਹੋਇਆ ਬਈ, ਕੱਖ ਨਹੀਂ ਹੋਇਆ ਇਸ ਪਿੰਡ ਚ। ਗਲੀ ਵੇਖ ਲਓ, ਕਿੰਨੇ ਚਿਰ ਦੀ ਖੜੀ ਆ। ਅਸੀਂ ਆਮ ਪਾਰਟੀ ਨਾਲ ਪਹਿਲਾਂ ਤੋਂ ਵੀ ਸੰਯੋਗ ਕਰਦੇ ਸੀ, ਹਾਂ, ਇਸੇ ਕਾਰਨ ਸਾਡੀ ਗਲੀ ਵਿਚਾਲੇ ਰਹਿ ਗਈ। ਗਲੀ ਵਿਚਾਲੇ ਰਹਿ ਗਈ। ਹਾਂ, ਮੈਂ ਅਜੇ ਤਾਈਂ ਜੀ ਕਿਸੇ ਪਾਰਟੀ ਨੂੰ ਹਾਨੀ ਕਰੀ ਗਈ। ਠੀਕ ਹੈ, ਮੈਂ ਘਰੋਂ ਆਜ਼ਾਦ ਹਾਂ ਤੇ ਇਕੱਲਾ ਹਾਂ। ਠੀਕ ਹੈ ਇਹ ਹੁੰਦਾ ਵੋਟ ਦਾ ਹੀ। ਜੀ ਜੀ। ਲੜਕੇ ਇੱਥੇ ਜੀ ਇਹਨਾਂ ਨੇ ਦਫ਼ਤਰ ਖੋਲਿਆ, ਹਾਂ ਲੱਡੂ ਵੰਡੇ। ਹਾਂ ਜੀ ਮੈਨੂੰ ਦੱਸਦਾ ਨਹੀਂ, ਮੈਂ ਇੱਥੇ ਕੋਲੇ ਖੜਾ ਰਿਹਾ। ਜੀ ਇਹਨਾਂ ਨੇ ਮੈਨੂੰ ਨਾ ਦਾ ਲੱਡੂ ਫੜਾਇਆ, ਹਾਂ ਨਾ ਚਾਹ ਫੜਾਈ, ਨਾ ਮੇਰੇ ਕੋਈ ਗੱਲ ਕਰੀ। ਜੀ ਹੁਣ ਵੀ ਤੂੰ ਆ ਗਿਆ ਇੱਥੇ, ਸਾਰਿਆਂ ਨੂੰ ਪੁੱਛ ਲਿਆ। ਜੀ ਬਾਪੂ ਜੀ। ਅਸੀਂ ਮੈਂ ਬੈਠਾ ਸੀ ਇੱਥੇ, ਜੀ ਬਾਪੂ। ਇਹਨਾਂ ਨੇ ਕਿਸੇ ਨੇ ਆਖਿਆ ਜਾਂ ਤੂੰ ਪੁੱਛਿਆ ਮੈਨੂੰ ਹਾਂ ਜੀ ਬਾਪੂ ਵੀ ਜੀ। ਤੂੰ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ ਜਾਂ ਕਿਹਨੇ ਕੰਮ ਕਰਿਆ ਕਿਹਨੇ ਨਹੀਂ ਕਰਿਆ। ਬਾਪੂ ਜੀ ਮੈਂ ਸਾਰਿਆਂ ਨੂੰ ਨਹੀਂ ਪੁੱਛਿਆ, ਮੈਨੂੰ ਜਿਵੇਂ ਲੱਗੀ ਗਿਆ ਮੈਂ ਉਵੇਂ ਪੁੱਛੀ ਗਿਆ। ਚਲੋ ਤੁਸੀਂ ਰਹਿ ਗਏ, ਹਾਂ ਦੱਸੋ ਤੁਸੀਂ ਬਸ ਠੀਕ ਹੈ। ਕੀ ਲੱਗਦਾ, ਤੁਸੀਂ ਕੀ ਮਾਹੌਲ ਦੇਖਦੇ ਹੋ? ਜਿਹੜਾ ਮਾਹੌਲ ਆ ਵੋਟਾਂ ਦਾ, ਹਾਂ। ਮੈਂ ਅੰਨਾ ਬੰਦਾ ਹਾਂ। ਜੀ ਬਾਪੂ ਜੀ। ਇੱਕ ਮੈਨੂੰ ਘੱਟ ਸੁਣਦਾ, ਮੈਂ ਜਾਂਦਾ ਨਹੀਂ। ਜੀ ਜੀ ਬਾਪੂ। ਇਹਦੇ ਬਾਰੇ ਮੈਨੂੰ ਇਹ ਨਹੀਂ ਪਤਾ ਹਾਂ ਵੀ ਕਿਹਦੀ ਸਰਕਾਰ ਬਣੂਗੀ ਠੀਕ ਹੈ ਬਾਪੂ। ਤੇ ਕਿਹਨੇ ਕੰਮ ਜ਼ਿਆਦੇ ਕਰਿਆ ਥੋੜੇ ਕਰਿਆ। ਹਾਂ ਨਾ ਤਾਂ ਮੈਂ ਕੰਮ ਗਿਆ, ਨਾ ਮੈਂ ਵਿਆਹਾਂ, ਨਾ ਮੇਰੇ ਮੁੰਡਾ, ਨਾ ਮੇਰੇ ਕੋਈ ਬਹੂ ਆ। ਹਾਂ ਮੈਨੂੰ ਤਾਂ ਲੋੜ ਵੀ ਨਹੀਂ ਕਿਸੇ ਦੀ। ਪਰ ਹੁਣ ਤੁਹਾਨੂੰ ਕੀ ਚਾਹੀਦਾ? ਮੈਨੂੰ ਕੁਛ ਨਹੀਂ ਚਾਹੀਦਾ, ਆਪਣੇ ਕੋਲ ਸਾਰਾ ਕੁਛ ਹੈਗਾ। ਅੱਛਾ ਹਾਂ। ਇਹ ਸਰਕਾਰ ਤੋਂ ਕੀ ਚਾਹੁੰਦੇ ਆ? ਸਰਕਾਰ ਤੋਂ ਨਹੀਂ ਮੈਂ ਕੁਛ ਵੀ ਮੰਗਦਾ। ਅੱਛਾ ਨਾ ਨਾ ਨਾ, ਪੈਨਸ਼ਨ ਪੁੰਸ਼ਨ ਲਾਈ ਸਰਕਾਰ ਨੇ? ਨਹੀਂ ਨਹੀਂ, ਪੈਨਸ਼ਨ ਮੈਂ ਲਵਾਈ ਨਹੀਂ। ਮੇਰੇ ਕੋਲ ਪੈਸੇ ਬਹੁਤ ਆ, ਅੱਛਾ ਮੇਰੇ ਕੋਲ ਬਹੁਤ ਕੁਛ ਆ ਪਰਮਾਤਮਾ ਨੇ ਦਿੱਤਾ। ਤੇ ਫਿਰ ਕੀ ਆਪਾਂ ਨੂੰ ਹੁਣ ਕੀ ਤੁਸੀਂ ਕੀ ਕਹਿਣਾ ਚਾਹੁੰਦੇ? ਕਿਹੜੀ ਤੁਸੀਂ ਵੈਸੇ ਕਿਹਦੀ ਹੁਣ ਪਹਿਲਾਂ ਕਿਹਨੂੰ ਵੋਟ ਪਾਉਂਦੇ ਰਹੇ ਆ? ਪਹਿਲਾਂ ਮੈਂ ਕਾਲੀਆਂ ਨੂੰ, ਹਾਂ। ਫਿਰ ਆ ਜਿਹੜਾ ਗਰੁੱਪ ਆ ਸਾਰਾ, ਹਾਂ। ਇਹ ਵੀ ਕਾਲੀ ਸੀ। ਹਾਂ। ਇਹਨਾਂ ਨੇ ਵੋਟ ਪਵਾਤੀ, ਮੇਰੀ ਵੀ ਪਾਈ ਇਹਨਾਂ ਨੇ ਕਾਂਗਰਸ ਨੂੰ, ਕਾਂਗਰਸ ਨੂੰ ਪਵਾਤੀ। ਭੱਟੀ ਨੂੰ। ਠੀਕ ਹੈ ਉਸ ਵੇਲੇ ਭੱਟੀ ਵਿੱਚ ਆਇਆ, ਉਹਦੇ ਜਦੋਂ ਵੋਟ ਪਾਈ ਜਾਂਦੇ ਸੀ ਪੋਲਿੰਗ ਸਟੇਸ਼ਨ 'ਚ, ਠੀਕ ਹੈ। ਮੇਰੀ ਵੋਟ ਕੋਈ ਹੋਰ ਫੜ ਕੇ ਪਾਉਂਦਾ ਹੁੰਦਾ। ਜੀ ਹੁਣ ਵੇਖੋ ਇਹ ਫੜਨਗੇ ਵੋਟ ਜਾਂ ਕੋਈ ਹੋਰ ਫੜੂਗਾ, ਪਾਉਣੀ ਤਾਂ ਪੈਣੀ ਹੈ। ਹਾਂ, ਇਹ ਜੇ ਫੜ ਕੇ ਲੈ ਕੇ ਤਾਂ ਝਾੜੂ ਕਰੀ ਜਾਂਦੇ ਆ। ਤੇ ਝਾੜੂ ਨੂੰ ਪਾ ਦਿਆਂਗੇ। ਹਾਂ ਜੇ ਕੋਈ ਕਾਲੀ ਫੜ ਲੈਣਗੇ ਹਾਂ। ਤੇ ਉਧਰ ਪਾ ਦਿਆਂਗੇ। ਠੀਕ ਹੈ। ਪਰ ਇੰਨਾ ਵੀ ਜੇ ਹੁਣ ਝਾੜੂ ਨੂੰ ਪਾ ਦੀਆਂ, ਹਾਂ। ਫਿਰ ਕਾਲੀ ਨੂੰ ਪਾਉਣੀ ਪਊਗੀ 5 ਸਾਲਾਂ ਨੂੰ ਦੁਬਾਰੇ। ਕਿਉਂ ਦੁਬਾਰਾ ਕਿਵੇਂ? ਉਹ ਸਾਨੂੰ ਪਤਾ ਹੀ ਹੈ, ਐਂ ਚੱਲਦਾ ਹੁੰਦਾ ਕੰਮ। ਅੱਛਾ। ਹਾਂ, ਉਹ ਦੱਸੀ ਤਾਂ ਜਾਨਾ, ਹੋਰ ਕਿਵੇਂ ਆਖਾਂ। ਅੱਛਾ ਇੱਕ ਤੁਸੀਂ ਮੈਨੂੰ ਉੱਥੇ ਬੇਅਦਬੀ ਤੇ ਕਹਿੰਦੇ ਸੀ, ਬੇਅਦਬੀ ਤੇ ਕੁਝ ਕਹਿਣਾ? ਨਹੀਂ, ਮੈਨੂੰ ਬੇਅਦਬੀ ਦੇ ਬਾਰੇ ਨਹੀਂ ਪਤਾ, ਅਸੀਂ ਨਹੀਂ ਕਰਿਆ ਕੋਈ ਗੱਲ। ਬੇਅਦਬੀ ਹੋਈ ਹੈ ਜਿਹੜੀ, ਮੈਂ ਨਹੀਂ ਕੋਈ ਵੀ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਦੋਨਾਂ ਸਰਕਾਰਾਂ ਤੋਂ ਹੀ। ਵੀ ਇਹ ਇੱਕ 328 ਸਰੂਪ ਜਿਹੜੇ ਉਹ ਗਾਇਬ ਹੋਏ ਹੈ, ਨਾ ਕੋਈ ਸ਼੍ਰੋਮਣੀ ਕਮੇਟੀ ਕੋਈ ਉਹਦਾ ਹਿਸਾਬ ਕਿਤਾਬ ਦਿੰਦੀ ਹੈ। ਉਹ ਜਥੇਬੰਦੀਆਂ ਜੇ ਕੋਈ ਉੱਥੇ ਲਾਉਂਦੀਆਂ ਵੀ ਹੈ, ਕੋਈ ਧਰਨਾ ਲਾਉਂਦੀਆਂ, ਉਹ ਉੱਥੋਂ ਉਹਨਾਂ ਨੂੰ ਕੁੱਟ ਦਵਾ ਦਿੰਦੇ ਆ। ਜੀ ਜੀ ਠੀਕ ਹੈ, ਠੀਕ ਹੈ। ਵੀ ਉਹ ਇਨਸਾਫ ਮਿਲਣਾ ਚਾਹੀਦਾ। ਕੈਪਟਨ ਨੇ ਕੰਮ ਕੀਤੇ ਤੁਹਾਡੇ ਹਿਸਾਬ ਨਾਲ? ਕੋਈ ਕਿਹੜੇ ਕਹਿੰਦੇ ਸੀ ਘਰ ਨੌਕਰੀ ਕੋਈ ਮਿਲੀ ਕਿਸੇ ਮੁੰਡੇ ਨੂੰ? ਮੇਰੇ ਘਰ 2 ਭਤੀਜੀਆਂ ਨੌਕਰੀ ਤੇ ਲੱਗੀਆਂ ਮਾਸਟਰਨੀਆਂ, ਕੈਪਟਨ ਦੇ ਰਾਜ ਚ? ਆ ਹੁਣ ਦੀ ਗੱਲ ਆਪਾਂ 7 ਮਹੀਨਿਆਂ ਦੇ ਵਿੱਚ। ਠੀਕ ਹੈ। 2 ਭਤੀਜੀਆਂ, ਹਾਂ। ਇਹਨਾਂ ਸਾਰਿਆਂ ਨੂੰ ਪਤਾ ਹੈ ਹਾਂ ਕਿਹੜਾ ਬੰਦੇ ਨੂੰ ਛਿੰਦਰਾ ਪਾਪਣੇ ਦੀ ਕੁੜੀ ਲੱਗੀ ਆ ਕਿ ਨਹੀਂ ਲੱਗੀ, ਲੱਗੀਆਂ ਕਵਾਲ ਦੀ ਕੁੜੀ ਲੱਗੀ ਆ ਕਿ ਨਹੀਂ। 2 ਭਤੀਜੀਆਂ। ਠੀਕ ਹੈ। ਹਾਂ, ਕੈਪਟਨ ਦੇ ਰਾਜ ਚ ਇੱਕ ਵਾਰ ਨਸ਼ਾ ਖਤਮ ਕਰਨ ਨੂੰ ਕਿਹਾ ਸੀ, ਉਹ ਹੋ ਗਿਆ? ਉਹ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਹੋਣਾ। ਇਹਦਾ ਸ਼ਰਾਬ ਜਿਹੜੀ ਹੈ ਹਾਂ ਤੇ ਫੀਮ ਆ, ਇਹ ਬੰਦ ਆ ਬਾਹਲੇ ਸਾਲਾਂ ਦੀ, ਜਿਉਂ ਪਾਕਿਸਤਾਨ ਬਣਿਆ
ਉਦੋਂ ਬਾਅਦ ਚੱਲੀ ਜਾਂਦਾ ਕੰਮ ਇਹ ਤਾਂ ਇੱਕ ਚਿੱਟਾ ਜਿਹੜਾ ਚਿੱਟਾ ਵੀ ਚੱਲੀ ਜਾਂਦਾ ਹੈ ਹੈ ਪੰਜਾਬ 'ਚ ਲੱਗੀਆਂ ਇੱਕ ਤਾਂ ਸੁਨਾਰੀ ਆ ਚਲੋ ਕੋਈ ਸੁਨਾਰੀਆ ਉਹ ਸੁਨਾਰ ਪਿੰਡ ਆ ਇੱਥੇ ਲੱਗੀ ਸੁਨਾਰ ਪਿੰਡ ਆ ਨਾਲ ਹੀ ਆ ਕਿਤੇ ਇੱਕ ਹੈਗੀ ਆ ਉੱਥੇ ਫਰੀਦ ਉਧਰ ਪਰੇ ਹੋਏਗਾ ਠੀਕ ਆ ਚੱਲ ਬਾਬੇ ਤੁਹਾਨੂੰ ਬਕਾਲੇ ਆ ਕੈਪਟਨ ਦੇ ਗਿਆ ਇਧਰ ਆ ਨੌਕਰੀ ਦੇ ਗਿਆ ਹਾਂ ਇੱਕ ਪੈਸਾ ਨਹੀਂ ਲੱਗਿਆ ਪੜ੍ਹਾਈ ਦੇ ਸਿਰ ਤੇ ਲੱਗੀਆਂ ਠੀਕ ਆ ਫਿਰ ਵੋਟ ਤੋਂ ਕਹਿੰਦਾ ਵੇਨਾ ਮਗਰ ਲਾ ਕੇ ਝਾੜੂ ਨੂੰ ਪਾ ਦੂੰ ਜਾਂ ਕਾਲੀਆਂ ਨੂੰ ਪਾ ਦੂੰ ਕਾਂਗਰਸ ਦਾ ਨਾਂ ਨਹੀਂ ਲੈਂਦਾ ਬਾਬਾ ਉਹ ਕਾਂਗਰਸ ਤਾਂ ਯਾਰ ਦੂਜੂ ਹੋ ਗਈ ਹੁਣ ਆਸਵੀਂ ਫੁੱਟ ਗਈ ਫੜ ਫੁੱਟ ਗਈ ਆਪਾਂ ਨੂੰ ਕੰਮ ਦਿੱਤਾ ਚਾ ਪਾ ਦਿਆਂਗੇ ਅਜੇ ਕਿਹੜੇ ਕਹਿੰਦਾ 8 ਤਰੀਕ ਨੂੰ ਵੋਟਾਂ ਦੂਜਾ ਪੈਣੀਆਂ 20 ਤਰੀਕ ਨੂੰ ਉਦੋਂ ਨੂੰ ਮਾਹੌਲ ਖਰਾ ਕਿੱਧਰ ਨੂੰ ਜਾਊਗਾ ਕਿਹੜੇ ਪਾਸੇ ਜਾਣੀ ਹੈ ਗੱਲ ਪਰ ਜਿਆਦਾ ਜਾਊਂ ਤਾਂ ਮੈਂ ਕਾਲੀਆਂ ਵਾਲੇ ਪਾਸੇ ਨੂੰ ਲੈ ਕਿ ਨੌਕਰੀ ਕੈਪਟਨ ਤੋਂ ਲੈ ਕੇ ਤੇ ਵੋਟ ਕਾਲੀਆਂ ਬਾਦਲ ਨਾਲ ਪਹਿਲਾਂ ਤੋਂ ਬਣੀ ਆਈ ਹੈ ਪਤੰਦਰਾ ਸਾਰਿਆਂ ਦੀ ਬਣੀ ਆਈ ਹੈ ਰੁੱਸ ਜਾਂਦੇ ਥੋੜਾ ਜਿਹਾ ਆ ਤਾਂ ਉੱਥੇ ਜਾਣਗੇ ਠੀਕ ਸੀ ਬਾਦਲ ਬਾਦਲ ਠੀਕ ਸੀਗਾ ਸੁਖਬੀਰ ਕਿਵੇਂ ਆ ਆ ਧਰਮਸ਼ਾਲਾ ਬਣੀ ਆ ਬਾਦਲ ਦੀ ਬਣਾਈ ਆ ਸੁਖਬੀਰ ਕਿਵੇਂ ਆ ਸੁਖਵੀਰ ਵੀ ਠੀਕ ਆ ਠੀਕ ਆ ਹਾਂ ਸੁਖਵੀਰ ਦੀ ਮਾਂ ਵੀ ਠੀਕ ਸੀ ਵਿਚਾਰੀ ਕੰਮ ਕੁਮ ਹੋਏ ਤੁਹਾਡੇ ਪਿੰਡ 'ਚ ਸਾਡੇ ਪਿੰਡ ਵੀ ਕੋਈ ਕੰਮ ਨਹੀਂ ਪਰ ਕੋਠੇ ਮੋੜ ਤੇ ਸਾਰੇ ਹੋਰ ਕੁਛ ਨਹੀਂ ਪੱਟੀ ਪੈਸਾ ਹੀ ਖਾ ਗਏ ਸਾਰਾ ਕੁਛ ਨਹੀਂ ਬੜੀ ਤੱਕ ਦਾ ਵਿਕਾਸ ਬਹੁਤ ਕੀਤਾ ਕੀ ਕੀਤਾ ਦੱਸੋ ਖਾ ਗਲੀਆਂ ਇੱਟਾਂ ਪਈਆਂ ਚੁੰਡ ਤੇ ਕੀ ਲਾਈਆਂ ਕੁਛ ਨਹੀਂ ਕੀਤਾ ਕੋਈ ਨਹੀਂ ਕੀਤਾ ਕੈਪਟਨਾਂ ਦੇ ਘਰ ਨੌਕਰੀ ਦਿੱਤੀ ਕਿਸੇ ਨੂੰ ਨੌਕਰੀ ਨਾ ਦਿੱਤੀ ਪੈਸੇ ਖੋਲੇ ਸਾਥੋਂ ਨਾ ਕਰਜ਼ਾ ਮਾਫ ਕੀਤਾ ਜ਼ਮੀਨਦਾਰ ਦਾ ਕੱਖ ਨਹੀਂ ਕੀਤਾ ਉਹਨੇ ਤੇ ਹੋਰ ਉਹ ਕਹਿੰਦਾ ਲੀਕ ਮਾਰਨੀ ਕਰਜੇ ਤੇ ਕਿੱਥੇ ਮਾਰੇ ਸਾਡੇ ਤਾਂ ਮਾਰੇ ਬੰਦੇ ਮਰੀ ਜਾਂਦੇ 14000 ਬੰਦਾ ਮਰ ਗਿਆ ਹਿੰਦੁਸਤਾਨ 'ਚ 14000 ਬੰਦਾ ਮਰ ਗਿਆ ਕਿੱਥੇ ਕੀਤਾ ਕੈਪਟਨ ਨੇ ਇਹ ਤਾਂ ਸਾਲਾ ਭਣੋਈਆ ਦੋਨੇ ਕਾਂਗਰਸ ਤੇ ਕੈਪਟਨ ਖਾਈ ਜਾਂਦੇ ਤੇ ਹੋਰ ਕੀ ਹੈ ਇੱਕ ਕੈਪਟਨ ਦਾ ਨਸ਼ਾ ਖਤਮ ਕਰਤਾ ਹੋ ਗਿਆ ਨਾ ਹੋਇਆ ਤੋਂ ਵੱਧ ਹੋ ਗਿਆ ਬੁੜੀਆਂ ਵੀ ਖਾਣ ਲੱਗ ਗਈਆਂ ਅੱਛਾ ਹਾਂ ਬੁੜੀਆਂ ਦੇ ਪੈਸੇ ਦੇਣੇ ਵਿਚਾਰੇ ਕਮੇਟੀ ਵਾਲੇ ਨੱਤ ਆ ਜਾਂਦੇ ਬੁੜੀਆਂ ਕਿੱਥੋਂ ਦੇਣ ਤੇ ਉਹ ਵੀ ਲੱਗੇ ਸੰਸਦ ਸਿਖਾਣ ਠੀਕ ਹੈ ਨਸ਼ਾ ਵੱਧ ਗਿਆ ਤੇ ਹੋਰ ਕਿਸੇ ਸਰਕਾਰ ਤੋਂ ਨਸ਼ਾ ਨਹੀਂ ਬੰਦ ਹੁੰਦਾ ਯਾਰ ਅੱਛਾ ਹਾਂ ਇਹੀ ਹਾਲਾਤ ਆ ਹੈ ਇਹੀ ਹਾਲਾਤ ਆ ਬਈ ਇਹੀ ਰਹਿਣੇ ਆ ਇਹੀ ਰਹਿਣਗੇ ਇੱਥੇ ਤਾਂ ਠੀਕ ਆ ਤੁਹਾਡੇ ਹਿਸਾਬ ਨਾਲ ਕੀ ਚਾਹੀਦਾ ਫਿਰ ਕੀ ਸਰਕਾਰ ਬਦਲੋ ਪੁੱਠਾ ਕੋਤੌੜ ਮੁੱਦਾ ਕਰੋ ਹਾਂ ਮੋਦੀ ਕਰਨੀ ਆ ਹਾਂ ਮੋਦੀ ਕਰਨੇ ਤੇ ਸਾਰੇ ਮੋਦੀ ਕਰਨੇ ਚਾਰੋਂ ਦੇ ਕਰਨ ਝਾੜੂ ਆਊਗਾ ਇੱਥੇ ਕੁਛ ਨਹੀਂ ਦਿੱਤਾ ਇਹਨਾਂ ਨੂੰ ਵੇਖ ਲਾਂਗੇ 5 ਸਾਲ ਹੁਣ ਜੀ ਹਾਂ ਕੈਪਟਨ ਨੇ ਦਿੱਤੀ ਨੌਕਰੀ ਕੁਛ ਨਹੀਂ ਨੌਕਰੀਆਂ ਦੇ ਵਾਅਦੇ ਕਰ ਲਏ ਨਸ਼ਾ ਵਾਧੂ ਚਿੱਟਾ ਚੱਲ ਪਿਆ ਚਿੱਟੇ ਨਾਲ ਸਾਡੇ ਇੱਥੇ ਨਾ ਨੌਜਵਾਨ ਨਿੱਕੇ ਕੇ ਟੀਕਿਆਂ ਲਾ ਬਾਹਾਂ ਲਹੂ ਨਿਕਲਦਾ ਉਹਨਾਂ ਦੀ ਤੇ ਪ੍ਰਵਾਹ ਨਹੀਂ ਮੰਨਦੇ ਕੋਈ ਨਾ ਕੋਈ ਉਹਨਾਂ ਤੇ ਕੰਟਰੋਲ ਆ ਵਾਧੂ ਚਿੱਟਾ ਚੱਲੀ ਜਾਂਦਾ ਗੋਲੀਆਂ ਚਿੱਟਾ ਸਾਰਾ ਕੁਛ ਹਾਂ ਕੈਪਟਨ ਦਾ ਕਹਿੰਦਾ ਮੈਂ ਲੱਕ ਤੋੜਦਾ ਨਸ਼ੇ ਦਾ ਲੱਕ ਹੁਣ ਦਾ ਵਧਾਤਾ ਕੈਪਟਨ ਤਾਂ ਨੇ ਰਾਜਾਂ ਦੇ ਰਾਜ ਹੁੰਦੇ ਸੀ ਤੇ ਪਰਜਾ ਨੂੰ ਬੁਲਾ ਲੈਂਦੇ ਸੀ ਸਾਰੀ ਨੂੰ ਤੇ ਜਿਹੜਾ ਕੋਈ ਗੁਨਾਹ ਕਰਦਾ ਸੀ ਤੇ ਉਸ ਨੂੰ ਐਸੀ ਸਜ਼ਾ ਦਿੰਦੇ ਕੈਪਟਨ ਤਾਂ ਉਹ ਰਾਜ ਪਾਲਦਾ ਸੀ ਤੇ ਉਹ ਲੋਕ ਹੋ ਗਏ ਯਾਦ ਹੁਣ ਨਹੀਂ ਕਰਦੇ ਹੋ ਕੈਪਟਨ ਦੀ ਪਰਵਾਹ ਨਹੀਂ ਮੰਨਦੇ ਹੁਣ ਹੈ ਕੈਪਟਨ ਤਾਂ ਫਿਰ ਕੈਪਟਨ ਦਾ ਲੱਕ ਤੋੜਤਾ ਉਹਨੇ ਨਸ਼ੇ ਦਾ ਨਹੀਂ ਤੋੜਿਆ ਕੋਈ ਹੋਰ ਕੰਮ ਕੁਮ ਹੋਏ ਤੁਹਾਡੇ ਪਿੰਡ ਦੇ ਕੁਛ ਨਹੀਂ ਹੋਇਆ ਬਸ ਕੇਰਾ ਵੋਟਾਂ ਲੈ ਕੇ 5 ਸਾਲਾਂ ਬਾਅਦ ਹੀ ਆਉਂਦੇ ਸਾਡੇ ਆਇਆ ਹੀ ਨਹੀਂ ਕੋਈ ਮੁੜ ਕੇ ਜੈ ਭੱਟੀ ਤੁਹਾਡਾ ਐਮਐਲਏ ਰਿਹਾ ਨਹੀਂ ਆਇਆ ਕੇਰਾ ਜਿੱਤ ਕੇ ਆ ਗਿਆ ਸੀ ਕੋਈ ਕੰਮ ਨਹੀਂ ਹੋਏ ਸਾਡੇ ਇੱਥੇ ਕੋਈ ਉਹਦਾ ਕਹਿੰਦਾ ਕੰਮ ਬਹੁਤ ਕੀਤੇ ਨਹੀਂ ਆਇਆ ਹੀ ਨਹੀਂ ਇੱਕ ਵਾਰ ਹੀ ਆਇਆ ਸਾਡੇ ਤੇ ਇੱਥੇ ਜਿੱਤ ਕੇ ਦੁਬਾਰੇ ਆਇਆ ਹੀ ਨਹੀਂ ਆਇਆ ਹੀ ਨਹੀਂ ਬਸ ਹੁਣ ਰੁਪਿੰਦਰ ਕੌਰ ਰੂਬੀ ਖੜੇ ਹੋਏ ਐਮਐਲਏ ਕਾਂਗਰਸ ਦੇ ਨਹੀਂ ਕਿਸੇ ਨੂੰ ਨਹੀਂ ਕੁਛ ਕਰਨਾ ਵਾ ਕੇਰਾ ਤਾਂ ਹੁਣ ਝਾੜੂ ਵਾਲੇ ਨੂੰ ਪਾਉਣਗੇ ਸਾਰੇ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਹੀ ਬਣੀਆਂ ਉਹਦੇ ਪਹਿਲੀ ਵੋਟ ਝਾੜੂ ਵਾਲੇ ਨੂੰ ਹੀ ਪਾਉਣੀ ਆ ਬਸ ਸਾਰਿਆਂ ਨੇ ਇਹੀ ਜਵਾਬ ਆ ਬਸ ਇਹ ਜਵਾਬ ਹੈ ਹਾਂ ਭਲਾ ਕੋਈ ਤਾਂ ਨਾ ਆਪਦੇ ਪਾਰਕ ਦੇ ਵਿੱਚ ਜੁੰਡੇ ਖਿਲਾਰ ਕੇ ਬਹਿੰਦਾ ਜਿੱਥੇ ਪਾਰਕ ਬਣਾਏ ਉਹਨੇ ਪੈਸਿਆਂ ਦੇ ਹਾਂ ਉੱਥੇ ਜਾ ਕੇ ਜੁੰਡੇ ਖਿਲਾਰ ਕੇ ਪਿੱਛੇ ਨੂੰ ਬਹਿ ਜਾਂਦੇ ਜੇ ਕੰਮ ਕੀਤੇ ਉਹਨੂੰ ਵੋਟ ਮੰਗਣ ਦੀ ਲੋੜ ਨਹੀਂ ਸੀ ਇੱਥੇ ਵੋਟ ਮੰਗਣ ਦੀ ਲੋੜ ਹਾਂ ਉਹਨੇ ਕੰਮ ਕੀਤਾ ਹੀ ਨਹੀਂ ਕੋਈ ਤੇ ਭੱਜ ਗਿਆ ਇੱਥੋਂ ਤੁਸੀਂ ਝਾੜੂ ਕਹਣੇ ਆ ਝਾੜੂ ਵਾਲਾ ਕਹਿੰਦਾ ਸ਼ਰਾਬ ਪੀਂਦਾ ਯਾਰ ਅਸੀਂ ਵੀ ਪੀਨੇ ਆ ਸ਼ਰਾਬ ਤਾਂ ਸਾਰੇ ਹੀ ਪੀਂਦੇ ਸ਼ਰਾਬ ਤਾਂ ਯਾਰ ਇੱਕ ਬੰਦੇ ਦਾ ਆਮ ਨਸ਼ਾ ਆ ਯਾਰ ਤਕਲੀਫ ਆ ਬੰਦਾ ਰਾਤ ਕੱਟ ਲੈਂਦਾ ਸੌ ਕੇ ਔਰ ਗਧੇ ਪੀਣਗੇ ਬੰਦੇ ਹੀ ਪੀਂਦੇ ਸ਼ਰਾਬ ਯਾਰ ਜਾ ਯਾਰ ਇਹ ਕੀ ਤਰ੍ਹਾਂ ਲਾਇਆ ਉਹਦੇ ਤੇ ਉਹਨਾਂ ਨੇ ਲਾਇਆ ਬਾਜੂਗੀਆਂ ਵਾਲਾ ਬਈ ਲਾਇਆ ਸਾਡੇ ਤੇ ਲਾਉਣਗਾ ਅਸੀਂ ਪੀਨੇ ਆ ਨਾਲ ਹਾਂ ਅਸੀਂ ਤਾਂ ਪੀਵਾਂਗੇ ਤੇ ਉਹ ਵੀ ਪੀਊਗਾ ਸ਼ਰਾਬ ਉੱਥੇ ਹਰਿਆਣੇ 'ਚ 40 ਰੁਪਏ ਪਊਗਾ ਤੇ ਇੱਥੇ ਸਾਡੇ ਤੂੰ ਰੂਪੀ ਨੂੰ ਆਇਆ ਨਹੀਂ ਆਲਾ ਸਰਪੰਚ ਕੋਲੇ ਸੱਦੇ ਖਾ ਸਰਪੰਚ ਵੋਟਾਂ ਪਵਾਏਗਾ ਉਹਨੂੰ ਰੂਪੀ ਨੂੰ ਕਾਂਗਰਸ ਸਰਪੰਚ ਬਣਿਆ ਬੈਠੀ ਝੁੱਗੀ ਹੋਣੀ ਸੱਦੇ ਖਾ ਉਹਨਾਂ ਨੂੰ ਕਿਉਂ ਨਹੀਂ ਸੱਦਾ ਕੀ ਕਰਾਇਆ ਸਰਪੰਚ ਨੇ ਨਾਲੇ ਉਹਨੇ ਕੀ ਕੀਤਾ ਭੱਟੀ ਨੇ ਉਹ ਤਾਂ ਕੰਮ ਬਹੁਤ ਕੀਤੇ ਆ ਕੀਤੇ ਮੇਰੇ ਮੂੰਹ ਤੋਂ ਗਾਲ ਨਿਕਲ ਗਈ ਸੀਗੀ ਹੋਰ ਕੀ ਆ ਬੁੜੇ ਨੇ ਪੇਚਾ ਲੈ ਲਿਆ ਹਾਂ ਹਾਂ ਗਰਮੀ ਚ ਮੁੰਡਿਆਂ ਮੰਡਿਆਂ ਨੌਕਰੀ ਦਿੱਤੀ ਤੁਹਾਡੇ ਨੂੰ ਕੋਈ ਕੱਖ ਨਹੀਂ ਆ ਬੀਏ ਕਰੀ ਫਿਰਦੇ ਹੈਗੇ ਹਾਂ ਕਤੀੜ ਮਾਰਤੀ ਉਹ ਮੈਂ ਤੁਹਾਨੂੰ ਦੱਸਾਂ ਭੱਟੀ ਮੈਂ ਡਰਦਾ ਭਾਵੇਂ ਪਰਚਾ ਹੋ ਜੇ ਭਾਵੇਂ ਤਾਂ ਵੀ ਕੋਈ ਗੱਲ ਨਹੀਂ ਕੋਈ ਨਹੀਂ ਅੱਛਾ ਮੈਨੂੰ ਇੱਕ ਦੱਸਿਓ ਉਹ ਗੱਲ ਵੀ ਜਿਹੜੇ ਕਹਿੰਦੇ ਸੀਗੇ ਨਸ਼ਾ ਖਤਮ ਕਰਨ ਦਾ ਹੋ ਗਿਆ ਪਿੰਡ 'ਚ ਹਾਂ ਕਿੱਥੇ ਹੋ ਗਿਆ ਉਦੋਂ ਵੀ ਜ਼ਿਆਦੇ ਆ ਅੱਛਾ ਹਾਂ ਨੌਜਵਾਨ ਤੇ ਚਿੱਟਾ ਲਾ ਸਾਡੇ ਵਾਧੂ ਵਿਕਦੀਆਂ ਗੋਲੀਆਂ ਹੁਣ ਵੀ ਹਾਂ ਚਿੱਟਾ ਵੀ ਵਿਕਦਾ ਜਿਹੜੇ ਖਾਂਦੇ ਹੈਗੇ ਪਤਾ ਨਹੀਂ ਕਿੱਥੋਂ ਲਿਆਉਂਦੇ ਲਈ ਆਉਂਦੇ ਅਗਲੇ ਤੇ ਫਿਰ ਸਰਕਾਰ ਕਿਹੜੇ ਦਾਅਵੇ ਕਰਦੇ ਕੰਮ ਵਾਲੇ ਕਰਤੇ ਸੀ
ਕੱਖ ਨਹੀਂ ਕੀਤਾ ਕੈਪਟਨ ਤਾਂ ਨਾ ਖਾ ਕੇ ਚੂਰੀ ਤੋਰ ਤੇ ਆਉਂਗਾ ਤੇ ਉੱਥੇ ਮਹਿਲ 'ਚ ਬਹਿ ਜਾਂਦਾ ਸੀ ਪਤਾ ਨਹੀਂ ਕੀ ਕੁਛ ਹੋਈ ਜਾਂਦਾ ਸਾਰੀ ਤਰ੍ਹਾਂ ਬਾਹਰ ਨਿਕਲਿਆ ਹਾਂ ਇਹ ਕੁਛ ਕੀਤਾ ਹਾਂ ਜੇ ਕਿਸੇ ਦੇ ਕਮਰੇ ਆਏ ਆ ਤੇ ਉਹ ਆਦ ਵਿਚਾਲੇ ਪਿਆ ਉਹ ਤਾਂ ਕਹਿੰਦੇ 5-5 ਮਾਰਨ ਦੇ ਪਲਾਟ ਦਿੱਤੇ ਆ ਕਿੱਥੇ ਕੱਟੇ ਪਿਆ ਬੰਦੇ ਖੜੇ ਆ ਪੁੱਛ ਲੈ ਇਹਨਾਂ ਨੂੰ ਕਿੱਥੇ ਕੱਟੇ ਪਿਆ ਨਹੀਂ ਕਿੱਥੇ ਕੱਟੇ ਪਏ ਆ ਦੱਸੇਗਾ ਫਿਰ ਕਿਹਨੂੰ ਮਿਲੇ ਆ ਉਹ ਹਾਂ ਕਿਹਨੂੰ ਮਿਲ ਗਏ ਸਾਡੇ ਪਿੰਡ ਤਾਂ ਇੱਥੇ ਆ ਲੰਮੀ ਏਰੀਏ ਚ ਪਿੰਡ ਪੈਂਦਾ ਜੀ ਉੱਥੇ ਤਾਂ ਮਕਾਨ ਵਾਧੂ ਪੈ ਗਏ 35 ਚੈੱਕ ਆਏ ਪਏ ਆ 1,70,000 ਦੇ ਤੇ ਇੱਥੇ ਸਾਡੇ ਦੀਵਾਨੀ ਨਹੀਂ ਆਈ ਤੇ ਆ ਨਹੀਂ ਮਿਲਿਆ ਪਲਾਟ ਪਲੂਟ ਆ ਬਾਦਲ ਸਾਡੇ ਤਾਂ ਮੈਨੂੰ ਕਿਹੜੇ ਪਲਾਟ ਮਿਲ ਮੇਰਾ ਤੈਨੂੰ ਦੱਸਿਆ ਵਿਕਣ ਵਾਲਾ ਹੋਇਆ ਪਿਆ ਤੈਨੂੰ ਮੈਂ ਕਿ ਵੀ ਦੱਸ ਕੇ ਹਟਿਆ ਸੀ ਹਾਂ ਤੇਰੇ ਤਾਂ ਇਹ ਗੱਲ ਆ ਹਾਂ ਤੇ ਤੈਨੂੰ ਨਹੀਂ ਮਿਲਿਆ ਵਾ ਪਲਾਟ ਪਲੂਟ ਕੇ ਨਹੀਂ ਮਿਲਿਆ ਸਾਨੂੰ ਤਾਂ ਹਾਂ ਬੇਬੇ ਤੈਨੂੰ ਮਿਲਿਆ ਹੋਵੇ ਪਲਾਟ 5 ਮਰਲਿਆਂ ਦਾ ਨਾ ਵੀਰੇ ਨਹੀਂ ਵੀਰੇ ਨਹੀਂ ਮਿਲਿਆ ਫਿਰ ਉਹ ਕਿਹਨੂੰ ਦੇਗੀ ਸਰਕਾਰ ਵੀਰੇ ਮੈਨੂੰ ਤਾਂ ਪਤਾ ਨਹੀਂ ਤੈਨੂੰ ਪਤਾ ਨਹੀਂ ਹੈ ਕਿਹਨੂੰ ਦੇ ਗਿਆ ਕਿਹਨੂੰ ਦੇ ਗਏ ਫਿਰ ਕੀ ਪਤਾ ਜੀ ਕਿਹਨੂੰ ਉਹਨਾਂ ਦੇ ਕੋਲੇ ਹੀ ਆ ਉੱਥੇ ਹੀ ਪਏ ਆ ਹਾਂ ਚੱਕ ਕੇ ਤਾਂ ਆਉਂਦਾ ਨਹੀਂ ਜਿਹੜਾ ਘਰੇ ਲੈ ਗਏ ਉੱਥੇ ਰਹਿਣਾ ਸਾਨੂੰ ਦਿੰਦਾ ਨਹੀਂ ਕੋਈ ਸਹੀ ਗੱਲ ਹੈ ਤੇ ਖੋੜਿਓ ਫਿਰ ਕੀ ਆਇਆ ਤੂੰ ਹੈ ਵੋਟਾਂ ਲੈਣ ਆਉਣਗੇ ਖੋਲਿਆ ਪਿੰਡ ਚ ਸਾਡੇ ਆਏ ਨਹੀਂ ਨਾ ਕਾਂਗਰਸ ਦਾ ਲੀਡਰ ਆਇਆ ਕੋਈ ਖੋਲਿਆ ਉਹ ਤਾਂ ਖੋਲਿਆ ਠੀਕ ਹੈ ਜੀ ਸਰਕਾਰ ਕਿਹੜਾ ਕਹਿ ਰਹੀ ਹੈ ਘਰਾਂ ਚੋਂ ਲਾਸ਼ਾਂ ਉੱਠ ਰਹੀਆਂ ਸਰਕਾਰ ਕਹਿੰਦੀ ਅਸੀਂ ਵਿਕਾਸ ਕਰ ਰਹੇ ਹਾਂ ਵਿਕਾਸ ਹੋਇਆ ਨਸ਼ੇ ਦਾ ਹੋਇਆ ਜੀ ਨਸ਼ੇ ਦਾ ਹੋਇਆ ਹਾਂਜੀ ਕਿਸੇ ਦਾ ਪੁੱਤ ਮਰਿਆ ਕਿਸੇ ਦਾ ਭਰਾ ਮਰਿਆ ਤੇ ਇਸ ਵਿਕਾਸ ਕਿਹੜਾ ਇੰਨਾ ਲੋਕਡਾਊਨ ਰਿਹਾ ਜੀ ਹਾਂਜੀ ਕਿਸੇ ਨੇ ਗੱਲ ਨਹੀਂ ਸੁਣੀ ਅੱਛਾ ਜੀ ਨਸ਼ਾ ਬੰਦ ਹੀ ਨਹੀਂ ਹੋਇਆ ਅਸੀਂ ਕੰਟਰੋਲ ਕਰਾਂਗੇ ਉਹ ਕਰਾਂਗੇ ਕਿਹਨੇ ਕਰਨਾ ਸੀ ਨਸ਼ਾ ਸਗੋਂ ਆਮ ਹੋ ਗਿਆ ਕਿੰਨੀ ਉਮਰ ਸੀ ਬੇਟੇ ਦੀ ਉਮਰ ਸੀ ਜੀ 20 ਸਾਲ ਦੀ 20 ਸਾਲ ਦੀ ਉਮਰ ਸੀ ਕੋਈ ਬੇਟਾ ਇੱਕੋ ਹੀ ਬੇਟਾ ਸੀ ਕੋਈ ਇੱਕੋ ਹੀ ਬੇਟਾ ਸੀ ਹਾਂਜੀ ਘਰ ਬਰਬਾਦ ਹੋ ਗਿਆ ਬਾਲੇ ਜਵਾਨ ਮੁੰਡੇ ਮਰੇ ਸਾਡੇ ਪਿੰਡ 'ਚ ਤਾਂ ਪਿੰਡ ਪੱਟਿਆ ਹਾਂ ਨਸ਼ੇ ਦਾ ਲੱਕ ਨਹੀਂ ਤੋੜਿਆ 4 ਮੁੰਡੇ ਪਏ ਆ ਮਰਨ ਵਾਲੇ ਲੋਕਾਂ ਦਾ ਜਿਹੜਾ ਲੱਕ ਜ਼ਰੂਰ ਤੋੜਿਆ ਹੈ। ਇਹਨਾਂ ਨੇ ਦੋਨਾਂ ਸਰਕਾਰਾਂ ਨੇ ਮਿਲ ਕੇ ਲੋਕਾਂ ਦਾ ਲੱਕ ਜ਼ਰੂਰ ਤੋੜਤਾ ਵੀ ਲੋਕ ਅੱਕ ਗਏ ਇਹਨਾਂ ਤੇ ਕੰਮਾਂ ਤੋਂ ਵੀ ਜਿਵੇਂ ਹੁਣ ਆਹ ਸਾਡਾ ਛੱਪੜ ਦਾ ਪੈਸਾ ਆਇਆ ਸਾਰਾ ਕਿਤੇ ਨਹੀਂ ਲੱਗਿਆ ਜੇ ਕਿਤੇ ਮਿੱਟੀ ਪਾਈ ਹੈ ਬਿਲਕੁਲ ਜਿੱਥੇ ਕੋਈ ਪੈਸਾ ਖਾ ਗਿਆ ਬਸ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਬਾਕੀ ਤਾਂ ਵਿਕਾਸ ਵਾਸਤੇ ਕਹਿੰਦੇ ਖਜ਼ਾਨਾ ਖਾਲੀ ਹੈ ਨਸ਼ਾ ਬੰਦ ਸਾਡੇ ਕਰਨਾ ਇੱਕ ਸੜਕ ਬਣੀ ਆ ਜੀ ਆ ਗੁੱਟ ਗਈ ਅੱਧੇ ਹੋਵੇ ਅੱਧੇ 'ਚ ਖੜੀ ਆ ਅੱਧੇ 'ਚ ਖੜੀ ਤੁਹਾਨੂੰ ਸਟੇਸ਼ਨ ਤੋਂ ਲੱਗਣਾ ਇੱਥੇ ਅੱਧੇ 'ਚ ਖੜੀ ਔਰ ਪਿੰਡ 'ਚ ਕਿਤੇ ਲੱਗੀ ਨਹੀਂ ਲੋਕ ਬਾਕੀ ਸਾਰੇ ਪਿੰਡ ਦੇ ਵਿੱਚ ਨਾ ਤੁਸੀਂ ਗੇੜਾ ਕੱਢ ਕੇ ਵੇਖ ਲਓ ਵੀ ਵਿਕਾਸ ਦੀ ਕਿਤੇ ਤੁਹਾਨੂੰ ਲਹਿਰ ਦੱਸ ਜੇ ਤਾਂ ਫਿਰ ਤੁਹਾਨੂੰ ਅਸੀਂ ਦੁਬਾਰੇ ਵੀ ਦੱਸ ਦਿਆਂਗੇ ਸਭ ਸੜਕਾਂ ਦੇ ਵਿੱਚ ਠੇਡੇ ਵੱਜਦੇ ਆ ਥਾਂ ਥਾਂ ਡਿੱਗਦੇ ਫਿਰਦੇ ਜਵਾਕ ਰਹੀ ਗੱਲ ਆ ਜਿਹੜੀ ਸਾਡੇ ਸਕੂਲਾਂ ਦਾ ਐਡਾ ਬੁਰਾ ਹਾਲ ਕੀਤਾ ਇਹਨਾਂ ਨੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਸਾਰੇ ਜਵਾਕਾਂ ਨੂੰ ਪਾਸ ਕਰੀ ਜਾਂਦੇ ਆ ਤੇ ਜਦੋਂ ਗਾਂ 8ਵੀਂ ਤੋਂ ਗਾਂ ਜਾਂਦੇ ਉਦੋਂ ਪੇਪਰ ਕੋਈ ਆਉਂਦਾ ਨਹੀਂਗਾ ਤੇ ਜਵਾਕ ਸਾਰੇ ਘਰੋਂ ਘਰੀ ਬਹਿ ਜਾਂਦੇ ਆ ਉਹਨਾਂ ਨੂੰ ਕੋਈ ਕੰਮ ਤਾਂ ਇੱਥੇ ਆਉਂਦਾ ਨਹੀਂ ਉਹ ਨਸ਼ੇ ਤੇ ਹੀ ਲੱਗੀ ਜਾਂਦੇ ਵਿਚਾਰੇ ਕਰਨ ਵੀ ਕੀ ਉਹ ਇਹ ਤਾਂ ਕਹਿੰਦੇ ਸਮਾਰਟ ਸਕੂਲ ਬਣਾਤੇ ਸਮਾਰਟ ਸਕੂਲ ਦੇ ਕਮਰੇ ਤਾਂ ਬਣਾਏ ਸਰਪੰਚ ਨੇ ਕੋਈ ਥੋੜੇ ਜਿਹੇ ਸਮਾਰਟ ਨਹੀਂ ਬਣੇ ਜੋ ਬੰਦ ਪਏ ਉਹ ਭਲਾ ਸਮਾਰਟ ਪਏ ਹੋਣ ਤੇ ਭਲਾ ਕੁਛ ਹੀ ਹੋਣ ਜੋ ਬੱਚੇ ਦੇ ਵਿੱਚ ਪੜ੍ਹ ਨਹੀਂ ਜਾਂਦੇਗੇ ਪੰਜ ਨੇ ਜਿੰਨੇ ਕੇ ਪੈਸੇ ਆਏ ਉਹ ਤਾਂ ਲਾਤਾ ਦਾਣਾ ਮੰਡੀ ਦੇ ਵਲਕਣ ਕਰਤਾ ਸਕੂਲ ਦੇ ਕਮਰੇ ਪਾਤੇ ਕੁਝ ਕਮਰੇ ਕੋਰੋਨਾ ਜੀ ਕਾਲੀ ਰੋਕੀ ਜਾਂਦੇ ਪੈਸਾ ਉਹਨੂੰ ਕੰਮ ਨਹੀਂ ਕਰਨ ਦਿੰਦੇ ਸਰਪੰਚ ਜੀ ਸਾਡੇ ਪਿੰਡ ਦਾ ਐਤਕੀ ਬਹੁਤ ਵਧੀਆ ਇਨਸਾਨ ਬਣਿਆ ਤੇ ਕਾਲੀ ਦਾ ਰੋਕ ਲਾ ਦਿੰਦੇ ਪੈਸਾ ਹੁਣ ਤੇ ਕੰਮ ਤਾਂ ਮੰਨ ਲਓ ਜੀ ਜਿੰਨੇ ਕੋ ਹੋਇਆ ਸਾਡਾ ਗ੍ਰਿਡ ਵਿੱਚ ਹੀ ਪਿਆ ਜੀ ਮੰਨ ਲਓ ਬਿਜਲੀ ਦੀ ਸਾਨੂੰ ਬਹੁਤ ਦਿੱਕਤ ਆ ਹਨੇਰੀ ਤਾਂ ਸੰਗਰੂਰ ਕੋਲੇ ਫਿਰਦੀ ਤੇ ਲਾਈਟ ਸਾਡੀ ਪਹਿਲਾਂ ਜਾ ਵੜਦੀ ਹੈ ਜੀ ਹਾਂ ਬਸ ਸਰਪੰਚ ਨੂੰ ਕੋਈ ਕੰਮ ਕਰਨ ਦਿਓ ਤਾਂ ਹੀ ਹੋਊ ਨਾ ਜੀ ਅਕਾਲੀ ਲੱਤਾਂ ਵੱਢੀ ਜਾਂਦੇ ਜੀ ਥੱਲੇ ਮੰਨ ਲਓ ਜੇ ਕੋਈ ਕੰਮ ਤਾਂ ਸਰਕਾਰ ਪੱਧਰ ਦੇ ਕੰਮ ਨਹੀਂ ਹੋਏ ਸਰਪੰਚ ਤਾਂ ਇੱਕ ਅਲੱਗ ਵਿਸ਼ਾ ਸਰਪੰਚ ਬਹੁਤ ਲੈਗਾ ਜੀ ਉਹ ਉੱਤੇ ਰੋਕ ਲਾ ਦਿੰਦੇ ਨਾ ਹੁਣ ਕੋਠੇ 1500 ਹੋਏ ਆ ਉਹਨਾਂ ਦੇ ਵੀ ਰੋਕ ਲਾਈ ਖੜੇ ਆ ਗਰੀਬਾਂ ਦੇ ਕੀ ਲੱਗਦਾ ਜੀ ਹੋਇਆ ਵਿਕਾਸ ਕੂਸ ਕੋਈ ਜਿਹੜੀ ਸਰਕਾਰ ਕਹਿੰਦੀ ਸੀ ਦਾਅਵੇ ਕਰ ਰਹੀ ਹੈ ਕੋਈ ਵਿਕਾਸ ਨਹੀਂ ਹੋਇਆ ਜੀ ਹੈ ਕੋਈ ਵਿਕਾਸ ਨਹੀਂ ਹੋਇਆ ਕੋਈ ਵਿਕਾਸ ਨਹੀਂ ਹੋਇਆ ਨਾ ਕੀ ਲੱਗਦਾ ਹੈ ਜੇ ਪਿਛਲੇ 75 ਸਾਲ ਹੋ ਗਏ ਲਗਾਤਾਰ ਲੋਕ ਕਹਿ ਰਹੇ ਆ ਇੱਕ ਤਾਂ ਗਲੀਆਂ ਨਾਲੀਆਂ ਹੀ ਉੱਥੇ ਤੁਰੀਆਂ ਫਿਰਦੀਆਂ ਕਰੀ ਜਾਂਦੇ ਜੀ ਰਾਜ ਕਦੇ ਕਾਲੀ ਆ ਗਏ ਕਦੇ ਦੂਜੇ ਆ ਗਏ ਕੋਈ ਨਹੀਂ ਵਿਕਾਸ ਕੁਝ ਕੋਈ ਨਹੀਂ ਕਰਦਾ ਇੱਕ ਬਜ਼ੁਰਗ ਇਹ ਕਹਿੰਦੇ ਆ ਪੰਜਾਬ ਬਚਾਉਣਾ ਜਿਹੜਾ ਹੁਣ ਕਹਿੰਦੇ ਆ ਸਾਰੇ ਇਸ ਵਕਤ ਪੰਜਾਬ ਦਰਦੀ ਹੈ ਸਾਰੇ ਪੰਜਾਬ ਬਚਾਉਣਾ ਹੈ ਇਹ ਤਾਂ ਸਾਰੇ ਆਦੇ ਪੰਜਾਬ ਨੂੰ ਮਰ ਗਏ ਸਾਡੇ ਤਾਂ 25 75 ਸਾਡੇ ਪਿੰਡ ਦੇ ਵਿੱਚ ਹੀ ਚੱਲੀ ਜਾਂਦਾ 5 ਸਾਲ ਸਰਪੰਚ ਕਾਲੀਆਂ ਦੇ 5 ਕਾਂਗਰਸ ਦਾ ਸਾਡੇ ਪਿੰਡ ਦੇ ਲੀਡਰ ਹੀ ਸਾਨੂੰ ਛਲੀ ਖੜੇ ਤੇ ਬਾਹਰ ਦੇ ਚੱਲਣਾ ਹੀ ਆ ਹੋਰ ਕੀ ਕਰਗੇ ਅਸੀਂ ਤਾਂ ਜਮਾ ਵੋਟ ਨਹੀਂ ਪਾਉਂਦੇ ਭਾਵੇਂ ਘਰੇ ਜਾਵਣ ਛਿੱਤਰ ਮਾਰਾਂਗੇ ਦੋਹਾਂ ਪਾਰਟੀਆਂ ਦੇ ਕੋਈ ਆ ਜੇ ਲੀਡਰ ਕਿਉਂ ਇੰਨੀ ਕੀ ਗੱਲ ਹੈ ਤੇ ਗੱਲ ਇਹ ਦੇਸੀ ਦਿਖੀ ਜਾਂਦੀ ਹੈ ਸਾਨੂੰ 25 75 ਉੱਤੋਂ ਖੇਡੀ ਜਾਂਦੇ 25 75 ਸਾਡੇ ਪਿੰਡ ਦੇ ਲੀਡਰ ਖੇਡੀ ਜਾਂਦੇ ਵਿਕਾਸ ਵੇਖ ਲਓ ਕਿਹੜਾ ਕਰਿਆ ਆਹ ਖਾ ਕੇ 6-7 ਕਰੋੜ ਤਾਂ ਸਾਡੇ ਨੋਟੇ ਕੀ ਚਰਨਜੀਤ ਕੀ ਹੋਰ ਦੱਸੋ ਇੱਧਰ ਗਲੀ 'ਚ ਜਾ ਵੜੋ ਉਧਰ ਗਲੀ 'ਚ ਜਿੱਧਰ ਮਰਜ਼ੀ ਜਾ ਵੜੋ ਅਸੀਂ ਤਾਂ ਜਮਾ ਨਹੀਂ ਵੋਟ ਪਾਉਂਦੇ ਜਿਹੜਾ ਕੈਪਟਨ ਸਾਹਿਬ ਕਹਿੰਦੇ ਘਰ ਘਰ ਨੌਕਰੀ ਮਿਲੇਗੀ ਕੋਈ ਨੌਕਰੀ ਨਹੀਂ ਉਹਨਾਂ ਤਾਂ ਮੌਤਾਂ ਕਰਾਈਆਂ ਸਾਡੀਆਂ ਜਵਾਨ ਪੁੱਤ ਮਾਰੇ ਆ ਕਾਹਦੀਆਂ ਹਜੇ ਵੀ ਚਿੱਟਾ ਵਿਕਦਾ ਚਲੋ ਰਾਤ ਨੂੰ ਮੇਰੇ ਘਰੇ ਪਾਓ ਰਾਤ ਨੂੰ ਆਊ ਮੋਟਰਸਾਈਕਲਾਂ ਤੇ ਕਾਰਾਂ ਤੇ ਚਲੋ
ਮੈਂ ਵਿਖਾਉਣਾ। ਤੁਸੀਂ ਆਨੇ ਵੀ ਐਂ ਕਰੀ ਜਾਂਦੇ ਆਪਾਂ ਨਾ ਕਰੀ ਜਾਂਦੇ, ਕੋਈ ਕੁਛ ਨੀ, ਕਿਸੇ ਦਾ ਨਹੀਂ। ਆਪਦਾ ਢਿੱਡ ਹੈ ਮੇਰਾ, ਆਪਦਾ ਢਿੱਡ ਬਲੂਦੇ ਆ। ਜੇ ਮੰਨ ਲਓ ਜੀ ਕੋਈ ਫੜ ਲੈਂਦੇ ਆ ਤਾਂ ਮੰਨ ਲਓ ਨਹਿਰਾਂ ਨਹੀਂ ਟੱਪਣ ਦਿੰਦੇ ਪਹਿਲਾਂ ਛੁੱਟ ਕਿ ਮੇਰਾ ਬੰਦਾ, ਉਹ ਆਂਦਾ ਮੇਰਾ ਬੰਦਾ। ਮੇਰਾ ਹਾਂ, ਸਾਡੇ ਪਿੰਡ ਦੇ ਲੀਡਰ ਹੀ ਕਰੀ ਜਾਂਦੇ ਆ ਜਦੋਂ, ਤੇ ਵੱਡੇ ਦਾ ਸਾਨੂੰ ਪਤਾ ਹੀ ਹੈ ਜਿਹੜਾ ਕੋਈ ਕਰੀ ਜਾਂਦੇ। ਆਹੀ ਹਾਲ ਹੋਈ ਜਾਂਦਾ ਸਾਡੇ ਨਾਲ। ਪੁਲਿਸ ਦਾ ਕੋਈ ਕੰਟਰੋਲ ਨਹੀਂ। ਕੋਈ ਕੰਟਰੋਲ ਨਹੀਂ। ਪੁਲਿਸ ਵਾਲੇ ਕੀ ਕਰਨਗੇ ਵਿਚਾਰੇ? ਤੂੰ ਹੁਣ ਕੀ ਕਰੇਗਾ? ਉੱਥੇ ਜਾਂਦੇ ਵਿਚਾਰਾ ਨੇ ਮੇਰਾ ਬੰਦਾ। ਹੈਲੋ, ਰਾਤ ਨੂੰ ਮੇਰੇ ਘਰੇ ਬੈਠੋ, ਤੁਹਾਨੂੰ ਵਿਖਾ ਦੂੰਗਾ ਵੀ ਆ ਜਾਂਦੀਆਂ ਗੱਡੀਆਂ, ਆ ਖੜ ਗਈਆਂ, ਸਾਰਾ ਕੁਝ ਵਿਖਾ ਦੂੰਗਾ, ਨਰੋਲ ਕਰ ਦੂੰਗਾ ਅੱਗੇ। ਇਹਦੀ ਕੀ ਗੱਲ? ਅਸੀਂ ਕਈ ਪਿੰਡਾਂ ਦੇ ਵਿੱਚ ਜਾ ਆਏ ਆ, ਸਾਰੇ ਜਗ੍ਹਾ ਇੱਕ ਗੱਲ ਹੈ ਕਿ ਉਹ ਹਰ ਪਿੰਡ 'ਚ ਆ ਤੁਹਾਡੇ ਵਾਲਾ ਸਵਾਲ ਹੈ, ਫਿਰ ਇਹ ਨਸ਼ਾ ਖਤਮ ਕਰਨ ਵਾਲਾ ਸਰਕਾਰ ਨੇ ਕੋਈ ਕਦਮ ਕਰਨ ਵਾਲਾ ਬਾਈ ਜੀ ਪਿੰਡ ਦਾ ਲੀਡਰ ਕਰ ਦਿੰਦੇ ਆ। ਉਤਲੇ ਦਾ ਜਦੋਂ ਆਉਂਦੇ ਆ, ਉੱਤੋਂ ਪਾਬੰਦੀ ਲੱਗ ਗਈ ਤੇ ਪਿੰਡ ਦੇ ਲੀਡਰ ਤਾਂ ਸਾਡੇ ਬਕਾਉਂਦੇ ਆ। ਹੋਰ ਦੱਸੋ, ਜਦੋਂ ਮੇਰੇ ਘਰੇ ਆ, ਜੀ ਮੈਂ ਲੀਡਰ ਹਾਂ ਤੇ ਮੇਰੇ ਘਰੇ ਵਿਕਦਾ ਤੇ ਮੈਂ ਵਿਕਾਉਣਾ, ਫਿਰ ਇਹਦੇ 'ਚ ਕੀ ਸ਼ੱਕ ਹੈ? ਕੋਈ ਸ਼ੱਕ ਤਾਂ ਦੱਸੋ। ਸੁਖਬੀਰ ਬਾਦਲ ਵੀ ਬੋਰਡ ਲਾ ਰਹੇ ਆ ਕਿ ਜੋ ਕੀਤਾ, ਜੋ ਕਿਹਾ ਉਹ ਕੀਤਾ। ਮੇਰਾ ਸਾਲਾ ਇੱਥੇ ਆਵੇ ਤਾਂ ਸਹੀ। ਹਾਂ, ਹੁਣ ਪੁੱਛ ਤਾਂ ਲੱਗਿਆ ਵੀ ਤੂੰ ਕੀ ਕਰਿਆ। ਹਾਂ, ਪੁੱਛ ਲਾਂਗੇ ਅਸੀਂ। ਵਿਕਾਸ ਦੇ ਬੋਰਡ ਲਾ ਰਹੇ ਆ ਨਾ ਕਲਾਈ ਜਾਵੇ ਵਿਕਾਸ ਦੇ, ਐਂ ਤਾਂ ਵਿਕਾਸ ਦੇ ਪਿੰਡ 'ਚ ਲੱਗੇ ਪਏ, ਆਵੇ ਤਾਂ ਸਹੀ, ਸਾਡੇ ਮੱਥੇ ਤਾਂ ਲੱਗੇ। ਸਾਡੇ ਮੱਥੇ ਨਹੀਂ ਲੱਗਦਾ ਕੋਈ। ਤੁਹਾਡੇ ਇੱਥੇ ਪੱਟੀ ਸੀਗੇ ਡਿਪਟੀ ਸਪੀਕਰ, ਪੱਟੀ ਜਾ ਕੇ ਇੱਥੇ ਪੁਲਿਸ ਵਾਲਿਆਂ ਨੂੰ ਕਹਿ ਕੇ ਮੇਰੇ ਵਰਗੇ ਨੂੰ ਤੁਰੇ ਜਾਂਦੇ ਨੂੰ ਆਂਦੇ ਠਹਿਰੋ, ਚਲਾਨ ਕੱਢ ਦੇ ਕੇ 200 ਪੱਟੀ ਦਾ 100 ਸਾਡਾ 200 ਗਾਂ ਜਾਂਦਾ। ਦੱਸੋ ਇਹਨਾਂ ਦਾ ਰਾਜ ਕੀ ਹੈ? ਉੱਥੇ ਦਫ਼ਤਰ ਖੋਲਿਆ, ਚਲੋ ਵਿਖਾ ਦਿੰਦੇ ਮਲੋਟ ਆਪਦਾ ਪਾਰਕ 'ਚ। 100 ਵੀ 100 50 ਉਹ ਤਾਂ ਲੀੜੇ ਲਾਉਣ ਨੂੰ ਫਿਰਦਾ ਸੀ ਇੱਥੇ। ਲੀੜੇ ਵੀ ਲਾ ਲਿਆ ਲੋਕਾਂ ਦੇ। ਮੰਨ ਲਾ ਜਾਂਦਾ ਮੇਰੇ ਵਰਗਾ ਮੰਡੀ ਸੀਗਾ, ਕੋਈ ਚੀਜ਼ ਵਿਗੜ ਜਾਂਦੀ ਆ, ਭੱਜ ਕੇ ਜਾਂਦਾ ਸੀ ਤੇ ਉੱਥੇ ਹੱਥ ਕਰ ਲੈਂਦੇ। ਹਾਂ, ਉਹ ਕਾਗਜ਼ ਵਿਖਾ, ਜੱਟਾਂ ਦੇ ਕਾਗਜ਼ ਕਿਹੜੇ ਆ? ਖੇਤੋਂ ਵੀ ਤੁਰ ਜਾਣਾ ਤੇ ਕੱਢ 500 ਕਾਹਦਾ ਕੱਢ ਗਏ? ਅੱਗੇ ਉਹ ਬੈਠਾ ਭੱਟੀ ਸਾਹਿਬ ਮੁੰਡਾ ਬੈਠਾ, ਮੈਂ ਆਪ ਖੁਦ ਵੇਖਿਆ ਆਪਦੀ ਅੱਖੀ। ਮੈਂ ਕਿਸੇ ਨੂੰ ਕੀ ਆਖਾਂ? ਕਿਸੇ ਨੂੰ ਵੀ ਮੈਂ ਕਿਹਾ ਮੈਂ ਵਿਖਾ ਮੈਨੂੰ ਹੌਲਦਾਰ ਨੂੰ। ਮੈਂ ਕਿਹਾ ਕਿਤੇ ਆਦਾ ਉਹ ਬੈਠਾ ਮੁੰਡਾ, ਚੱਲ ਦਫ਼ਤਰੋਂ ਕਹਿ ਕੇ ਤੇ 3 ਬੈਠਿਆ ਹੱਥ ਨੂੰ, ਆਦਾ 2 ਗੱਟੇ ਵੀ ਭਰ ਦਈਏ, 3 ਵੀ ਭਰ ਦਈਏ। ਆਹ ਤਾਂ ਹਾਲ ਆ ਭੱਟੀ ਸਾਹਿਬ ਦਾ। ਸਾਡੇ ਪਿੰਡ ਨੂੰ ਮੰਨ ਗਿਆ ਕੱਲਾ, ਉੱਥੇ ਸਹੁੰ ਪਵਾ ਗਿਆ ਸਾਰੇ। ਪਵਾ ਗਿਆ ਥੇੜੀ ਸਾਹਿਬ ਜੀ, ਥੇੜੀ ਸਾਹਿਬ ਗੁਰੂ ਘਰੇ ਪਿਛਲੇ ਜਿਹੜੇ ਵੋਟਾਂ ਨਹੀਂ ਹੋਈਆਂ ਸੀ, ਇੱਥੋਂ ਸਾਰੇ ਨਗਰ ਇਕੱਠਾ ਹੋ ਕੇ ਗਿਆ ਉੱਥੇ, ਉਹਦੀ ਸਹੁੰ ਪਵਾ ਲਈ ਵੀ ਵੋਟਾਂ ਮੈਨੂੰ ਪਾਇਓ। ਗੁਰੂ ਘਰ ਸਾਰੇ ਗਏ ਸੀ, ਫਿਰ ਪਾਈਆਂ ਜੀ ਪਾ ਕੇ। ਮੇਰੀ ਸਹੁੰ ਤੇ ਤੇਰੀ ਸਹੁੰ ਕਿ ਵੋਟਾਂ ਪਾਓ, ਵੋਟਾਂ ਪਾਤੀਆਂ ਤੇ ਉਹਨੇ ਨੰਦੂ ਕੱਢਤਾ ਸਾਡਾ। ਮੁੜ ਕੇ ਇੱਥੇ ਆਇਆ ਨਹੀਂ। ਅਸੀਂ ਜਥੇਬੰਦੀ ਨੇ ਦਵਲ ਕੇ ਮਲੋਟ ਤੱਕ ਅਸੀਂ ਛੱਡ ਕੇ ਆਏ, ਜਥੇਬੰਦੀ 'ਚ ਵੀ ਕੰਮ ਕਰਦੇ ਹਾਂ ਅਸੀਂ। ਮਲੋਟ ਵਾੜ ਕੇ ਉਸ ਤੋਂ ਬਾਅਦ ਕਦੇ ਨਹੀਂ ਆਇਆ ਜੀ ਪਿੰਡ 'ਚ। ਹੁਣ ਰੁਪਿੰਦਰ ਕੌਰ ਰੂਬੀ ਇੱਥੇ ਭੇਜੀ ਆ ਕਾਂਗਰਸ, ਉਹਨੂੰ ਜਿਤਾਇਆ ਸੀ ਬਠਿੰਡੇ 'ਚ। ਅਸੀਂ ਜੋੜੇ, ਮੈਂ 1700 ਦੇ ਲਈ ਸੀ ਜੁੱਤੀ। ਇਹ ਨਾਲ ਹੁੰਦੇ ਸੀਗਾ, ਇੱਕ ਮੁੰਡਾ ਤੇ ਖਾਲਸਾ ਖੜਾ, ਇੱਕ ਬਲਜਿੰਦਰ ਕੌਰ ਨੂੰ ਧੱਕੇ ਖਾਂਦੇ ਫਿਰੇ, ਲੈ ਕੇ ਪੈਸੇ ਕਾਂਗਰਸ ਤਾਂ ਇੱਧਰ ਭੱਜ ਗਈ। ਇਹਨਾਂ ਦੇ ਕੋਈ ਮਾਈ ਬਾਪ ਹੀ ਹੈ ਨਹੀਂ ਇਹਨਾਂ ਦਾ। ਸਵਾਲ ਪੁੱਛੋਗੇ ਵੀ ਪਾਰਟੀ ਬਦਲਣ ਲੱਗੇ ਤੁਸੀਂ? ਆਲੇ ਸੀ, ਅੱਜ ਆਇਆ ਸੀ ਮੁੰਡਾ ਮੇਰਾ ਮਸੇਰ ਆ ਕੇ, ਇਹ ਤਾਂ ਰੂਬੀ ਨੂੰ ਵੋਟਾਂ ਪਾਉਣੀਆਂ। ਮੈਂ ਮੇਰੇ ਮੱਥੇ ਤਾਂ ਲਾ ਉਹਨੂੰ, ਰੂਬੀ ਨੂੰ। ਹੁਣ ਮੈਂ ਪੁੱਛਾਂ ਵੀ ਉਹੀ ਆ ਜਿਹੜਾ ਤੈਨੂੰ ਬਠਿੰਡੇ ਦੇ ਵਿੱਚ ਗਾਹ ਵਾਲੀ ਗਲੀ ਅਸੀਂ ਤੇ ਲੈ ਕੇ ਵੜ ਗਈ ਆ ਕਿ ਕਾਂਗਰਸ 'ਚ ਵੜ ਗਈ। ਹੁਣ ਤਾਂ ਪੈਸੇ ਲੈ ਲਿੱਤੇ ਅਸੀਂ। ਭੱਟੀ ਦੀ ਸਾਡੇ ਪਿੰਡ 'ਚੋਂ ਜੀ 500 ਵੋਟ ਵਧੀ ਸੀ ਪਿਛਲੇ ਕਿਹੜੇ, ਤੇ ਮੈਨੂੰ ਲੱਗਦਾ 500 ਕੋਈ ਕੰਮ ਵੀ ਨਹੀਂ ਕੀਤਾ ਉਹਨੂੰ। ਕਹਿਣ ਦਾ ਮਤਲਬ ਨਾ ਦੋਹਾਂ ਪਾਰਟੀਆਂ ਨੂੰ ਨਾ ਪਾਉਣੀ ਨਹੀਂ ਵੋਟ, ਪਾੜਨੀ ਮਨਜ਼ੂਰ ਹੈ। ਜੇ ਪਾਰਟੀ ਨਾ ਆਉਂਦੀ ਤੇ ਪਾੜ ਕੇ ਛੱਡਦੇ, ਪਰ ਵੋਟ ਨਹੀਂ ਪਾਉਣੀ ਅਸੀਂ। ਬਸ ਗੱਲ ਮੁੱਕੀ। ਨਾ ਪਿੰਡ ਦੇ ਲੀਡਰਾਂ ਮਗਰ ਪਾਈਏ, ਇਹਨਾਂ ਮਾਣ ਰੱਖ ਗਿਆ ਬਸ ਰੱਖੇ ਖੜਾ ਵੀ ਸੱਤ। ਉਹੀ 25-75 ਸਾਡੇ ਪਿੰਡ ਦੇ ਲੀਡਰ ਖੇਡੀ ਜਾਂਦੇ, 25-75 ਉਤਲੇ ਲੀਡਰ ਖੇਡੀ ਜਾਂਦੇ ਤੇ ਵਿਚਾਲੜੇ ਪਤਾ ਨਹੀਂ ਕਿਹੜੀ ਗੇਮ ਖੇਡੀ ਜਾਂਦੇ ਆ। ਕਿ 5 ਸਾਲ ਹੈ ਕਿ ਫਲਾਨਾ ਤੇਰੀ ਆ ਜਹੇਦਾਰਾ, 5 ਸਾਲ ਹੈ ਕਿ ਚੇਅਰਮੈਨ ਤੇਰੀ ਆ, ਸਰਪੰਚੀ ਬਸ ਪੱਕੇ ਆ। ਲੋਕ ਉੱਥੇ ਦੇ ਉੱਥੇ ਚਿੱਟੀਆਂ ਭੇਡਾਂ ਤੇ ਲੀਲੀਆਂ ਕਰ ਲੀਆਂ ਜੀ। ਦੂਰ ਦੀਆਂ ਗੱਲਾਂ ਦਾ ਕੀ ਐਂਦਕੀ ਰੇਹ ਨਹੀਂ ਮਿਲੀ ਲੋਕਾਂ ਨੂੰ। ਹੋਰ ਤਾਂ ਤੁਸੀਂ ਛੱਡੋ ਪਰੇ, ਕੰਮ ਦਾ ਸਾਡੀ ਸੈਟੀ ਆ। ਇੱਥੇ ਰੇਹ ਦਾ ਗੱਟਾ ਨਹੀਂ ਮਿਲਿਆ ਕਿਸੇ ਨੂੰ। ਜਥੇਬੰਦੀ ਨੇ ਆਇਆ 2-2 ਗੱਟੇ ਦਵਾਏ, ਸ਼ਹਿਰਾਂ 'ਚ ਵੀ ਅਸੀਂ ਦਵਾਉਂਦੇ ਫਿਰਦੇ ਹਾਂ। ਰੇਹ ਨਹੀਂ ਮਿਲੀ, ਪੈਸਿਆਂ ਨਾਲ ਨਹੀਂ ਚੀਜ਼ ਮਿਲੀ। ਮੰਨ ਲਓ ਇਦੋਂ ਉੱਥੇ ਕੀ ਹੈ ਜੀ? ਗੱਲ ਤਾਂ ਕਹਿਣ ਦਾ ਮਤਲਬ ਹੈ ਕਿਹੜੀਆਂ ਸਰਕਾਰਾਂ ਜੀ, ਨਾਂ ਦੀਆਂ ਸਰਕਾਰਾਂ ਇਹ ਕੋਈ ਕੰਮ ਕੁਮ ਨਹੀਂ ਕਰਦੀਆਂ। ਲੈ ਕੇ ਪੈਸੇ ਸਾਰੇ ਖਾ ਗਏ। ਭਗਵੰਤ ਮਾਨ ਪਹਿਲਾਂ ਲੋਕਾਂ ਤੇ ਤਵਾ ਲਾਉਂਦਾ ਹੁੰਦਾ ਸੀਗਾ ਤੇ ਉਹ ਲੀਡਰਾਂ ਤੇ ਹੁਣ ਉਹ ਆਪ ਮੁੱਖ ਮੰਤਰੀ ਬਣ ਕੇ ਨਾ ਕੰਮ ਕਰੂਗਾ ਤਾਂ ਫਿਰ ਅਸੀਂ ਲਾਵਾਂਗੇ ਤਵਾ ਉਹਦੇ ਤੇ। ਹੈ ਉਹ ਜਿਵੇਂ ਲੋਕਾਂ ਨੂੰ ਉਹ ਕਰਦਾ ਹੁੰਦਾ ਸੀ। ਅਸੀਂ ਬਦਲਾਅ ਚਾਹੁੰਦੇ ਆ, ਵਧੀਆ ਜ਼ਿੰਦਗੀ ਸਾਡੀ ਬਣੇ, ਬੱਚੇ ਬਚ ਜਾਣ ਸਾਡੇ। ਤੇ ਸਾਡੇ ਬੱਚੇ ਪੜ੍ਹ ਕੇ ਬਾਹਰ ਤੁਰੇ ਜਾਂਦੇ, ਜ਼ਮੀਨ ਵੇਚਦਾ ਕੋਈ ਕਿੱਲਾ ਅੱਧਾ ਕਿੱਲਾ 20-25 ਲੱਖ ਰੁਪਏ ਲਾ ਕੇ ਬਾਹਰ ਭੇਜ ਦਿੰਦੇ। ਤੁਸੀਂ ਬਾਪੂ ਇਹ ਕਹਿੰਦੇ ਐਮਐਲਏ ਦੀ ਕੀ ਗੱਲ ਕਹਿ ਰਹੇ ਸੀ ਉਸ? ਨਹੀਂ, ਐਮਐਲਏ ਨੂੰ ਜੀ ਅਸੀਂ ਚੰਦਾ ਦੇ ਕੇ ਜਿਤਾਇਆ ਸੀ। ਇੱਥੇ ਉਹਨੇ ਇੱਕ ਸਾਨਾ ਦੀਵਾਨੀ ਦਾ ਕੰਮ ਨਹੀਂ, ਸਾਨੂੰ ਲੋਕਟ ਵੀ ਨਹੀਂ ਦਿੱਤੀ। ਕਿ ਮੈਂ ਸੀ ਸਰਪੰਚ ਉੱਥੇ ਦਾ ਦਿੱਤਾ ਉਹਨੇ, ਸਾਡੇ ਪਿੰਡ ਨੂੰ ਇੱਕ ਦੀਵਾਨੀ ਦਾ ਕੰਮ ਨਹੀਂ ਦਿੱਤਾ। ਵੋਟ ਵੀ 500 ਵਧਾਈ, ਪੈਸੇ ਦੇ ਕੇ ਕੰਮ ਕਰਦਾ ਸੀ। ਜਿਹੜਾ ਪੈਸਾ ਦੇ ਗਿਆ, ਤੂੰ ਪੱਕਾ ਖਾਲਾ ਕਰਾਉਣਾ 60,000 ਦੇ, ਤੇਰਾ ਪੱਕਾ ਕਰਾ ਦਿੰਦਾ ਸੀ।
ਜਿਹਦੇ ਲੱਖ ਦੇ ਤਾਂ ਉਹ ਪਹਿਲਾਂ ਹੋ ਜਾਂਦਾ, ਜਿਹੜਾ ਵੱਧ ਤੋਂ ਵੱਧ ਹੁੰਦਾ ਉਹਦੀ ਪਹਿਲਾਂ ਪਹਿਲ ਹੁੰਦੀ ਸੀ। ਤੇ ਦੀਵਾਨੀ ਦਾ ਕੰਮ ਨਹੀਂ ਕਰਕੇ ਗਿਆ ਜੀ 5 ਸਾਲਾਂ 'ਚ। ਇੱਕ ਗ੍ਰਾਂਟ ਵੀ ਨਹੀਂ ਸਾਨੂੰ ਦਿੱਤੀ। ਉਹਨਾਂ ਨੇ ਸਾਨੂੰ ਥੇੜੀ ਗੁਰਦੁਆਰਾ ਸਾਹਿਬ ਇਕੱਠੇ ਕਰ ਲਿਆ ਸੀ ਵੀ ਤੁਸੀਂ ਸਾਨੂੰ ਵੋਟਾਂ ਪਾਓ, ਸਹੁੰ ਖਾ ਵੀ ਗੁਰੂ ਗ੍ਰੰਥ ਸਾਹਿਬ ਦੇ। ਜੀ ਜੇ ਮੈਂ ਨਾ ਕੰਮ ਕਰਾਂ ਤਾਂ ਮੈਂ ਸਹੁੰ ਖਾਨਾ ਜੀ। ਉਹਨੇ ਵੀ ਸਹੁੰ ਖਾਧੀ ਸੀ, ਅਸੀਂ ਵੀ ਸਹੁੰ ਖਾਧੀ ਸੀ। ਅਸੀਂ ਵੋਟਾਂ ਪਾਤੀਆਂ ਪਰ ਉਹਨੇ ਸਾਡੇ ਮੁੜ ਕੇ ਸਾਨੂੰ ਸਹੁੰ ਤੇ ਪੂਰੇ ਉਤਰੇ। ਹਾਂ, ਸਾਨੂੰ ਮੂੰਹ ਨਹੀਂ ਉਗਾਇਆ ਉਹਨੇ ਮੁੜ ਕੇ। ਉਹ ਮੁੰਡਾ ਇੱਥੇ ਛੱਡਿਆ, ਉਹ ਪੈਸੇ ਇਕੱਠੇ ਕਰੀ ਜਾਂਦਾ। ਜੇ ਉਹ ਮੇਰੇ ਖਿਆਲ ਤਾਂ ਸਿਪਾਹੀ ਵੀ ਨਹੀਂ ਹੁਣ 50 ਰੁਪਏ ਲੈਂਦਾ, ਚੌਕੀਦਾਰ ਮੁਕਾਬਲੇ ਚ ਆਪ ਆਉਂਦਾ ਨਾ ਜੀ ਕਿਤੇ ਗੱਲ ਤਾਂ ਮੇਨ ਤਾਂ ਅਸੀਂ ਫੇਰ ਦੱਸਣੇ ਮੁਕਾਬਲੇ ਚ ਆਪ ਆਉਂਦਾ, ਆਪ ਜਾ ਕੇ ਭਦੌੜ ਤੋਂ ਯਾਦ ਲੜੀ ਜਾਂਦਾ। ਤੇ ਲੋਕਾਂ ਦਾ ਕੀ ਕਸੂਰ ਆ ਦੱਸੋਗੇ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ? ਉੱਥੇ ਦੁਬਾਰੇ ਸੀਟ ਦੇ ਫੇਰ ਦੇ ਜੇ ਵੀ ਮਤ ਫੇਰ ਹੁਣ ਅਗਲੇ ਸੂਬੇ ਨੂੰ ਕੀ ਪਤਾ ਵੀ ਕੰਮ ਕਰੇਗਾ ਨਹੀਂ। ਇਹ ਪਹਿਲਾਂ ਉਧਰੋਂ ਆਇਆ ਸੀ ਨੰਗ ਜਾ ਕੁੜਾ ਤੇ ਇੱਥੇ ਕੰਮ ਬਹੁਤ ਕਰਿਆ ਤੇ ਸੀਐਮ ਡਿਪਟੀ ਬਣਾਤਾ ਤੇ ਪੈਸਿਆਂ ਦੇ ਆਹੂ ਲਾਤੇ ਉਹਨੇ। ਬਾਦਲ ਕੇ ਕਦੇ ਕੋਟ ਫੱਤਾ ਲੈ ਮੰਨ ਲਾ ਜਿਹੜੇ ਆਪਣੀ ਦਾਣਾ ਮੰਡੀ 'ਚ ਆਪਣੇ ਟਰੈਕਟਰਾਂ ਦੀ ਮੰਡੀ ਲੱਗਦੀ ਆ, ਅਸੀਂ ਰੋਕ ਲਿਆ ਇਹਨੂੰ ਪਿਛਲੇ ਗੇੜੇ ਜਥੇਬੰਦੀ ਨੇ, ਥੇੜੀ ਸਾਹਿਬ ਜੀ। ਇਹ ਅਸੀਂ ਆਖਿਆ ਵੀ ਤੂੰ ਟਰੈਕਟਰਾਂ ਦੀ ਮੰਡੀ ਲੱਗਦੀ, ਰੁਜ਼ਗਾਰ ਆ ਬਾਈ, ਕਿਸੇ ਦਾ ਢਿੱਡ ਪਲਦਾ ਰੁਜ਼ਗਾਰ ਆ। ਆਂਦਾ ਮੈਂ ਨਹੀਂ ਲੱਗਣ ਦਿੰਦਾ, ਸੜਕ ਬਣੀ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਘੇਰਾ ਪਾਇਆ ਉਹੀ ਮੰਡੀ ਲੱਗਦੀ ਹੈ ਜੀ। ਰੁਜ਼ਗਾਰ ਆ ਕਿਸੇ ਦਾ, ਰੁਜ਼ਗਾਰ ਖੋਣਾ ਕਿ ਸਰਕਾਰ ਦਿੰਦੀ ਹੁੰਦੀ ਹੈ ਜੀ ਰੁਜ਼ਗਾਰ। ਚਰਨਜੀਤ ਚੰਨੀ ਵੀ ਗਰੀਬ ਘਰ ਦਾ ਹੈ, ਸੀਐਮ ਲਾਣ ਤਾਂ ਕਾਂਗਰਸ ਨੇ, ਤੇ ਉਹਦੇ ਕੋਲ 170 ਕਰੋੜ ਰੁਪਇਆ ਫੜਿਆ ਗਿਆ। ਤੇ ਇਹ ਜੇ ਘਰ ਘਰ ਗਰੀਬ ਹੋਣੇ ਚਾਹੀਦੇ ਆ। ਹੈ ਇੰਨਾ ਪੈਸਾ ਉਹ ਬੰਦਾ ਖਾਈ ਜਾਂਦਾ ਤੇ ਉਹ ਕਿਹੜੇ ਪਾਸੋਂ ਗਰੀਬ ਰਹਿ ਗਿਆ ਉਹ? ਕੀ ਲੱਗਦਾ ਜੀ ਤੁਹਾਨੂੰ, ਕੀ ਲੱਗਦਾ ਵੋਟਾਂ ਆ ਰਹੀਆਂ, ਕੀ ਮਾਹੌਲ ਹੈ ਜੀ? ਇੱਕ ਮੌਕਾ ਆਪ ਨੂੰ, ਇੱਕ ਮੌਕਾ ਆਪ ਨੂੰ। ਇਹਨਾਂ ਨੂੰ ਕਿਉਂ ਨਹੀਂ? ਇਹਨਾਂ ਨੂੰ ਵੀ ਤਾਂ ਮੌਕਾ। ਇਹਨਾਂ ਨੇ ਕੰਮ ਨਹੀਂ ਕੀਤੇ ਗਏ। ਕੀ ਨਹੀਂ ਕੀਤਾ? ਜੋ ਵੀ ਵਿਕਾਸ ਸੀਗਾ, ਜਿਵੇਂ ਹੁਣ ਛੱਪੜਾਂ ਦਾ ਬੁਰਾ ਹਾਲ ਹੋਇਆ ਪਿਆ, ਪੈਸੇ ਆਏ ਆ, ਪੈਸੇ ਖਾ ਖੂ ਗਏ ਇਹ, ਤੇ ਛੱਪੜਾਂ ਦਾ ਕੋਈ ਕੰਮ ਨਹੀਂ ਹੋਇਆਗਾ। ਹਾਂ, ਨਾਲੇ ਉਹਨੇ ਨਾ ਜੇ ਬਾਦਲ ਸਾਹਿਬ ਤੋਂ ਨਹੀਂ ਲੋਕ ਔਖੇ ਜਿੰਨੇ ਲੋਕਲ ਲੀਡਰਾਂ ਤੋਂ ਔਖੇ ਆ। ਹਾਂ, ਉਹਨਾਂ ਦੀ ਤਾਂ ਗੱਲ ਜਾਣ ਹੀ ਨਹੀਂ ਦਿੰਦੇ ਕਿ ਇਹ ਲੋਕਲ ਲੀਡਰ ਆ ਜਿਹੜੇ, ਇਹ ਇੱਥੇ ਹੀ ਖਰਾਬ ਕਰੀ ਜਾਂਦੇ ਲੋਕਾਂ ਨੂੰ। ਹਾਂ, ਕੈਪਟਨ ਸਾਹਿਬ ਨੇ ਕਿਹਾ ਸੀ ਘਰ ਘਰ ਨੌਕਰੀ ਮਿਲੀ ਕਿਸੇ ਨੂੰ? ਨਹੀਂ ਕੋਈ ਨੌਕਰੀ ਨਹੀਂ ਮਿਲੀ। ਮੈਂ ਨਾ ਬਾਈ ਅਸੀਂ ਪਟਵਾਰੀ ਕਲੀਅਰ ਆ ਸਾਡਾ ਪੇਪਰ, ਸਾਡੀ ਕਾਉਂਸਲਿੰਗ ਹੋ ਗਈ ਸੀਗੀ। ਸਾਨੂੰ ਬਕਾਇਦਾ ਅਸੀਂ 5 ਵਾਰੀ ਚੰਨੀ ਸਾਹਿਬ ਨੂੰ ਮਿਲੇ ਆ ਜੀ। ਅਰੁਣਾ ਚੌਧਰੀ ਮੈਡਮ ਨੂੰ ਤਾਂ ਯਾਦ ਹੀ ਨਹੀਂ ਵੀ ਕਿੰਨੇ ਵਾਰੀ ਮਿਲ ਲਿਆਵਾਂਗੇ, ਤੇ ਪਰ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ। ਐਂਡ ਤੱਕ ਅਸੀਂ ਜਿੱਦੇ ਚੋਣ ਜਾਬਤਾ ਲੱਗਿਆ ਉਹਦੇ ਵੀ ਅਸੀਂ P+B ਦੇ ਮੂਹਰੇ ਧਰਨਾ ਦਿੰਦੇ ਰਹੇ ਜੀ। ਟੀਚਰ ਇਹਨਾਂ ਨੇ ਨਹੀਂ ਭਰਤੀ ਕੀਤੇ, ਲਗਭਗ 15 RTT ਦੀਆਂ ਵੈਕੈਂਸੀਆਂ ਇਹਨਾਂ ਨੇ ਖਾਲੀ ਰੱਖੀ ਬੈਠੇ ਨਾ। ਇਹਨਾਂ ਨੇ ਮਾਸਟਰ ਕੇਡਰ ਦੀਆਂ ਵੈਕੈਂਸੀਆਂ ਕੱਢੀਆਂ। ਪੇਪਰ ਹਰ ਵਾਰੀ ਕੱਢ ਦਿੰਦੇ ਸੀ, ਜਿਹੜੀਆਂ ਕੈਪਟਨ ਨੇ ਸਾਡੇ ਤੋਂ ਕੰਮ ਨਹੀਂ ਹੋਇਆ। ਸੁਖਜਿੰਦਰ ਸਿੰਘ ਰੰਧਾਵਾ ਥੋੜ੍ਹੇ ਦਿਨ ਪਹਿਲਾਂ ਬਿਆਨ ਆਇਆ ਵੀ ਸਾਡੇ ਕੋਲ ਟਾਈਮ ਨਹੀਂ ਲੱਗਿਆ ਭਰਤੀਆਂ ਪੂਰੀਆਂ ਕਰਨ ਦਾ। ਨਾ ਪੁਲਿਸ ਦੀ ਭਰਤੀ ਬਾਈ ਜੀ ਪੂਰੀ ਕੀਤੀ ਕੋਈ। ਜੇ ਇਹ ਭਰਤੀਆਂ ਸਿਰੇ ਵਾਈਜ਼ ਪੂਰੀਆਂ ਕਰਦੇ ਤਾਂ ਅਸੀਂ ਵੋਟਾਂ ਪਾਉਂਦੇ, ਖੁਸ਼ ਹੋ ਕੇ ਪਾਉਂਦੇ। ਬਈ ਅੱਜ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਘਰਦਿਆਂ ਨੂੰ ਵੀ ਕਹਿੰਦੇ ਪਾਓ, ਹੁਣ ਅਸੀਂ ਕਿਵੇਂ ਕਹਿ ਦਈਏ ਵੀ ਪਾਓ? ਤੇ 36000 ਮੁਲਾਜ਼ਮ ਚੰਨੀ ਕਹਿੰਦੇ ਪੱਕੇ ਕਰ ਗਿਆ ਮੈਂ। ਬਾਈ 36 ਗਣਾ ਤੋਂ ਕਿੱਥੇ ਕੀਤੇ ਆ? 36000 ਤਾਂ ਦੂਰ ਦੀ ਗੱਲ ਆ, 36 ਹੁਣ ਵੀ ਜਿਹੜੇ ਆਪਣੇ ਨੇੜੇ ਤੇੜੇ ਤੁਸੀਂ ਜਾਣਦੇ ਹੋਗੇ ਸ਼ਾਇਦ ਵੀ ਆਹ ਬੰਦਾ ਪੱਕਾ ਹੋਇਆ। ਮੁੰਡਿਆਂ ਨੂੰ ਇਹ ਤਾਂ ਕਹਿੰਦੇ ਵੀ ਮੈਂ ਗਰੀਬਾਂ ਦਾ ਦੁੱਖ ਸਮਝਦਾ, ਮੈਂ ਗਰੀਬਾਂ ਦਾ ਮੁੱਖ ਮੰਤਰੀ ਹਾਂ। ਗਰੀਬਾਂ ਦਾ ਨਹੀਂ ਬਈ, ਇਹ ਜਿਹੜੇ ਵੱਡੇ ਨਾ, ਜਿਹੜੇ ਇਹਨਾਂ ਨੂੰ ਤੁਹਾਨੂੰ ਥੋੜ੍ਹੇ ਦਿਨ ਪਹਿਲਾਂ ਏਡੀ ਦੀ ਰੇਡ ਪਈ ਹੈਗੀ ਇਹਨਾਂ ਕੋਲੇ, ਤੇ 10 ਕਰੋੜ ਫਿਰ ਗਰੀਬਾਂ ਕੋਲ ਤਾਂ ਮਿਲਦਾ ਨਹੀਂ ਹੈ ਬਈ। ਗਰੀਬਾਂ ਕੋਲ ਤਾਂ ਆਟਾ ਦਾਲ ਨਹੀਂ ਮਿਲਦਾ, ਉਹਨਾਂ ਤੇ ਪੀਪੇ ਖਾਲੀ ਖੜਕਦੇ ਹੁੰਦੇ। ਸਾਰੀਆਂ ਪਾਰਟੀਆਂ ਇੱਕ ਚੀਜ਼ ਤੇ ਲੱਗੀਆਂ ਹੋਈਆਂ ਵੀ ਆ ਵੀ ਫ੍ਰੀ ਕਰ ਦਿਆਂਗੇ, ਆ ਵੀ ਫ੍ਰੀ ਕਰ ਦਿਆਂਗੇ, ਆ ਵੀ ਫ੍ਰੀ ਨਹੀਂ ਚਾਹੀਦਾ ਬਈ। ਲੈ ਅਸੀਂ ਆਪ ਲਵਾਂਗੇ, ਸਾਨੂੰ ਰੁਜ਼ਗਾਰ ਦੇ ਦੇਣਾ, ਅਸੀਂ ਖੁਦ ਖਰੀਦ ਲਾਂਗੇ, ਸਾਡੇ ਚੰਗੀ ਸਿੱਖਿਆ ਹੋਵੇ ਸਾਡੇ ਕੋਲੇ। ਪਹਿਲਾਂ ਤਾਂ ਇਹ +2 ਤੱਕ ਕਹਿ ਦਿੰਦੇ ਆ ਵੀ ਫ੍ਰੀ ਪੜਾਵਾਂਗੇ, ਗਾਂ ਪੈਸੇ ਲੱਗਦੇ ਬਈ। ਜਦੋਂ ਗ੍ਰੈਜੂਏਸ਼ਨ ਕਰਨ ਲੱਗੇ ਨੇ ਪੈਸੇ ਤਾਂ ਉਦੋਂ ਲੱਗਦੇ ਆ। ਉਹ ਸਕਾਲਰਸ਼ਿਪਾਂ ਦੇ ਕਹਿ ਦਿੰਦੇ, ਭਰਾ ਦਿੰਦੇ ਫਾਰਮ, ਉਹ ਪੈਸੇ ਆਉਂਦੇ ਕਿਹਨੂੰ ਆਗੇ? 3-4 ਸਾਲ ਹੋ ਗਏ ਕਿਸੇ ਨੂੰ ਸਕਾਲਰਸ਼ਿਪ। ਇਹਦੇ ਤੇ ਪੱਕੇ ਹੀ ਬੈਠੇ ਵੀ ਐਤਕੀ ਇੱਕ ਮੌਕਾ ਆਪ ਨੂੰ ਦੇ ਕੇ, ਜੇ ਤਾਂ ਕੰਮ ਕਰਨਗੇ ਆਪ ਵਾਲੇ ਤਾਂ ਠੀਕ ਹੈ, ਨਹੀਂ ਅਗਲੀ ਵਾਰੀ ਅਸੀਂ ਦੂਜੇ ਨੂੰ ਪਾਵਾਂਗੇ। ਜਿਹੜਾ ਕੰਮ ਕਰਿਆ ਕਰੂਗਾ ਉਹਨੂੰ ਵੋਟ ਪਿਆ ਕਰੂਗਾ, ਜਿਹੜਾ ਸਿਹਤ ਸਹੂਲਤਾਂ ਦੇਊਗਾ, ਪੜ੍ਹਾਈ ਦੇਊਗਾ, ਬੱਚਿਆਂ ਦੇ ਚੰਗੇ ਭਵਿੱਖ ਲਈ ਨਸ਼ਾ ਖਤਮ ਕਰੂਗਾ। ਦੂਜੀ ਵਾਰੀ ਤਾਂ ਇਹ ਤਾਂ ਹੈ ਹੀ ਨਹੀਂ ਵੀ ਜਿਵੇਂ ਅੱਗੇ 40-40 50-50 ਸਾਲਾਂ ਦੇ ਇੱਕ ਥਾਂ ਤੇ ਬੈਠੇ ਆ ਵੀ ਉੱਥੇ ਬੈਠੇ ਰਵਾਂਗੇ ਨਾ। ਜੇ ਜਿਹਨੂੰ ਵੋਟ ਪਾਵਾਂਗੇ ਉਹ ਤੋਂ ਕੰਮ ਲਵਾਂਗੇ। ਜੇ ਉਹ ਨਿੱਜੀ ਕੰਮ ਨਹੀਂ ਚਾਹੀਦੇ ਸਾਨੂੰ ਨਿੱਜੀ ਕੰਮ ਨਹੀਂ ਚਾਹੀਦੇ, ਨਾ ਕੁਝ ਫ੍ਰੀ ਚਾਹੀਦਾ ਜੀ। ਪੈਸੇ ਨਾਲ ਚਾਹੀਦੀ ਚੀਜ਼ ਪਰ ਮਿਲੇ ਤਾਂ ਪੂਰੀ ਨਾ ਹੋ। ਮਿਲੇ ਤਾਂ ਪੂਰੀ ਆਪੇ ਖਰੀਦ ਲਾਂਗੇ ਯਾਰ। ਰੁਜ਼ਗਾਰ ਉਹ ਖਰੀਦੇ ਕਿਵੇਂ? ਕੀ ਲੱਗਦਾ ਜੀ, ਕੀ ਮਾਹੌਲ ਲੱਗਦਾ? ਇੱਧਰ ਨੂੰ ਮੂੰਹ ਕਰ ਲਓ ਬਈ ਯਾਰ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਓ ਜੀ, ਗੱਲ ਇਹ ਹੈ ਜੀ ਵੀ ਸਭ ਤੋਂ ਜ਼ਿਆਦਾ ਰਾਜ ਕੀਤਾ ਕਾਂਗਰਸ ਨੇ ਜੀ। ਹਾਂਜੀ। ਤੇ ਜੇ 1 ਸਾਲ ਦੇ ਵਿੱਚ ਇੱਕ ਫੈਕਟਰੀ ਲਾਉਂਦੇ, ਕਿੰਨੇ ਨੌਜਵਾਨ ਕੰਮ ਤੇ ਲੱਗਦੇ? ਲੱਗਦੇ ਕਿ ਨਹੀਂ ਲੱਗਦੇ? ਉਦੋਂ ਬਾਅਦ ਆ ਗਏ ਬਾਦਲ ਸਾਹਿਬ ਜੀ। ਜੇ ਬਾਦਲ ਵਾਲਿਆਂ ਨੇ 25 ਸਾਲ ਰਾਜ ਕਰ ਲਿਆ,
ਇਹਨਾਂ ਨੇ ਕਿਤੇ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਲਾਈ। ਨਸ਼ੇ ਤੇ ਕਿਉਂ ਲੱਗੇ ਆ? ਜਦੋਂ ਕੋਈ ਕੰਮ ਹੀ ਨਹੀਂ, ਟੈਨਸ਼ਨ ਮਾਰਾ ਬੰਦਾ ਨਸ਼ਾ ਹੀ ਕਰੂਗਾ। ਹੋਰ ਜਾਂ ਫਿਰ ਤੁਹਾਨੂੰ ਪਤਾ ਹੀ ਨਸ਼ੇ ਤੋਂ ਬਾਅਦ ਚੋਰੀ ਕਰੂ। ਉਦੋਂ ਬਾਅਦ ਗੱਲ ਇਹ ਹੈ ਜੀ ਵੀ ਇਸ ਪਿੰਡ ਦੇ ਵਿੱਚ ਕਮਰਾ ਬਣ ਗਿਆ, ਜਿਮ ਅਜੇ ਤੱਕ ਨਹੀਂ ਆਈ। ਜਿਹੜਾ ਹੁੰਦਾ ਲਾਰਾ ਲਾ ਕੇ ਜਾਂਦਾ। ਇਹ ਹਾਲਾਤ ਹੈ। ਘਰ ਘਰ ਨੌਕਰੀ ਦਾ ਗੱਲ ਕਹੀ ਸੀ ਕੈਪਟਨ ਸਾਹਿਬ ਨੇ ਦਿੱਤੀ। ਕੈਪਟਨ ਸਾਹਿਬ ਦੇ ਤਾਂ ਬੰਦੇ ਜਿਹੜੇ ਲੱਗੇ ਜੀ ਉਹਨਾਂ ਦੀ ਤਨਖਾਹਾਂ ਹੀ ਬਹੁਤ ਆ ਜੀ। ਹਾਂਜੀ। ਸਮਾਰਟਫੋਨ ਕਿਹਾ ਸੀ ਉਹ ਮਿਲੇ? ਮੈਂ ਆਖਿਆ ਜੀ ਉਹ ਵੀ ਮਿਲੇ ਆ ਜੀ। ਸਾਰਿਆਂ ਨੂੰ ਪੁੱਛ ਲਓ, ਮਿਲੇ ਆ ਨਾ ਜੀ? ਹੱਥ ਖੜੇ ਕਰ ਦਿਓ ਜੀ। ਪੰਜ ਦਿੱਤੇ ਆ ਨਾ ਜੀ, ਬਹੁਤ ਆ ਜੀ। ਤੁਹਾਡੇ ਕੋਲੇ ਹੈਗਾ? ਮੇਰੇ ਕੋਲ ਹੈਗਾ ਜੀ। ਕੱਢਿਓ ਮਾੜਾ ਜਿਹਾ। ਘਰੇ ਭੁੱਲਿਆ ਜੀ। ਘਰੇ ਭੁੱਲਿਆ? ਹਾਂ ਜੀ। ਹਾਂਜੀ। ਕਿਵੇਂ ਲੱਗਦਾ ਜਿਹੜਾ ਇਹਨਾਂ ਨੇ ਕਿਹਾ ਸੀ ਨਸ਼ਾ ਖਤਮ ਕਰਨ ਦਾ ਹੋ ਗਿਆ? ਨਸ਼ਾ ਤਾਂ ਜੀ ਹੁਣ ਇਹ ਹਾਲਾਤ ਹੋਇਆ ਪਿਆ ਵੀ ਐ ਨਹੀਂ ਪਤਾ ਵੀ ਘੰਟੇ ਨੂੰ ਕੋਈ ਇਸੇ ਪਿੰਡ ਦੇ ਵਿੱਚ ਹੀ ਵੀ ਵਿਚਾਰਾ ਕੋਈ ਚੱਲ ਜੇ ਰੱਬ ਘਰ ਵੀ ਇੰਨਾ ਕੁ ਜ਼ਿਆਦਾ ਵਧਿਆ ਪਿਆ। ਇੰਨਾ ਜ਼ਿਆਦਾ ਵਧਿਆ ਪਿਆ ਵੀ ਸਰਕਾਰ ਜਿਹੜੀ ਆਉਂਦੀ ਉਹੀ ਕਹਿੰਦੀ ਆ ਇਹ ਸਾਲ ਨੱਥ ਪਾਵਾਂਗੀ। ਵੀ ਹਜੇ ਤੱਕ ਤਾਂ ਸੁਣਿਆ ਨਹੀਂ ਵੀ ਇਹਨੇ ਨੱਥ ਪਾਤੀ ਜੀ। ਕਿਸੇ ਨੇ ਨੱਥ ਨਹੀਂ ਪਾਈ ਹੈ? ਨਾ ਜੀ, ਕੋਈ ਕੰਟਰੋਲ ਨਹੀਂ ਹੋਇਆ ਨਾ ਜੀ ਕਿਸੇ ਤਰੀਕੇ ਦਾ। ਕੀ ਲੱਗਦਾ ਹੋਇਆ ਜੀ ਨਸ਼ਾ ਖਤਮ? ਨਹੀਂ ਹੈ ਨਹੀਂ ਹੋਇਆ। ਕੋਈ ਕੰਮ ਹੋਰ? ਕੰਮ ਬਹੁਤ ਹੋਇਆ ਜੀ। ਕੰਮ ਬਹੁਤ ਹੋਇਆ? ਹਾਂ, ਕੰਮ ਤਾਂ ਇੰਨੇ ਹੋਇਆ ਵੀ ਆ ਵੇਖ ਲਓ, ਸਾਰੇ ਕੰਮਾਂ ਕਾਰਾਂ ਲਈ ਬੈਠੇ ਵਿਚਾਰੇ। ਕਿਸੇ ਦੀ ਫੈਕਟਰੀ ਚੱਲੀ ਜਾਂਦੀ ਹੈ, ਕਿਸੇ ਦੀ ਟਰੱਕ ਚੱਲੀ ਜਾਂਦਾ, ਕਿਸੇ ਦਾ ਬਿਜ਼ਨਸ ਚੱਲੀ ਜਾਂਦਾ। ਇੰਨੇ ਲੋਕਾਂ ਕੋਲੇ ਕੰਮ ਹੈ, ਇਹਨਾਂ ਕੋਲੇ ਸਮਾਂ ਹੀ ਨਹੀਂਗਾ। ਇਹਨਾਂ ਲੋਕਾਂ ਕੋਲੇ ਸਮਾਂ ਹੈ ਨਹੀਂ ਵੀ ਵਿਹਲੇ ਫਿਰ ਲਈਏ ਸੀ। ਇੰਨਾ ਵਿਕਾਸ ਕੀਤਾ ਵੇ। ਇੰਨਾ ਵਿਕਾਸ ਹੋਇਆ। ਆ ਮੋਦੀ ਨੇ ਮੁੰਡੇ ਜਿਹੜੇ ਸੀਗੇ ਅਪ੍ਰੈਂਟਿਸਸ਼ਿਪ ਕਰਕੇ ਬੱਚੇ ਅੱਗੇ 3 ਮਹੀਨੇ ਬਾਅਦ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ। ਇਹਨਾਂ ਨੂੰ 1966 ਵਾਲਾ ਉਹਨਾਂ ਨੇ ਬੀਜੇਪੀ ਨੇ ਖਤਮ ਕਰਕੇ ਉਹ ਬੱਚੇ ਅਪ੍ਰੈਂਟਿਸਸ਼ਿਪ ਜਿਹੜੇ ਕਰ ਲੈਂਦੇ ਆ ਉਹ ਮਈਆਂ ਤੁਰੇ ਫਿਰਦੇ ਆ। ਮੈਂ ਖੁਦ 9 ਸਾਲ ਕੰਟਰੈਕਟ ਬੇਸ ਤੇ ਕਰਕੇ ਆਇਆ। ਮੈਥੋਂ ਜਿਹੜੇ ਬੱਚੇ ਪੜ੍ਹਿਆ ਜਿਨ੍ਹਾਂ ਨੇ ਅਪ੍ਰੈਂਟਿਸ ਕਰ ਲਈ ਉਹਨਾਂ ਨੂੰ ਅੱਜ ਤੋਂ 4 ਸਾਲ ਪਹਿਲਾਂ ਨੌਕਰੀ ਮਿਲਣੀ ਸੀ ਤੇ ਅੱਜ ਬੱਚੇ ਉਹ ਸੜਕ ਦੇ ਧੱਕੇ ਖਾਈ ਜਾਂਦੇ। ਇਹ ਉਹਨਾਂ ਦਾ ਇਕੱਲਿਆਂ ਦਾ ਕਸੂਰ ਨਹੀਂ। ਆਪਣੀਆਂ ਜਿਹੜੀਆਂ ਦੋਨੇ ਗੌਰਮੈਂਟਾਂ ਸੀਗੀਆਂ ਪੰਜਾਬ ਦੀਆਂ ਸੀ, ਉਹਨਾਂ ਨੇ ਜਾ ਕੇ ਉਹਨਾਂ ਕੋਲੇ ਗੱਲ ਹੀ ਨਹੀਂ ਉਠਾਈ ਵੀ ਸਾਡੇ ਬੱਚੇ ਆ ਪੜ੍ਹੇ ਲਿਖੇ, ਇਹਨਾਂ ਨੇ ਅਪ੍ਰੈਂਟਿਸ ਕਰ ਲਈ, ਇਹਨਾਂ ਨੂੰ ਨੌਕਰੀਆਂ ਦਿਓ ਤੁਸੀਂ। ਵੀ ਇਹ ਕਾਨੂੰਨ ਤੁਸੀਂ ਖਤਮ ਕਿਉਂ ਕਰਦੇ? ਜੇ ਕਾਨੂੰਨ ਇਹ ਖਤਮ ਕਰਤੇ ਉਹਨਾਂ ਨੇ, ਇਹ ਜਿਹੜੇ ਕਾਨੂੰਨ ਉਹਨਾਂ ਨੇ ਲਾਗੂ ਕਰਤੇ ਹੁਣ ਨਵੇਂ, ਆ ਨਵਾਂ ਬੱਚਾ ਕੋਈ ਵੀ ਨੌਕਰੀ ਨਹੀਂ ਮਿਲੂਗਾ। ਜੇ ਨੌਕਰੀ ਮਿਲੂਗੀ ਵੀ ਤਾਂ ਉਹਨੂੰ ਸਿਰਫ ਇਹ ਮਿਲੂਗੀ ਵੀ ਆਪਦਾ ਗੁਜ਼ਾਰਾ ਕਰ ਸਕੂਗਾ। ਅੱਗਿਓਂ ਨਾ ਤਾਂ ਉਹਨੂੰ ਕੋਈ ਪੈਨਸ਼ਨ ਮਿਲਣੀ ਹੈ, ਨਾ ਉਹਨੂੰ ਪ੍ਰਾਪਰਟੀ ਫੰਡ ਮਿਲਣਾ, ਨਾ ਕੋਈ ਹੋਰ ਮਿਲਣਾ। ਸਿਰਫ ਦਿਹਾੜੀ ਲਈ ਰਹੇਗੀ ਕੰਮ। ਇਹ ਵਿਕਾਸ ਹੈ। ਕੋਈ ਆਖੀ ਜਾਵੇ ਗੌਰਮੈਂਟ ਵੀ ਅਸੀਂ ਅੱਜ ਤੋਂ ਬਾਅਦ ਵਿਕਾਸ ਕਰਾਂਗੇ, ਆਪ ਵਾਲੇ ਆ ਜਾਣ, ਕੇਜਰੀਵਾਲ ਆ ਜੇ, ਕੋਈ ਵੀ ਆ ਜੇ, ਵਿਕਾਸ ਲੋਕਾਂ ਨੇ ਕਰਾਉਣ ਲਾਉਣਾ ਹੈ। ਲੋਕ ਆਵਾਜ਼ ਉਠਾਉਣ ਲੱਗ ਜਾਣਗੇ, ਚੰਗੇ ਕੰਮ ਨੂੰ ਸੇਧ ਦੇ ਦੇਣਗੇ। ਇੱਕ ਮੇਰਾ ਬੱਚਾ ਹੈ ਜੋ ਪੁਲਿਸ 'ਚ ਲੱਗ ਗਿਆ, ਉਹਦੀ 50,000 ਤਨਖਾਹ ਹੈ, ਜੋ ਕਰੇ 80,000 ਲਿਆਉਂਦਾ ਹੈ, 30,000 ਵੱਧ ਲਿਆਉਂਦਾ ਹੈ। ਉਹਨੂੰ ਉਹਦੇ ਪਿਓ ਨੂੰ ਆਖਣਾ ਚਾਹੀਦਾ ਵੀ ਤੂੰ ਕਿਉਂ ਵੱਧ ਲਿਆ। ਜਦੋਂ ਆਪਾਂ ਆਪਦੇ ਘਰੋਂ ਨਹੀਂ ਸ਼ੁਰੂਆਤ ਕਰਦੇ, ਬਾਹਰੋਂ ਨਹੀਂ ਹੁੰਦੀ। ਸ਼ੁਰੂਆਤ ਘਰ ਤੋਂ। ਹਾਂ, ਸ਼ੁਰੂਆਤ ਘਰ ਤੋਂ ਹੁੰਦੀ ਹੈ। ਸੱਚੇ ਸੁੱਚੇ ਰਹੋ। ਕੋਈ ਵੀ ਜਿਹੜਾ ਬੰਦਾ ਕਿਹੜਾ ਠੇਕੇਦਾਰ ਬਣ ਜਾਂਦਾ ਹੈ, ਉਹਨੇ 100 ਕਰੋੜ ਦਾ ਠੇਕਾ ਲੈ ਲਿਆ, 80 ਦਾ ਲਾਵੇ ਜੀ। ਇੱਕ ਸਾਡੇ ਪਿੰਡ ਦੇ ਚਲੋ ਲੀਡਰ ਹੈ ਸਾਰੇ, ਉਹ ਐ ਸ਼ਰੇਆਮ ਟੈਲੀਵਿਜ਼ਨ ਤੇ ਹੋ ਕੇ ਝੂਠ ਮਾਰਦਾ ਹੈ। ਉਹਦਾ ਮਾਂ ਪਿਓ ਨੂੰ ਐ ਨਹੀਂ ਕਹਿੰਦਾ ਵੀ ਤੂੰ ਟੈਲੀਵਿਜ਼ਨ ਤੇ ਬੈਠਾ ਝੂਠ ਕਿਉਂ ਮਾਰਦਾ। ਇੱਕ ਬੰਦੇ ਨੂੰ, ਮੇਰਾ ਬੱਚਾ ਹੁਣ 100 ਰੁਪਏ ਦਿਹਾੜੀ ਕਰਦਾ ਹੈ, ਹੱਥ ਨੇ ਮੈਨੂੰ ਲਿਆ ਕੇ 300 ਰੁਪਏ ਦਿੰਦਾ ਹੈ। ਮੇਰਾ ਫਰਜ਼ ਨਹੀਂ ਬਣਦਾ ਵੀ ਤੂੰ 200 ਪੁੱਤ ਕਿੱਥੋਂ ਲੈ ਕੇ ਆਏ। ਜਿੰਨਾ ਚਿਰ ਆਪਾਂ ਆਪਦੇ ਤੋਂ ਨਹੀਂ ਸ਼ੁਰੂਆਤ ਕਰਦੇ, ਕਿਸੇ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ। ਲਾਲਚ ਛੱਡੇ, ਬੰਦਾ ਤਿਆਗੇ, ਸੱਚਾ ਸੁੱਚਾ ਕੰਮ ਕਰੇ ਤਾਂ ਫੇਰ ਹੈ। ਸਰਕਾਰਾਂ ਤੋਂ ਨਹੀਂ ਆਸ ਕਰਨੀ ਚਾਹੀਦੀ, ਬੰਦਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਸਭ ਨੂੰ ਆਦਾ ਸੱਚਾ ਸੁੱਚਾ ਕੰਮ ਕਰਨੀ, ਜੇ ਜਾਂ ਕੰਮ ਮਿਲੇ ਬੰਦੇ ਨੂੰ ਉਹਦੇ ਤੇ ਸਾਫ਼ ਨੀਤੀ ਨਾਲ ਕੰਮ ਕਰ। ਸਰਕਾਰਾਂ ਨੂੰ ਨਹੀਂ ਇਹ ਨਹੀਂ, ਇਹ ਪਤਾ ਕੀ ਗੱਲ ਖੂਨ 'ਚ ਰਚ ਗਿਆ। ਜੇ ਆਪਾਂ ਆਖੀਏ ਵੀ ਇਹਨਾਂ ਨੂੰ ਵੋਟਾਂ ਪਾ ਕੇ ਜਾਂ ਇਹਨਾਂ ਨੂੰ ਕਰ ਦਿਆਂਗੇ, ਇਹ 5 ਸਾਲਾਂ ਬਾਅਦ ਫੇਰ ਆ ਜਾਣਗੇ ਇੱਥੇ। ਉਹੀ ਹਾਰ ਰਹਿਣਾ। ਹਾਂ, ਇਹ ਤਾਂ ਗੁੜ ਨਹੀਂ ਬਾਈ ਮੁੱਕਣਾ, ਮੱਖੀਆਂ ਉੱਤੇ ਮੁੱਕੀ ਜਾਂਦੀਆਂ ਬਸ। ਹਾਂ, ਗੁੜ ਹੈ ਪੰਜਾਬ, ਗੁੜ ਨੂੰ ਖਾਈ ਜਾਂਦੇ ਆ ਇਹ, ਤੇ ਬਸ ਮੱਖੀਆਂ ਜਿਹੜੀਆਂ ਗਾਂ ਵਧੀ ਜਾਂਦੀਆਂ ਬਸ। ਬਾਪੂ ਕਿਵੇਂ ਲੱਗਦਾ ਹੈ, ਕੀ ਮਾਹੌਲ ਹੈ? ਠੀਕ ਹੈ, ਥੋੜਾ ਭਲਾ ਹੋ ਪਰਮਾਤਮਾ ਤੇ ਆ ਕੇ ਮੈਂ ਸੁਣਦੀ ਨਹੀਂ, ਗੱਲਾਂ ਸੁਣਦੇ ਨੇ। ਬਾਕੀ ਇਹ ਹੈ ਕਿ ਸਾਡਾ ਪਿੰਡ ਹੈ ਨਾ, ਬਹੁਤ ਗਰੀਬ ਪਿੰਡ ਹੈਗਾ ਸਾਡਾ। ਕੋਈ ਕੋਲ 2 ਕਿੱਲਾ, ਕੋਈ ਕੋਲ 4 ਕਿੱਲਾ। 4 ਕਿਲੋਮੀਟਰ ਦੇ ਸਾਡੇ ਕੋਈ ਜਿਵੇਂ 2-3 ਹੀ ਜਗ੍ਹਾ ਸਾਡੀ ਨਾਂ ਨਹੀਂ ਕਰਦੇ। ਠੀਕ ਹੈ, ਵੱਡੇ ਨੇ ਜਾਂ ਸਾਡੀ ਨਾਂ ਨਹੀਂ ਕਰਦੇ। ਬਾਕੀ ਸਾਡਾ ਪਿੰਡ ਨੂੰ ਬਚਾ ਲਿਓ ਤਾਂ ਤੁਹਾਡੇ ਹਾਂਗੇ ਸਾਰਾ, ਔਰ ਨਹੀਂ ਬਚਾਓਗੇ ਤੁਹਾਡੀ ਮਰਜ਼ੀ ਹੈ, ਨਹੀਂ ਤਾਂ ਖਵਿੰਦੇ ਆ ਡੱਕਾ। ਪਿੰਡ ਨੂੰ ਹੋਇਆ ਕੀ ਹੈ?
ਪਿੰਡ ਨੂੰ ਬਹੁਤ ਕੁਝ ਹੈਗਾ। ਕੀ ਹੋਇਆ? ਪਿੰਡ ਨੂੰ ਗਰੀਬ ਨੂੰ ਤਾਂ ਕੋਈ ਨਹੀਂ ਜਾਣਦਾ, ਨਹੀਂ ਨਾ ਕੋਈ ਛੋਟਾ ਜ਼ਿਮੀਂਦਾਰ ਨੂੰ ਜਾਣਦਾ। ਕੌਣ ਜਾਣਦਾ? ਲਓ ਬੋਲ ਕਰ ਲਓ ਕੋਈ ਪੁਰਾਣਾ ਹੱਥ। ਜੇ ਕੋਈ ਛੋਟਾ ਜ਼ਿਮੀਂਦਾਰ 2 ਕਿੱਲਾ ਨਾਲ ਕੋਈ ਗੱਲ ਸੁਣਾ ਤਾਂ ਕੋਈ ਨਹੀਂ ਸੁਣਦਾ। तो 100 किलो की वाई बोट हैगी तो 2 किलो की बोट तो वाई हैगी नहीं जानता। 2 किलो कोई नहीं जानता सानू तो दिहाड़ी वाला तो बेचारा जानना ही है। हाँ दिहाड़ी वाला कोई नहीं जानता। हाँ ये थोड़ी सरकार वहाँ कोई लावा सचो है पहले तो मका जवाब फटाओ, चंगी स्कूल का मान फटाओ, चंगा मास्टर लाओ। हैं तो मका बच्चा को पढ़े नहीं तो सानू थोड़ा व्यापार हुआ इसके बाद साढ़े बच्चे पढ़ेंगे। हैं फिर डॉक्टर के कोल में उठ जाओ 4 पैसे घोड़ी होगी तो संगा 50 रुपये ले लूँगा। सबने पता कौन भाई कह दिए तो डॉक्टर कह दे चल 12 साल गरीब ने कह दो 12 साल। हाँ हाँ सबने कोई ना नहीं देते। यहाँ की चीज़ें 5-4 बहुत गलत हो रही। हाँ ਕੀ ਲੱਗਦਾ ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ? ਮਿਲਿਆ ਰੁਜ਼ਗਾਰ? ਨੌਜਵਾਨਾਂ ਨੂੰ ਰੁਜ਼ਗਾਰ ਤਾਂ ਹੀ ਕੀ ਮਿਲਣਾਗਾ। ਤੇ ਗੱਲ ਇਹ ਆ ਵੀ ਅਸੀਂ ਪਿੰਡ ਦੇ ਜੋ ਨੌਜਵਾਨ ਹੈਗਾ ਨੌਜਵਾਨੀ ਨੂੰ ਬਚਾਉਣ ਦਾ ਬਹੁਤ ਯਤਨ ਕਰਦੇ ਆ। ਅਸੀਂ ਆਪ ਦੇ ਤੌਰ ਤੇ ਜਿਮ ਪਹਿਲਾਂ ਮੰਗਣ ਗਏ, ਜਿਹੜਾ ਮੌਜੂਦਾ ਐਮਐਲਏ ਸਾਡਾ ਪੱਟੀ ਤੇ ਉਹਦਾ ਜਿਹੜਾ ਆਪ ਤੱਕ ਦੇ ਐਮਐਲਏ ਸਾਨੂੰ ਟੱਕਰਿਆ ਨਹੀਂ, ਉਹਦਾ ਮੁੰਡਾ ਟੱਕਰਦਾ ਸੀਗਾ। ਕੀ ਨਾਂ ਸੀ ਉਹਦਾ? ਅਮਨ ਭੱਟੀ ਟੱਕਰਦਾ ਸੀ। ਤਾਂ ਉਹਨੂੰ ਜੀ ਘੱਟੋ ਘੱਟ ਵੀ 50 ਬੰਦੇ ਅਸੀਂ ਮੁੰਡੇ ਗਏ ਨੌਜਵਾਨ ਵੀ ਕੰਮ ਤਾਂ ਕੋਈ ਹੈ ਨਹੀਂ, ਜਿਹੜਾ ਕੋਈ ਮਾੜੀ ਮੋਟੀ ਆਪਦੀ ਖੇਤੀ ਕਰਦੇ ਆ, ਖੇਤੀ ਕਰਨ ਤੋਂ ਬਾਅਦ ਜੋ ਵਿਹਲੇ ਹੋ ਜਾਂਦੇ ਆ, ਕੋਈ ਤਾਂ ਨਸ਼ੇ ਪੱਤੇ ਕਰਦਾ, ਕੁਛ ਕਿਵੇਂ ਕਰਦਾ। ਅਸੀਂ 50 ਕੁ ਜਣੇ ਗਏ ਉਹਦੇ ਕੋਲੇ ਵੀ ਸਾਨੂੰ ਜਿੰਮ ਦੇ ਦਿਓ, ਅਸੀਂ ਵਰਜਿਸ਼ ਕਰਨੀ ਆ, ਕੋਈ ਕਬੱਡੀ ਕਬੱਡੀ ਦੇ ਮੈਚ ਹੁੰਦੇ ਆ, ਨਸ਼ੇ ਪੱਤੇ ਤੋਂ ਬਚੇ ਰਵਾਂਗੇ ਅਸੀਂ। ਸਾਨੂੰ ਉਹ ਬੰਦਾ ਸਾਡੇ ਮੂੰਹ 'ਤੇ ਕਹਿੰਦਾ ਵੀ ਤੁਸੀਂ ਜਿੰਮ ਕੀ ਕਰਨੀ ਹੈ। ਥੇੜੀ ਫਕਰਸਰ ਦੇ ਮੁੰਡੇ ਜਾਂ ਹੋਰ ਨੇੜੇ ਨੇੜੇ ਹੋਰ ਪਿੰਡਾਂ ਦੇ ਵੀ ਮੁੰਡੇ ਕਹਿੰਦਾ ਵੀ ਚਿੱਟਾ ਹੀ ਲਾਉਂਦੇ ਆ। ਮੈਂ ਕਿਹਾ ਚਿੱਟਾ ਲਾਉਂਦੇ ਆ ਫਿਰ ਤੇਰੇ ਕੋਲ ਨਹੀਂ ਆਉਂਦੇ ਹੁੰਦੇ ਸੀ। ਫਿਰ ਅਸੀਂ ਕਿਤੇ ਸਿਵਿਆਂ 'ਚ ਬੈਠੇ ਹੁੰਦੇ, ਕਿਤੇ ਬੈਠੇ ਹੁੰਦੇ। ਫਿਰ ਮੈਂ ਕਿਹਾ ਸਾਨੂੰ ਤੇਰੇ ਕੋਲ ਆਉਣ ਦੀ ਲੋੜ ਨਹੀਂ ਸੀ, ਤੂੰ ਜਿੰਮ ਦੱਸ ਦੇਂਗਾ ਕਿ ਨਹੀਂ ਦਿੰਦਾ। ਸਰਕਾਰ ਉੱਤੋਂ ਪੈਸਾ ਘਾਲਦੀ ਆ, ਤੁਸੀਂ ਦਿੰਦੇ ਨਹੀਂ ਗੇ। ਉਹ ਕਹਿੰਦਾ ਵੀ ਅਸੀਂ ਸਾਨੂੰ ਸਪਸ਼ਟ ਤੌਰ ਤੇ ਉਹਨੇ ਜਵਾਬ ਦੇਤਾ। ਫਿਰ ਆ ਕਿਸਾਨੀ ਅੰਦੋਲਨ ਸਾਡਾ ਚੱਲਦਾ ਸੀ, ਇੱਥੇ ਵੋਟਾਂ ਮੰਗਣ ਆਇਆ। ਫਿਰ ਅਸੀਂ ਸੀ ਜਿਹੜੇ ਸਾਨੂੰ ਕਹਿੰਦੇ ਚਿੱਟੇ ਵਾਲੇ, ਇੱਥੋਂ ਅਸੀਂ 4 ਪਿੰਡ ਟਪਾ ਕੇ ਆਏ ਉਹਨੂੰ। ਉਦੋਂ ਬਾਅਦ ਨਹੀਂ ਆਇਆ। ਅਸੀਂ ਤਾਂ ਕਾਂਗਰਸ ਪਾਰਟੀ ਨੂੰ ਕਹਿੰਦੇ ਸੀਗੇ ਵੀ ਤੁਸੀਂ ਇਹਨੂੰ ਟਿਕਟ ਦਿਓ ਇੱਥੋਂ ਤੇ ਅਸੀਂ ਉਹਨੂੰ ਫਿਰ ਵੋਟਾਂ ਪਾਈਏ। ਤੇ ਜਿਹੜੀ ਹੁਣ ਇਹਨਾਂ ਦੀ ਹੁਣ ਐਮਐਲਏ ਉੱਠੀ ਹੈ, ਰੂਬੀ ਉੱਠੀ ਹੈ, ਪਹਿਲਾਂ ਦਿਹਾਤੀ ਬਠਿੰਡੇ ਦੇ ਵਿੱਚ ਲੋਕ ਉਹਦਾ ਇੱਥੇ ਉਲਟ ਪ੍ਰਚਾਰ ਕਰਨ ਆਉਂਦੇ ਆ ਵੀ ਤੁਸੀਂ ਵੇਖਿਓ ਕਿਤੇ ਇਹਨੂੰ ਵੋਟਾਂ ਪਾ ਦਿਓ। ਆਮ ਆਦਮੀ ਦੀ ਲਹਿਰ ਦੇ ਵਿੱਚ ਇਹਨੂੰ ਐਮਐਲਏ ਬਣਾਇਆ ਸੀ, ਇਹਨੇ ਕੁਝ ਨਹੀਂ ਕੀਤਾ। ਤੇ ਹੁਣ ਵੀ ਉਹ ਕਿਤੇ ਸਾਡੇ ਮੇਰੀ ਨਜ਼ਰ ਦੇ ਵਿੱਚ ਉਹ ਕਿਤੇ ਕੰਪੇਨਿੰਗ ਕਰਦੀ ਮੈਨੂੰ ਨਹੀਂ ਦਿਸੀ। ਤੇ ਨਾ ਹੀ ਕੋਈ ਤੁਸੀਂ ਇੱਥੇ ਨੇੜੇ ਤੇੜੇ ਵੇਖ ਲਓ ਵੀ ਕਾਂਗਰਸ ਅਕਾਲੀ ਦਾ ਕੋਈ ਸਾਨੂੰ ਝੰਡਾ ਨਹੀਂ ਦਿੰਦਾ। ਅਸੀਂ ਨੌਜਵਾਨ ਬਜ਼ੁਰਗ ਜਿਹੜਾ ਵੀ ਵਰਗ ਹੈਗਾ ਹੁਣ ਝਾੜੂ ਦੀ ਸਰਕਾਰ ਲਿਆਉਣੀ ਹੈ। ਜੇ ਝਾੜੂ ਵਾਲੇ ਕੁਝ ਕਰ ਦੇਣਗੇ ਤਾਂ ਉਦੋਂ ਬਾਅਦ ਸਰਕਾਰਾਂ ਇਹਨਾਂ ਦੀਆਂ ਆਉਣਗੀਆਂ। ਨਹੀਂ ਜਿੱਥੇ 75 ਸਾਲ ਹੋ ਗਏ ਦੂਜੇ ਖਾਈ ਜਾਂਦੇ ਆ ਤੇ 5 ਸਾਲ ਹੋਰ ਸਹੀ। ਪਰ ਜਿੱਥੋਂ ਤਾਈਂ ਸਾਨੂੰ ਲੱਗਦਾ ਵੀ ਇਹਨਾਂ ਦੀ ਵਿਚਾਰਧਾਰਾ ਭਗਵੰਤ ਮਾਨ ਕੇਜਰੀਵਾਲ ਇਹਨਾਂ ਦੀ ਲੀਡਰਸ਼ਿਪ ਤੋਂ ਸਾਨੂੰ ਲੱਗਦਾ ਵੀ ਸਾਨੂੰ ਕੋਈ ਨਾ ਕੋਈ ਫਾਇਦਾ ਹੋਊਗਾ। ਜਾਣ ਨੂੰ ਮੈਂ ਵੀ ਕੈਨੇਡਾ ਜਾ ਸਕਦਾ ਸੀ, ਆਹ ਮੁੰਡਾ ਵੀ ਕੈਨੇਡਾ ਜਾ ਸਕਦਾ, ਅਸੀਂ ਪੜ੍ਹੇ ਲਿਖੇ ਸਭ ਕੁਛ ਹੈ। ਪਰ ਅਸੀਂ ਉੱਥੇ ਜਾ ਕੇ ਗੁਲਾਮੀ ਨਹੀਂ ਕਰਨੀ, ਕਿਉਂਕਿ ਅਸੀਂ ਭਗਤ ਸਿੰਘ ਦੀ ਸੋਚ ਨਾਲ ਆਪਦੇ ਆਪ ਨੂੰ ਮਿਲਾਉਣੇ ਹੈਗੇ। ਜੇ ਗੁਲਾਮੀ ਕਰਨੀ ਸੀ ਤਾਂ ਗੁਲਾਮੀ ਇੱਥੇ ਸੀਗੀ। ਭਗਤ ਸਿੰਘ ਨੂੰ ਕੀ ਲੋੜ ਪਈ ਸੀ, ਸ਼ਹੀਦ ਊਧਮ ਸਿੰਘ ਨੂੰ ਕੀ ਲੋੜ ਪਈ ਸੀਗੀ ਦੇਸ਼ ਆਜ਼ਾਦ ਕਰਾਉਣ ਦੀ। ਤੇ ਇਹ ਜਿਹੜੀਆਂ ਹੁਣ ਦੀਆਂ ਪਾਰਟੀਆਂ ਇਹਨਾਂ ਦੇ ਮੈਨੀਫੈਸਟੋ ਵੇਖ ਲਓ, ਇਹ ਕਹਿੰਦੇ ਕੋਲੋਂ 10 ਲੱਖ ਦੇ ਦਾਂਗੇ, ਅਸੀਂ ਕੋਲੋਂ 5 ਲੱਖ ਦੇ ਦਾਂਗੇ ਵੀ ਕੁਛ ਤਾਂ ਨਸ਼ੇ ਨਾ ਮਾਰਤੇ ਤੇ ਜਿਹੜੇ ਰਹਿ ਗਏ ਉਹਨਾਂ ਨੂੰ ਅਸੀਂ ਬਾਹਰ ਘੱਲ ਦਿਓ, ਕੈਨੇਡਾ ਭੇਜ ਦਿਓ, ਅਮਰੀਕਾ ਭੇਜ ਦਿਓ, ਜੰਗਲਾਂ 'ਚ ਭੇਜ ਦਿਓ, ਜਿੱਥੇ ਮਰਜ਼ੀ ਜਾਓ। ਕਿਉਂ ਇਹਨਾਂ ਦਾ ਫਿਰ ਇਹਨੂੰ ਆਏ ਆ ਵੀ ਜਿਹੜਾ ਹੁਣ ਇਹ ਮੁੱਦਾ ਉਠਾਉਂਦੇ ਆ ਇਹਨਾਂ ਦੇ ਮੁੱਦੇ ਵਿੱਚ ਹੀ ਰਹਿ ਜਾਣ। ਮੁੱਦੇ ਇਹਨਾਂ ਦੇ ਕੀ ਹੈ? 75 ਸਾਲ ਹੋ ਗਏ, ਤੁਸੀਂ ਇਹ ਵੇਖ ਲਓ ਵੀ ਇਹ ਕਹਿੰਦੇ ਨਾਲੀ ਬਣਾਤੀ, ਅਸੀਂ ਲੈਂਪ ਦੇਤਾ ਤੁਹਾਨੂੰ, ਲਾਈਟ ਸਟਰੀਟ ਲਾਈਟ ਦੇਤੀ, ਆਪਣਾ ਬੈਂਚ ਦੇਤੇ। ਇਹ ਤਾਂ ਯਾਰ ਬੁਨਿਆਦੀ ਚੀਜ਼ਾਂ ਹੈ। ਜੇ ਕਿਸੇ 2 ਘਰਾਂ ਨੂੰ ਬੈਂਚ ਮਿਲ ਜਾਣਗੇ, ਪਹਿਲਾਂ ਕਿਹੜਾ ਉਹ ਥੱਲੇ ਬਹਿੰਦੇ ਸੀਗੇ ਜਾਂ ਬਹਿੰਦੇ ਸੀ। ਮੁੱਦੇ ਹੈਗੇ ਆ ਨੌਜਵਾਨੀ ਕਿਵੇਂ ਬਚੂਗੀ, ਪੰਜਾਬ ਕਿਵੇਂ ਬਚੂਗਾ, ਪਾਣੀ ਕਿਵੇਂ ਬਚਣਗੇ, ਨਸ਼ਾ ਮੁਕਤ ਕਿਵੇਂ ਹੋਊਗਾ, ਇਹ ਤਾਂ ਕੋਈ ਮੁੱਦਾ ਹੀ ਨਹੀਂ। ਸਟੱਡੀ ਦਾ ਕੋਈ ਮੁੱਦਾ ਹੈ ਨਹੀਂ। ਆ ਪਿੱਛੇ ਹੁਣ ਅਸੀਂ 4 ਦਿਨ ਹੋ ਗਏ, ਅਸੀਂ ਆਪ ਦੇ ਕਿਸਾਨ ਯੂਨੀਅਨ ਦੇ ਸਿਰ ਤੇ ਅਸੀਂ ਆਪ ਸਾਰੇ ਪ੍ਰਸ਼ਾਸਨ ਨੂੰ ਆਖਿਆ ਵੀ ਸਕੂਲ ਖੋਲ੍ਹੋ ਜਿੰਨੇ ਨੇੜੇ ਨੇੜੇ ਹੈਗੇ ਆ। ਤਾਂ ਤੁਹਾਡੇ ਸਾਹਮਣੇ ਵੇਖ ਲਓ ਵੀ 9 ਤਰੀਕ ਤੋਂ ਸਕੂਲ ਚਾਲੂ ਹੋ ਗਏ। ਇਸ ਗੱਲ ਤੋਂ ਪਾਸੇ ਤਾਂ ਕੋਈ ਆਉਂਦਾ ਹੀ ਨਹੀਂ। ਜੋ ਕੋਈ ਬੰਦਾ ਇੰਨਾ ਦਿਮਾਗ ਨਹੀਂ ਲਾਉਂਦਾ ਉਹ ਇਹਨਾਂ ਚੱਕਦਾ ਝੰਡੇ ਤੇ ਤੁਰਿਆ ਜਾਂਦਾ ਹੈਗਾ। ਸਾਡੇ ਪਿੰਡ ਦੇ ਵਿੱਚ ਕੀ ਆ 5-7 ਬੰਦੇ ਹੈਗੇ, ਅੱਜ ਹੀ ਮੈਂ ਵੇਖਿਆ ਉਹ ਝੰਡੇ ਚੱਕ ਕੇ ਤੁਰੇ ਫਿਰਨ। ਮੈਂ ਕਿਹਾ ਯਾਰ ਝੰਡੇ ਤੁਸੀਂ ਐ ਲਈ ਜਾਂਦੇ, ਥੋੜੇ ਤੋਂ ਦਫ਼ਤਰ ਬਣਾਓ, ਜਿਹੜੇ ਬੰਦੇ ਨੂੰ ਝੰਡਾ ਚਾਹੀਦਾ ਆਪੇ ਉੱਥੇ ਚੱਕੂਗਾ।
ਅਗੇ ਨਹੀਂ ਸਾਨੂੰ ਪਿੰਡ ਨੇ ਸਾਨੂੰ ਆਖਿਆ ਹਾਈ ਕਮਾਂਡ ਦਾ ਆਰਡਰ ਆ ਵੀ ਤੁਸੀਂ ਪਿੰਡ ਸਾਂਭਣਾ ਤੇ ਮੈਂ ਕਿਹਾ ਜਿੱਦੇ ਮੈਂ ਕਿਹਾ ਪਿੰਡ ਨੇ ਤੁਹਾਨੂੰ ਸਾਂਭ ਲੈਣਾ, ਤੁਹਾਨੂੰ ਲੀਡਰਸ਼ਿਪ ਨੇ ਕੁਝ ਨਹੀਂ ਕਰਨਾ, ਭਾਈਚਾਰਾ ਬਣਾ ਕੇ ਰੱਖੋ, ਵੋਟ ਜਿੱਥੇ ਪਾਉਣੀ ਹੈ ਪਾਓ। ਧੱਕੇ ਨਾਲ ਅਗਲੇ 12 ਚੜ੍ਹ ਕੇ ਝੰਡੇ ਲਾਉਂਦੇ ਆ, ਇਹ ਗੱਲ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਜਿਹਨੇ ਮੈਂ ਵੋਟ ਪਾਉਣੀ ਹੈ ਮੈਨੂੰ ਪਤਾ ਵੀ ਮੇਰੀ ਵੋਟ ਹੈ, ਆਪਾਂ ਨੂੰ ਅਧਿਕਾਰ ਕਿੰਨਾ ਛਿੱਤਰੀ ਹੋ ਗਏ ਲੜਾਈਆਂ ਲੜ ਕੇ ਆਪਾਂ ਨੂੰ ਇਹ ਅਧਿਕਾਰ ਮਿਲਿਆ, ਸੰਵਿਧਾਨ ਮਿਲਿਆ ਹੈਗਾ। ਤੇ ਉਹ ਹੁਣ ਕੀ ਕਹਿੰਦੇ ਆ ਬਸ ਯਾਰ ਆਪਾਂ ਰਿਸ਼ਤੇਦਾਰ ਆ, ਮੈਂ ਤੇਰਾ ਕੰਮ ਕਰਾ ਦੂੰ। ਯਾਰ ਜਿਹੜਾ ਕੋਈ ਸੱਚਾ ਸੁੱਚਾ ਬੰਦਾ ਉਹਨੂੰ ਕੰਮ ਪੈਂਦਾ ਹੀ ਕੋਈ ਨਹੀਂ। ਮੈਂ ਆਪਦੀ ਖੇਤੀ ਕਰਦਾ, ਮੈਂ ਆਪਦੀ ਮਿਹਨਤ ਕਰਦਾ, ਮੈਂ ਕੋਈ ਮਾੜਾ ਚੰਗਾ ਕੰਮ ਨਹੀਂ ਕਰਨਾ। ਮੈਨੂੰ ਲੀਡਰਾਂ ਦੀ ਲੋੜ ਕੀ ਹੈ? ਨਾ ਮੈਂ ਕਿਸੇ ਨਾਲ ਲੜਾਂ, ਜੇ ਕਿਸੇ ਨੇ ਕੋਈ ਕਹਿ ਵੀ ਤਾਂ ਫੇਰ ਵੀ ਬੰਦਾ ਚੁੱਪ ਕਰਕੇ ਘਰੇ ਆ ਜਾਂਦਾ। ਮੈਨੂੰ ਲੀਡਰਾਂ ਦੀ ਲੋੜ ਹੀ ਨਹੀਂ, ਲੋੜ ਹੈਗੀ ਮੈਨੂੰ ਰੁਜ਼ਗਾਰ ਦੀ। ਮੈਨੂੰ ਜਿਹੜਾ ਕੋਈ ਮੈਨੂੰ ਖੇਤੀਬਾੜੀ 'ਚ ਮੈਨੂੰ ਕੋਈ ਰੇ ਸਪਰੇਅ ਮਿਲਣੀ ਹੈ ਉਹਦਾ ਮੈਨੂੰ ਚਾਹੀਦਾ ਹੈਗਾ, ਪੂਰੀ ਚੀਜ਼ ਸਮੇਂ ਸਿਰ ਚਾਹੀਦੀ ਹੈ। ਹੁਣ ਕਣਕ ਬੀਜਤੀ ਰੇ ਨਹੀਂ ਮਿਲਦੀ, ਆਹ DAP ਵੇਖ ਲਓ। ਜ਼ਿਮੀਂਦਾਰ ਦਾ ਤਾਂ ਇੰਨਾ ਬੁਰਾ ਹਾਲ ਹੋਇਆ ਪਿਆ, ਇਹਨਾਂ ਨੂੰ ਪੈਸਾ ਨਾਲ ਜ਼ਹਿਰ ਨਹੀਂ ਮਿਲਦਾ, ਬਾਹਲੀ ਚੀਜ਼ ਤਾਂ ਮਿਲਣੀ ਕੀ ਹੈਗੀ। ਤੇ ਇਹੀ ਸਾਡੇ ਵਿੱਚ ਕਈ ਜ਼ਿਮੀਂਦਾਰ ਭਰਾ ਹੈਗੇ ਆ, ਝੰਡੇ ਚੱਕ ਲੈਂਦੇ ਆ, ਆਪਦੇ ਗੱਡੀਆਂ ਦੇ ਵਿੱਚ ਤੇਲ ਬਾਲ ਲੈਂਦੇ ਆ। ਤੇ ਜੇ ਉਹਨਾਂ ਘਰਾਂ ਨੂੰ ਅਸੀਂ ਜਾ ਕੇ ਆਖੀ ਯਾਰ ਸਾਨੂੰ ਐਂ ਕਰੋ ਤੁਸੀਂ ਕੋਈ 5-5 7-7 ਹਜ਼ਾਰ ਰੁਪਏ ਦੇ ਦਿਓ, ਅਸੀਂ ਗਰਾਊਂਡ ਬਣਾ ਲਈਏ, ਕੋਈ ਜਿਮ ਬਣਾ ਲਈਏ, ਕੋਈ ਚੰਗਾ ਕੰਮ ਕਰ ਲਈਏ, ਉਸ ਪਾਸੇ ਨਹੀਂ ਆਉਣਾ। ਕਿਤੇ ਲੀਡਰ ਨੂੰ ਬਿਸਕੁਟ ਖਵਾਤੇ, ਕਿਤੇ ਕਾਜੂ ਖਵਾਤੇ, ਤੇ ਉਹੀ ਬਸ 2 ਮਹੀਨੇ ਆਉਂਦੇ, ਉਦੋਂ ਬਾਅਦ ਉਹਨਾਂ ਨਾਲ ਵੀ ਉਹ ਹਾਲ ਹੁੰਦਾ ਜਿਹੜਾ ਨੋਰਮਲ ਆਮ ਜਨਤਾ ਨਾਲ ਹੁੰਦਾ। ਇਸ ਕਰਕੇ ਸਾਡੀ ਤੇ ਨੌਜਵਾਨਾਂ ਦੀ ਸੋਚ ਹੈਗੀ ਹੈ, ਹੋਰ ਵਰਗ ਦੀ ਸੋਚ ਹੈ ਵੀ ਐਂਤੀ ਇੱਕ ਮੌਕਾ ਝਾੜੂ ਸਰਕਾਰ ਨੂੰ ਮਿਲੂਗਾ, ਭਗਵੰਤ ਮਾਨ ਨੂੰ ਮਿਲੂਗਾ, ਬਸ ਮੌਕਾ ਦੇਣਾ। ਅੱਛਾ, ਜਿਹੜੀ ਪਹਿਲਾਂ ਸਰਕਾਰ ਰਹੀ ਹੈ, ਤੁਸੀਂ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ, ਕਈ ਵਾਅਦੇ ਕੀਤੇ ਸੀ, ਕਈ ਖਾਸ ਵਾਅਦੇ ਸੀ, ਘਰ ਘਰ ਨੌਕਰੀ, ਨਸ਼ਾ ਮੁਕਤੀ, ਸਮਾਰਟਫੋਨ, ਕੋਈ ਵਾਅਦਾ ਪੂਰਾ? ਨਾ ਹੀ ਮੇਰੇ ਹਿਸਾਬ ਨਾਲ ਤਾਂ ਕੋਈ ਵਾਅਦਾ ਨਹੀਂ ਪੂਰਾ ਹੋਇਆ। ਨਾ ਤਾਂ ਕਿਸੇ ਨੂੰ ਸਮਾਰਟਫੋਨ ਮਿਲਿਆ ਤੇ ਨੌਕਰੀ ਤਾਂ ਮੈਨੂੰ ਲੱਗਦਾ ਕੋਈ ਲੱਗਿਆ ਹੀ ਨਹੀਂਗਾ। ਪਿਛਲੇ 5 ਸਾਲਾਂ ਤੋਂ ਮੈਨੂੰ ਤਾਂ ਕੋਈ ਲੱਗਦਾ ਨਹੀਂ ਨੌਜਵਾਨ ਲੱਗਿਆ ਹੋਊਗਾ। ਹਾਂ, ਚਿੱਟੇ ਨੂੰ ਜ਼ਰੂਰ ਬਹੁਤ ਲੱਗ ਗਏ, ਉਹ ਅਸੀਂ ਆਪਦੇ ਇੰਜਨਾਂ ਦੇ ਵਿੱਚ ਤੇਲ ਪਾ ਆਉਣੇ ਆ ਤੇ ਉਹ ਪਤੰਦਰ ਉਦੋਂ ਪਤਾ ਲੱਗਦਾ 70-80 ਰੁਪਏ ਲੀਟਰ, ਉਹ ਸਾਰਾ ਕੱਢ ਕੇ ਲੈ ਜਾਂਦੇ ਆ। ਜੇ ਕੋਈ ਮੱਛੀ ਮੋਟਰ ਉਹਦੀ ਤਾਰ ਵੱਢ ਕੇ ਲੈ ਜਾਂਦੇ ਆ। ਜੇ ਕੋਈ ਟਰਾਂਸਫਾਰਮ ਜਾ ਕੇ ਵੇਖੀਦਾ ਵੀ ਹਾਂ ਵੀ ਲਾਈਟ ਲਾਈਏ ਤੇ ਉਹਦੇ ਨਾਲ ਪੈਪ ਹੀ ਨਹੀਂ ਹੁੰਦੀ। ਆਹ ਤਾਂ ਹਾਲਾਤ ਹੈ। ਤਾਂ ਪਿੱਛੇ ਜੇ ਬਈ ਸੋਚ ਵਾਲੀ ਤਾਂ ਪੈਪ ਹੀ ਨਹੀਂ ਹੁੰਦੀਗੀ, ਉਹ ਲੈ ਜਾਂਦੇ ਲਾ ਕੇ ਲੈ ਜਾਂਦੇ ਹੈਗੇ ਤੇ ਤਾਰਾਂ ਲਾ ਕੇ ਲੈ ਜਾਂਦੇ ਆ, ਖੰਭੇ ਰਹਿ ਜਾਂਦੇ ਹੈਗੇ। ਸਾਡੇ ਬਾਬਾ ਜੀ ਦੀਆਂ ਮੋਟਰਾਂ ਚੋਰੀ 2 ਟਰਾਮੀਟਰ ਖੋਲਿਆ ਜੀ, 8 ਦਿਨ ਉੱਤੇ ਹੀ ਪਏ ਹਲੇ ਉਹਦੇ ਰਿਪੋਰਟ ਦੇਣੀ ਆ, ਫੇਰ ਲਵਾਂਗੇ। 5 ਕਿੱਲੇ ਤਾਰ ਵੱਢ ਕੇ ਪਹਿਲਾਂ ਲੱਗੇ, 5 ਫੇਰ ਲੱਗੇ, 5 ਰਜੀਤੇ ਕੇ ਨਹਿਰ ਕੋਲ ਵੱਢ ਕੇ ਲੱਗੇ। ਸ਼ਰੇਆਮ ਲਈ ਜਾਂਦੇ ਜੀ, ਜ਼ਿਮੀਂਦਾਰ ਬਹੁਤ ਤੰਗ ਹੈ ਇਸ ਵੇਲੇ। ਕੋਈ ਸੂਰ ਇੰਨੇ ਹੋ ਗਏ ਜੀ, ਉਹ ਨਹੀਂ ਕੋਈ ਮਾਰਨ ਦਾ, ਬਾਂਦਰ ਉਦੋਂ ਜ਼ਿਆਦਾ ਹੋ ਗਏ। ਜ਼ਿਮੀਂਦਾਰ ਤਾਂ ਫਾਹੇ ਟੰਗਦਾ ਹੁਣ ਜੀ ਗਵਰਨਮੈਂਟ ਨੇ। ਇਧਰ ਬਾਂਦਰਾਂ ਦੀ ਸਮੱਸਿਆ ਵੀ ਹੈ ਬੜੀ ਬਾਂਦਰ ਜੀ, ਤੇ ਨਾ ਮੱਕੀ ਛੱਡੇ ਨਾ ਗੰਨੇ ਵੀ ਜਿਹੜੇ ਮਾੜੇ ਮਾੜੇ ਲੋਕ ਵੱਢ ਲਏ ਉਹ ਪੈਸੇ ਸਾਰੇ ਉਹ ਤੋੜ ਦਿੰਦੇ ਆ। ਬੜੇ ਤੰਗ ਆ ਜੀ। ਰਾਖੀ ਕਿਸਾਨ ਬਾਈ ਕਿੱਥੇ ਰੱਖੂਗਾ ਰਾਖੀ? ਟਰਾਂਸਫਾਰਮ ਦੀ ਰਾਖੀ ਕਿੱਥੇ ਰੱਖੂਗਾ? ਹਾਂ, ਚੋਰ ਰਾਤ ਨੂੰ ਕਿੱਥੇ ਜਾਊਗਾ? ਗੱਲ ਤਾਂ ਇਹ ਹੈ ਨਾ ਜੀ ਮੇਨ ਤਾਂ। ਚਿੱਟੇ ਵਾਲਿਆਂ ਨੂੰ ਹੁਣ ਜਿਹੜੇ ਚਿੱਟਾ ਕੋਈ ਲਾਉਂਦੇ ਹੈਗੇ ਆ ਉਹਨਾਂ ਤੋਂ ਡਰੀਦਾ। ਜੇ ਉਹਨਾਂ ਨੂੰ ਫੜ ਕੇ ਪੁਲਿਸ ਵਾਲਿਆਂ ਨੂੰ ਦੇ ਆਈਏ ਤੇ ਪੁਲਿਸ ਵਾਲੇ ਨਹੀਂ ਰੱਖਦੇਗੇ। ਬਾਹਲੀ ਗੱਲ ਕੀ ਹੈ, ਪੁਲਿਸ ਵਾਲੇ ਰੱਖਦੇ ਨੇ, ਛੱਡ ਦਿੰਦੇ ਆ। ਪ੍ਰਸ਼ਾਸਨ ਦਾ ਆਹ ਕੰਮ ਹੋਇਆ ਹੈਗਾ। ਅਸੀਂ ਇੱਥੋਂ ਫੜਾਈ ਦਾ ਸਾਰਾ ਪਿੰਡ ਤੇ ਉਹ ਨਹਿਰ ਜਾ ਕੇ ਉਹਨਾਂ ਨੂੰ ਉਤਾਰ ਦਿੰਦੇ ਆ। ਇੱਥੋਂ ਹੀ ਹੈ ਜੀ, ਇੱਥੋਂ ਹੀ ਚੋਰਾਂ ਨੇੜੇ ਦੇ ਹੈਗੇ ਆ, ਲੀਡਰ ਮਿੰਟਾਂ ਛੜਾ ਦਿੰਦੇ। ਗੱਲ ਤਾਂ ਇਹ ਹੈ, ਚੋਰੀ ਤਾਂ 1 ਮਿੰਟ 'ਚ ਚੋਰ ਤਾਂ ਪੰਜਾਬ ਦੂਜਾ ਬਿਹਾਰ ਬਣ ਜਾ ਰਿਹਾ ਹੈਗਾ। ਜੇ ਇੱਕ ਵਾਰੀ ਇਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਚੱਲ ਰਹੀਆਂ ਨਾ, ਜੇ ਇਹਨਾਂ ਦੀ ਸਰਕਾਰ ਫੇਰ ਆ ਗਈ ਤੇ ਪੰਜਾਬ ਨੂੰ ਇਹਨਾਂ ਨੇ ਦੂਜਾ ਬਿਹਾਰ ਬਣਾ ਦੇਣਾ। ਕੋਈ ਬਜ਼ੁਰਗ ਆਏ ਨਹੀਂ, ਕੋਈ ਬਜ਼ੁਰਗ ਮਾਤਾ ਦੇ ਕਾਂਟੇ ਪਾਏ ਹੁੰਦੇ, ਚੈਨ ਪਾਈ ਹੁੰਦੀ ਹੈ, ਮਜਾਲਕਾ ਇੱਕ ਘਰ ਟੱਪ ਕੇ ਦਾਵਦੇ 10ਵੇਂ ਘਰੇ ਜਾ ਵੜੇ, ਨਾਲ ਦੀ ਨਾਲ ਹੀ ਉਹਦੇ ਕੰਨ ਵੀ ਲਾ ਲੈਂਦੇ ਆ ਤੇ ਉਹਨੂੰ ਧੱਕਾ ਮਾਰ ਕੇ ਸਿੱਟ ਜਾਂਦੇ ਆ। ਆਹ ਹਾਲਾਤ ਹੋਇਆ ਮੇਰੀ ਖੁਦ ਦੀ। ਅਸੀਂ ਪਿਛਲੇ ਵਾਰੀ ਮਤਲਬ ਸਾਲ ਕੁ ਹੋ ਗਿਆ, ਲੋਕਡਾਊਨ ਸੀ, ਉਸੋਂ ਬੋਰੀ ਫੜੀ ਸੀ ਡੋਡਿਆਂ ਦੀ। ਅਸੀਂ ਇੰਨੇ ਰਿਸਕ ਤੇ ਫੜੀ, ਰਾਤ ਨੂੰ ਤੁਰੇ ਫਿਰੇ ਤੇ ਸਾਡੇ ਪਿੰਡ ਦਾ ਲੀਡਰ ਹੀ ਜਾ ਕੇ ਅਗਲੇ ਦਿਨ ਉਹ ਬੰਦਿਆਂ ਨੂੰ ਛੁਡਾ ਲਿਆਇਆ ਸੀਗਾ। ਤੇ ਸਾਡੇ ਘਰ ਦੇ ਸਾਨੂੰ ਲੜੇ ਵੀ ਤੁਸੀਂ ਕਿਉਂ ਰਿਸਕ ਲਿਆਈ। ਇਹੋ ਜਿਹਾ ਤਾਂ ਹਾਲ ਆਈ, ਅਗਲਾ ਮਾਰ ਜੇ ਕੁੱਲ ਮਿਲਾ ਕੇ ਨਾ ਲੋਕਾਂ ਨੂੰ ਵੀ ਕਿਸਾਨ ਯੂਨੀਅਨ ਨੂੰ ਏਕਾ ਕਰਨਾ ਪਊਗਾ। ਇੱਕ ਹੈ ਜੀ ਬਰਕਦਾ, ਜੇ 10 ਜਣੇ ਖੜਾਂਗੇ ਤਾਂ ਕਿਤੇ ਉੱਥੇ ਚੋਰੀ ਵੀ ਨਹੀਂ ਹੁੰਦੀ। ਕਹਿਣ ਦਾ ਮਤਲਬ ਲਈ ਏਕਾ ਬਣਾ ਕੇ ਰੱਖਣਾ ਪਊ। ਪਾਰਟੀਆਂ ਤੋਂ ਆਸ ਨਾ ਕਰੋ, ਆਪਣੀ ਰਾਖੀ ਆਪ ਕਰੋ ਬਈ ਜੀ। ਦੂਜੇ ਬੰਦੇ ਤਾਂ ਨਾ ਬਈ ਪਤਾ ਕੀ ਆ ਵੀ ਹਰ ਇਕੱਠੇ ਘੱਟ ਹੁੰਦੇ ਆ। ਜੇ ਚਿੱਟੇ ਵਾਲਿਆਂ ਨੂੰ ਆਖ ਦਈਏ ਨਾ ਕੁਛ ਵੀ ਭਾਈ ਤੁਸੀਂ ਕਿਉਂ ਕਰਦੇ ਨਸ਼ਾ ਜਾਂ ਕਿਉਂ ਕਰਦੇ, ਤੇ ਲੱਤਾਂ ਤੋੜ ਦਿੰਦੇ ਇਕੱਠੇ ਹੋ ਕੇ, ਤੇ ਡਰਦਾ ਕੋਈ ਬੰਦਾ ਬਾਹਰ ਨਹੀਂ ਨਿਕਲਦਾ ਗਾ। ਇੰਨਾ ਬੁਰਾ ਹਾਲ ਆ। ਉਹਨਾਂ ਦਾ ਏਕਾ, ਲੋਕਾਂ ਦਾ ਏਕਾ ਨਹੀਂ। ਲੋਕਾਂ ਦਾ ਏਕਾ ਹੈ ਨਹੀਂਗਾ। ਬਦਲਾਅ ਜ਼ਰੂਰੀ ਹੈ ਜੀ, ਪਰ ਜਿਹੜਾ ਮਾਨ ਸਿਮਰਜੀਤ ਸਿੰਘ ਮਾਨ ਦਾ ਸਟੈਂਡ ਹੈ ਜੀ, ਉਹਨਾਂ ਦੀ ਪਾਰਟੀ ਬਾਰੇ ਇੱਥੇ ਖੜਿਆ ਜੀ, ਇਹਨਾਂ ਤੋਂ ਪੁੱਛ ਲਓ ਜੀ, ਕਿਸੇ ਨੂੰ ਪਤਾ ਹੀ ਨਹੀਂ ਹੋਣਾ ਵੀ ਮਲੋਟ 'ਚ ਬੰਦਾ ਕਿਹੜਾ ਉੱਠਿਆ। ਮੈਂ ਵੋਟ ਪਾਉਣੀ ਸਿਮਰਜੀਤ ਸਿੰਘ ਮਾਨ ਨੂੰ।
ਪਰ ਉਹ ਬੰਦੇ ਵਰਗਾ ਸੱਚਾ ਸੁੱਚਾ ਹੈ ਨਹੀਂ। ਕਿਸੇ ਨੂੰ ਮੈਂ 2-3 ਮੁੰਡਿਆਂ ਨੂੰ ਪੁੱਛਿਆ ਵੀ ਵੋਟ ਮੈਨੂੰ ਇਹ ਤੂੰ ਕਿਹਨੂੰ ਪਾਉਣੀ ਆ, ਕਿ ਮੈਂ ਕਿਸਾਨ ਯੂਨੀਅਨ ਕਿਹਨੂੰ ਕਹਿੰਦਾ ਤੂੰ ਇੱਧਰ ਕਿਉਂ ਜਾਣਾ, ਸੋਡਾ ਤਾਂ ਤੁਸੀਂ ਤਾਂ ਜਾਣਾ ਨਹੀਂ ਸੀ। ਮੈਂ ਕਿਹਾ ਮੈਂ ਤਾਂ ਵੋਟ ਉਹਨੂੰ ਪਾਉਣੀ ਆ। ਤੇ ਮੈਂ ਪੁੱਛਿਆ ਤੁਸੀਂ ਆਂਦੇ ਇਹ ਕੌਣ ਆ ਰੇਸ਼ਮ ਸਿੰਘ, ਉਹਨਾਂ ਨੂੰ ਆਈ ਨਹੀਂ ਪਤਾ ਰੇਸ਼ਮ ਸਿੰਘ ਕੌਣ ਆਈ। ਮਲੋੜ ਤੋਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਆਈ। ਉਹ ਜਾਂ ਸਟੈਂਡ ਹੈ ਨਹੀਂਗਾ। ਉਹ ਪਾਰਟੀ ਨੂੰ ਵੀ ਜ਼ਰੂਰ ਮੌਕਾ, ਚਲੋ ਐਤਕੀ ਆਪਦੀ ਸਰਕਾਰ ਬਣੂਗੀ, ਮੌਕਾ ਵੀ ਦੇਣਾ ਚਾਹੀਦਾ। ਪਰ ਮੈਂ ਤਾਂ ਉਸੇ ਨੂੰ ਸਪੋਰਟ ਕਰਦਾ ਜੀ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜਾਂ ਜਿਹੜਾ ਉਹਨਾਂ ਦਾ ਸਟੈਂਡ ਆਈ ਉਹ ਜਾਂ ਸਟੈਂਡ ਮੈਂ ਨਹੀਂ ਵੇਖਿਆ ਕਿਸੇ ਦਾ ਹੋਊਗਾ। ਦੀਪ ਸਿੱਧੂ ਨੂੰ ਆਂਦੇ ਸੀ ਮਾੜਾ ਬੰਦਾ ਐਵੇਂ ਆ, ਮੈਨੂੰ ਮੇਰੇ ਨਾਲ ਵਾਲੇ ਛੇੜਦੇ ਹੁੰਦੇ ਸੀ ਐਂ ਆ, ਪਰ ਉਹ ਬੰਦੇ ਵਰਗਾ ਸਟੈਂਡ ਅੱਜ ਉਹ ਸਾਰੇ ਚੁੱਕਦੇ ਆ ਹੈ ਨਹੀਂ ਗਈ। ਉਹੋ ਜਿਹੇ ਬੰਦਿਆਂ ਦੀ ਸਾਨੂੰ ਲੋੜ ਆ। ਆਪਾਂ ਕਹਿ ਦਿੰਦੇ ਆ ਵੀ ਭਿੰਡਰਾਂ ਵਾਲੇ ਸੰਤ ਭਿੰਡਰਾਂ ਵਾਲਾ ਆ ਜਾਣ, ਉਹ ਆਪ ਨਹੀਂ ਆਉਂਦੇ। ਆਪਾਂ ਨੂੰ ਵੇਖਣਾ ਚਾਹੀਦਾ ਵੀ ਕੀ ਆ। ਠੀਕ ਆ, ਆਪਾਂ ਨੂੰ ਕਹਿੰਦੇ ਉਹ ਬੀਜੇਪੀ ਦਾ ਬੰਦਾ ਐਂ ਆ, ਜੇ ਉਹ ਜਜ਼ਬਾਤੀ ਮੈਂ ਸਿਰੋਂ ਮੋਨਾ ਹੀ, ਪਰ ਸਾਡੇ ਅੰਦਰ ਜਜ਼ਬਾ ਹੈਗਾ ਗਾ ਗੁਰੂ ਗ੍ਰੰਥ ਸਾਹਿਬ ਕਰਨੀ ਜਾਂ ਕੁਛ ਵੀ ਆ। ਜੇ ਆਪਾਂ ਕਹੀਏ ਵੀ ਉਹਨਾਂ ਦੀ ਰੀਸ ਨਹੀਂ ਕੋਈ ਕਰ ਸਕਦੇ, ਭਗਵੰਤ ਮਾਨ ਵੀ ਨਹੀਂ ਕਰ ਸਕਦਾ, ਸਿਮਰਜੀਤ ਸਿੰਘ ਮਾਨ, ਹਾਂਜੀ ਦੀਪ ਸਿੱਧੂ ਹੋ ਗਏ। ਇਹਨਾਂ ਦਾ ਬਸ ਕੀ ਆ, ਸਰਵੇ ਦਿਖਾਉਂਦੇ ਆ। ਇਹਨਾਂ 'ਚ ਆਹ ਕਾਂਗਰਸ ਬੀਜੇਪੀ ਅਕਾਲੀ ਦਲ ਇਹਨਾਂ ਦਾ ਸਰਵੇ ਦਿਖਾ ਰਿਹਾ। ਸਿਮਰਜੀਤ ਮਾਨ ਦਾ ਮੈਨੂੰ ਤੁਸੀਂ ਸਰਵੇ ਦਿਖਾ ਦਿਓ। ਇਹ ਲੋਕ ਚਾਹੁੰਦੇ ਹੀ ਨਹੀਂ, ਸਾਰੇ ਰਲੇ ਮਿਲੇ ਆ, ਉਹਨਾਂ ਨੂੰ ਤਾਂ ਇਹ ਸਰਵੇ 'ਚ ਹੀ ਨਹੀਂ ਦਿਖਾ ਰਹੇ। ਜਿਹੜਾ ਆਹ ਦਿੱਲੀ ਕਾਂਡ ਹੋਇਆ, ਅਮਰਤਪਾਲ ਸਿੰਘ ਆਪ ਗਿਆ, ਆਪਦਾ ਉਹ ਨਾਮਜ਼ਦਗੀ ਪੱਤਰ ਭਰਨਾ ਸੀ, ਉਹ ਛੱਡ ਕੇ ਬੰਦਾ ਗਿਆ, ਉੱਥੇ ਲਿਖ ਕੇ ਆਇਆ ਸੀ ਸਿੰਘ ਜਿਉਂਦੇ ਆ ਬਦਲਾ ਲੈਣਗੇ। ਸਾਨੂੰ ਇਹ ਜਿਹੇ ਬੰਦਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ। ਕੀ ਪਤਾ ਜੇ ਆਪਾਂ ਉਹਨਾਂ ਦੀ ਸਪੋਰਟ ਕਰੀਏ ਕੱਲ੍ਹ ਨੂੰ ਮੇਰੇ ਸਿਰ ਤੇ ਵੀ ਜੂੜਾ ਹੋਵੇ, ਮੈਂ ਵੀ ਸਿੰਘ ਹੋਵਾਂ। ਬਾਕੀ ਐ ਨਾ ਸ਼੍ਰੋਮਣੀ ਕਮੇਟੀ ਪ੍ਰਮੋਟ ਹੀ ਨਹੀਂ ਕਰ ਰਹੀ ਸਿੱਖ ਧਰਮ ਨੂੰ। ਸ਼੍ਰੋਮਣੀ ਕਮੇਟੀ ਸਾਡੇ ਪਿੰਡ ਆਪਦੇ ਬਣਿਆਗਾ ਕਮੇਟੀ ਵਾਲਿਆਂ ਦਾ, ਸ਼੍ਰੋਮਣੀ ਕਮੇਟੀ ਦਾ ਬਣਿਆ, ਪਿੰਡ ਨੇ ਜ਼ਮੀਨ ਦਿੱਤੀ ਹੈਗੀ, 10 ਕਿੱਲਿਆਂ ਦੇ ਵਿੱਚ ਸਕੂਲ ਬਣਿਆ, ਉੱਥੇ ਸਟਾਫ ਵੀ ਹੈ ਨਹੀਂਗਾ। ਜਿੱਥੇ ਸਟਾਫ ਹੋਵੇ, ਪਿੰਡ ਦੇ ਬੱਚਿਆਂ ਨੂੰ ਸਹੂਲਤ ਹੋਵੇ, ਗੁਰੂ ਸਿੱਖ ਦੇ ਜਿਹੜਾ ਗੁਰੂ ਦਾ ਸਿੱਖ ਬਣਿਆ ਹੈਗਾ ਉਹਦੇ ਬੱਚਿਆਂ ਨੂੰ ਅੰਮ੍ਰਿਤਧਾਰੀ ਜਵਾਕ ਹੋਵੇ, ਹਾਂ ਫੀਸਾਂ ਹੀ ਛੋਟ ਹੋਵੇ, ਹੋਰ ਸਹੂਲਤਾਂ ਹੋਣ ਤੇ ਸਿੱਖ ਧਰਮ ਆਪੇ ਪ੍ਰਮੋਟ ਹੋਊਗਾ। ਇਹਨਾਂ ਨਾਲ ਤਾਂ ਵੇਖ ਲਓ ਵੀ ਅੱਜ ਆਪਣਾ ਦੂਜਾ ਧਰਮ ਆ ਯਿਸੂ ਮਸੀਹ ਵਾਲੇ, ਇਹ ਜ਼ਿਆਦਾ ਪ੍ਰਮੋਟ ਕਰੀ ਜਾਂਦੇ ਆ ਧਰਮ ਨੂੰ। ਸਾਡੇ ਧਰਮ ਦੀ ਤਾਂ ਪ੍ਰਮੋਸ਼ਨ ਹੀ ਹੈ ਨਹੀਂ, ਕਿਤੇ ਪ੍ਰਮੋਟ ਨਹੀਂ ਕਰ ਰਹੇਗੇ, ਇਸ ਕਰਕੇ ਸਿੱਖ ਧਰਮ ਪਿੱਛੇ ਹੋਈ ਜਾਂਦਾ। ਪੰਥ ਦਾ ਬਹੁਤ ਇਹਨਾਂ ਨੇ ਨਾਸ਼ ਕੀਤਾ ਜੀ। ਇਹਨਾਂ ਨੇ ਵੇਖੋ ਜੀ, ਬਾਦਲਾਂ ਨੇ ਬਾਦਲ ਦੇ ਰਾਜ 'ਚ ਅਸੀਂ 8ਵੀਂ 9ਵੀਂ ਤਾਈਂ ਅਸੀਂ ਬੱਚਾ ਨਹੀਂ ਫੇਲ ਕਰਨਾ। ਹੁਣ ਇਹਨਾਂ ਨੇ ਸਮਾਰਟਫੋਨ ਕੀਤੇ ਆ। ਸਮਾਰਟਫੋਨ ਦੀ ਕੀ ਲੋੜ ਆਈ ਜਵਾਕਾਂ ਨੂੰ? ਪਹਿਲਾਂ ਫੇਸਬੁੱਕ ਤੇ ਕੁਝ ਨਹੀਂ ਹੁੰਦਾ, ਫੇਸਬੁੱਕ ਤੇ ਸ਼ਰੇਆਮ ਗੰਦ ਆਉਂਦਾ ਜੀ। ਇਹ ਕਹਿੰਦੇ ਸਮਾਰਟਫੋਨ 10ਵੀਂ +2 ਵਾਲਿਆਂ ਨੂੰ ਦੇਵਾਂਗੇ, ਉਹਨਾਂ ਦੀ ਲੋੜ ਹੀ ਨਹੀਂ, ਫੋਨ ਦਿਓ ਹੀ ਨਾ, ਕੀ ਲੋੜ ਆਈ ਫੋਨ ਦੀ। ਇਹਨਾਂ ਨੇ ਸਭ ਤੋਂ ਵੱਧ ਕਾਂਗਰਸ ਅਕਾਲੀਆਂ ਨੇ ਇਹ ਬਹੁਤ ਨੁਕਸਾਨ ਕੀਤਾ ਜੀ ਇਹਨਾਂ ਨੇ। ਬਾਈ ਮੁਕਤਸਰ ਸਭ ਤੋਂ ਜ਼ਿਆਦਾ ਮੁਕਤਸਰ ਹਲਕਾ ਤੇ ਲੰਬੀ 'ਚ ਜਿਹੜਾ ਨੁਕਸਾਨ ਕੀਤਾ, ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਹੋਈ ਹੈ ਬਾਈ, ਇਹਨਾਂ ਦੇ ਰਾਜ 'ਚ ਹੋਈ ਹੈ। ਸਾਡੀ ਸਿੱਟ ਬਣਾ ਲਈ, ਫੜ ਲਿਆ, ਕੈਪਟਨ ਦੇ ਇੱਕ ਮਿਲੇ ਆ ਬਾਈ, 25-75 ਵਾਲੇ ਅੱਗੇ ਗੱਲ ਬਾਬਾ ਜੀ ਦੱਸ ਕੇ ਹਟਿਆ। ਕੁਛ ਨਹੀਂ ਬਾਈ ਇਹਨਾਂ ਨੇ ਕਰਨਾ, ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਬਾਈ ਜੀ ਸਾਡਾ ਪਿੰਡ ਆ ਜਿਹੜਾ, ਸਭ ਅਕਾਲੀਆਂ ਦੀ ਦੇਣ ਆ। ਇਹ ਕਾਂਗਰਸ ਨੂੰ ਅਸੀਂ ਮਾੜਾ ਨਹੀਂ ਆਂਦੇ, ਅਕਾਲੀਆਂ ਨੇ ਸਾਰਾ ਕੁਝ ਕੀਤਾ ਬਾਈ ਪਿੰਡ 'ਚ। ਠੀਕ ਹੈ, ਦਬਾ ਕੇ ਰੱਖਣਾ ਬੰਦੇ ਨੂੰ, ਪਰਚਾ ਕਰਾਉਣਾ ਬੰਦੇ ਤੇ। ਅੱਜ ਵੇਖ ਲਓ ਸਾਰਾ ਪਿੰਡ ਆਮ ਪਾਰਟੀ ਨਾਲ ਜੁੜਿਆ ਖੜਾ। ਜੇ ਮੰਨ ਲਾ ਆਪ ਵੀ ਨਾ ਕਰੂਗੀ ਬਾਈ, ਗਾਂ 5 ਸਾਲ ਦਾ ਇਹ ਰਹਿੰਦੇ ਆ, ਦਿਨ ਤਾਂ ਟੱਪ ਕੇ ਤੇ 5 ਸਾਲ ਆ ਗਏ। ਜੇ ਆਪ ਵੀ ਨਾ ਕਰੂਗੀ, ਅਗਲੇ ਕਿਹੜੇ ਅਸੀਂ ਆਪ ਨੂੰ ਵੋਟ ਵੀ ਨਹੀਂ ਪਾਉਂਦੇ। ਹਾਂ, ਬਦਲਾਅ ਦਾ ਕਹਿਣ ਦਾ ਮਤਲਬ ਵੀ ਇਹਨਾਂ ਨੂੰ ਕੰਮ ਕਰਨੇ ਪੈਣਗੇ, ਸਕੂਲ ਵੀ ਚੰਗੇ ਬਣਾਉਣੇ ਪੈਣਗੇ। ਮਾੜਾ ਬੰਦਾ ਬਈ ਇਲਾਜ ਨਹੀਂ ਕਰਾ ਸਕਦਾ ਹਸਪਤਾਲ 'ਚ ਜਾਵੜੇ ਨਾ, ਮਾੜਾ ਬੰਦੇ ਦੇ ਵੱਸ ਦਾ ਕੰਮ ਹੀ ਨਹੀਂ। ਮਾੜੇ ਬੰਦੇ ਦੀ ਉਦੋਂ ਹੀ ਮੌਤ ਹੋ ਜਾਂਦੀ ਹੈ ਬਈ। ਕਹਿਣ ਦਾ ਮਤਲਬ ਬਦਲਾਅ ਜ਼ਰੂਰੀ ਆ। ਇਹਨਾਂ ਨੂੰ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਬਦਲਾਅ ਕਰਨਾ ਪਊਗਾ, ਫਿਰ ਸਿਸਟਮ ਸਹੀ ਹੋਊਗਾ। ਜੇ ਨਾ ਕਰਨਗੇ ਤਾਂ ਕਾਹਨੂੰ ਬਈ ਵੋਟ ਨਹੀਂ ਮਿਲਣੀ। ਗੱਲ ਤਾਂ ਇੱਥੇ ਹੈ ਨਾ, ਵੋਟ ਦੀ ਕੀਮਤ ਬਹੁਤ ਆ। ਆਪਦੀ ਸੋਚ ਸਮਝ ਕੇ ਸਾਰੇ ਜਣੇ ਵੋਟ ਪਾਓ ਜੀ। ਠੀਕ ਹੈ, ਕੀ ਲੱਗਦਾ ਕੀ ਮਾਹੌਲ ਹੈ ਜੀ? ਮਾਹੌਲ ਤਾਂ ਅੱਜ ਦੇ ਟਾਈਮ ਜਿਹੜਾ ਆਮ ਆਦਮੀ ਦਾ ਹੈਗਾ ਜੀ। ਬਾਕੀ ਗੱਲ ਹੈ, ਜਿਵੇਂ ਕਾਂਗਰਸ ਸਰਕਾਰ ਨੇ ਕਿਹਾ ਸੀ ਵੀ ਰੋਜ਼ਗਾਰ ਦੇਵਾਂਗੇ। ਤੁਸੀਂ ਹਬੋਰ ਰੋਡ ਤੇ ਮੁਕਤਸਰ ਜੋ ਜਾਓਗੇ, ਇੱਕ ਉੱਥੇ ਗੋਡਾਊਨ ਆ ਚੌਧਰੀ ਦੀਆਂ ਦੁਕਾਨਾਂ, ਉੱਥੇ ਮੈਂ ਅੱਜ ਆਉਂਦਾ ਆ ਵੀ ਦੇਖ ਕੇ ਆਇਆ, ਘੱਟੋ ਘੱਟ 25 ਦੇ ਕਰੀਬ ਐਂਬੂਲੈਂਸਾਂ ਜਿਹੜੀਆਂ ਉੱਥੇ ਖੜੀਆਂ। ਜੇ ਉਹ ਅੱਜ ਚੱਲਦੀਆਂ ਹੁੰਦੀਆਂ ਤੇ ਘੱਟੋ ਘੱਟ ਬਾਲਾ ਨਹੀਂ 25 ਦੇ, ਜੇ 2 ਬੰਦੇ ਇੱਕ ਐਂਬੂਲੈਂਸ ਤੇ ਤਾਂ 50 ਬੰਦਿਆਂ ਨੂੰ ਰੋਜ਼ਗਾਰ ਮਿਲਣਾ ਸੀ। ਰੋਜ਼ਗਾਰ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਈਆਂ ਸੀ ਜੋ ਕਾਂਗਰਸ ਸਰਕਾਰ ਨੇ। ਨਸ਼ਿਆਂ ਦੇ ਮੁੱਦੇ ਕਰੇ ਸੀ। ਨਸ਼ੇ ਦੇ ਵਿੱਚ ਲੋਕਡਾਊਨ ਦੇ ਵਿੱਚ ਇਸ ਪਿੰਡ 'ਚੋਂ ਘੱਟੋ ਘੱਟ 5-6 ਲੋਕਡਾਊਨ ਦੇ ਵਿੱਚ ਚਿੱਟੇ ਦੇ ਕਾਰਨ ਮੌਤਾਂ ਹੋਈਆਂ। ਸਾਨੂੰ ਅਫਸੋਸ ਹੁੰਦਾ, ਦੱਸਦਾ ਵੀ ਸਾਡਾ ਦਿਲ ਦੁਖਦਾ ਹੈਗਾ ਵੀ ਐਡੇ ਹਾਲਾਤ ਮਾੜੇ ਕਰਤੇ ਸਾਡੇ। ਜੇ ਕਿਸੇ ਦੀ ਆਪਾਂ ਕਰਜ਼ੀ ਮਾਫੀ ਦੀ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਕਰਜ਼ਾ ਮਾਫ ਕਰਿਆ। ਇੱਕ ਕਾਗਜ਼ਾਂ 'ਚ ਕਰਿਆ, ਥਾਂ ਥਾਂ ਤੇ ਪੋਸਟਰ ਲਾਤੇ ਆ। ਜੇ ਚੰਨੀ ਸਾਹਿਬ ਨੇ 3 ਮਹੀਨੇ ਆਪਣੀ ਸਰਕਾਰ ਚਲਾਈ ਆ ਤੇ ਉਸ 'ਚ ਸਿਰਫ ਐਲਾਨ ਕਰੇ ਆ, ਕੋਈ ਮੁੱਦਾ ਹੱਲ ਨਹੀਂ ਕਰੇਗਾ, ਨਾ ਕੁਝ ਦਿਖਿਆ ਆਪਾਂ ਨੂੰ। ਜੇ ਸਕੂਲ ਦੇ ਨਿੱਦੇ ਦੇਖ ਗਏ, ਇੱਕ ਕਰੋਨਾ ਦੇ ਨਾਂ ਤੇ ਬੱਚਿਆਂ ਦਾ ਜਿਹੜਾ ਭਵਿੱਖ ਦਿਮਾਗੀ ਤੌਰ ਤੇ ਮੈਂਟਲ ਕਰਿਆ ਜਾ ਰਿਹਾ। ਕਿਉਂ ਅਸੀਂ ਵੀ ਕੋਈ ਕੰਮ ਕਰਦੇ ਆ ਫੀਲਡ 'ਚ,
ਤੇ ਉਸ ਦੇ ਸਾਨੂੰ ਜੇ ਸਾਰਾ ਦਿਨ ਆਪਾਂ ਫੋਨ ਤੇ ਲੱਗੇ ਰਹਿੰਦੇ ਆ, ਦਿਮਾਗੀ ਡਿਪਰੈਸ਼ਨ ਵਾਲਾ ਕੰਮ ਹੋ ਜਾਂਦਾ ਬੰਦੇ ਦਾ। ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਤੇ ਲੱਗੇ ਰਹਿੰਦੇ ਆ, ਪੜ੍ਹਾਈ ਵੱਲ ਤਾਂ ਕੋਈ ਧਿਆਨ ਨਹੀਂਗਾ। ਬਾਕੀ ਇਹ ਸਰਕਾਰਾਂ 75 ਸਾਲ ਹੋ ਗਏ, ਜਿਵੇਂ ਹਰ ਕੋਈ ਕਹਿ ਰਿਹਾ ਵੀ ਲੁੱਟ ਰਿਹਾ। 5 ਸਾਲ ਮੌਕਾ ਅਸੀਂ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਆ। 5 ਸਾਲਾਂ ਬਾਅਦ ਜੇ ਇਸ ਨੇ ਕੁਝ ਨਾ ਕਰੇ ਤਾਂ ਹਾਲਾਤ ਤਾਂ ਸੇਮ ਹੀ ਆ, ਸਮਾਂ ਹੋਰ ਵੀ ਪਾਰਟੀਆਂ ਨੂੰ ਮਿਲੂਗਾ। ਬਾਕੀ ਜੇ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਆ, ਸਾਡੇ ਦੇ ਤੁਹਾਡੇ ਸਾਹਮਣੇ ਇਧਰ ਕੈਮਰਾ ਦੇਖ ਲਓ, 2 ਕਰੋੜ ਦੇ ਕਰੀਬ ਛੱਪੜ ਦਾ ਆਇਆ ਸੀ, ਜੋ 2-3 ਕਰੋੜ ਦੇ ਕਰੀਬ ਆਇਆ ਸੀ, ਜੋ ਛੱਪੜ ਦੇ ਵਿੱਚ ਲੱਗਿਆ ਹੀ ਨਹੀਂਗਾ। ਇੱਕ ਕਾਗਜ਼ਾਂ 'ਚ ਹੀ ਕਰ ਰਹੇ ਆ ਕੰਮ, ਲਾ ਨਹੀਂ ਰਹੇਗੇ। ਜੇ ਕੋਈ ਬੋਲਦਾ ਉਸ ਨੂੰ ਦਬਾਇਆ ਜਾ ਜਾਂਦਾ। ਜੇ ਸਾਡੇ ਪਿੰਡ 'ਚ ਮੈਂ ਸੁਣ 'ਚ ਇਹ ਵੀ ਆਇਆ ਵੀ ਪਿੰਡ 'ਚ ਸੀਵਰ ਪਿਆ ਹੋਇਆ ਕਾਗਜ਼ਾਂ 'ਚ, ਪਰ ਅੱਜ ਤੱਕ ਕਿਸੇ ਵੀ ਗਲੀ 'ਚ ਤੁਸੀਂ ਦੇਖ ਲਓ ਜਾ ਕੇ, ਕੋਈ ਸੀਵਰ ਨਹੀਂ। ਮੁੰਡੇ ਜਿਵੇਂ ਪਹਿਲਾਂ ਦੱਸ ਰਹੇ ਸੀ ਜਿਮ ਲਈ ਗਏ ਸੀ, ਵੀ ਨਸ਼ਿਆਂ ਤੋਂ ਨਾ ਬਾਜੇ, ਸਿਰਫ ਇਹਨਾਂ ਨੂੰ ਉੱਥੋਂ ਤੱਕ ਹੀ ਰੱਖਿਆ ਜਾਵੇ। ਨੌਜਵਾਨ ਪੀੜ੍ਹੀ ਨੂੰ ਕਿਸੇ ਪਾਸੇ ਵੀ ਅੱਗੇ ਨਹੀਂ ਲਿਆਇਆ ਜਾ ਰਿਹਾ। ਬਹੁਤ ਹੀ ਮਾੜਾ ਹਾਲਾਤ ਕਰ ਰੱਖੇ ਇਹਨਾਂ ਦੋਨਾਂ ਸਰਕਾਰਾਂ ਨੇ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀ ਸਰਕਾਰ ਆ ਜਿਹੜੀ, ਇਹ ਬਦਲਾਵ ਲੈ ਕੇ ਆਵੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਚੰਗੇ ਪਾਸੇ ਲਾਇਆ ਜਾਵੇ। ਕੀ ਮਾਹੌਲ ਆ ਜੀ? ਵੋਟਾਂ ਆ ਰਹੀਆਂ। ਠੀਕ ਹੈ ਜੀ। ਕੀ ਕਹਿੰਦੇ ਆ ਮਲੋਟ ਵਾਲੇ ਫਿਰ? ਵਧੀਆ, ਕੁਛ ਨਹੀਂ ਆਦੇ, ਹਾਂ ਕੁਛ ਨਹੀਂ ਆਦੇ, ਸੌਂਗੇ। ਸੌਂਗੇ? ਹਾਂ। ਕਾਹਤੋਂ? ਪੱਟੀ ਦਾ ਕਰਕੇ। ਕਿਵੇਂ ਪੱਟੀ ਨੇ ਕੀਤਾ? ਪੱਟੀ ਨੇ ਫੱਟੀ ਪੋਚਤੀ। ਉਹਦਾ ਕਹਿੰਦਾ ਕੰਮ ਬਹੁਤ ਕੀਤੇ ਆ। ਕੰਮ ਬਹੁਤ ਕੀਤਾ, ਲਿਆ ਆਉਂਦਾ ਕਿਉਂ ਨਹੀਂ ਹਲਕੇ 'ਚ। ਉਹ ਤਾਂ ਹਾਲ ਕਹਿੰਦਾ ਟਿਕਟ ਨਹੀਂ ਦਿੱਤੀ ਮੈਨੂੰ। ਟਿਕਟ ਤੋਂ ਬਿਨਾਂ ਕੇ ਮੱਥੇ ਤਾਂ ਲੱਗ ਜਾ, ਅਸੀਂ ਪੁਰਾਣੇ ਕਾਂਗਰਸੀ ਆ, ਸਾਨੂੰ ਤਾਂ ਕਿ ਵੋਟ ਪਾਓ ਰੂਬੀ ਨੂੰ। ਤੁਸੀਂ ਪੁਰਾਣੇ ਕਾਂਗਰਸੀ ਹੋ? ਹਾਂ। ਤੁਹਾਡੇ ਕੰਮ ਨਹੀਂ ਕੀਤੇ? ਕੁਛ ਨਹੀਂ ਕੀਤਾ, ਮੱਥੇ ਨਹੀਂ ਲੱਗਿਆ। ਉਹਦਾ ਕਹਿੰਦਾ ਵਿਕਾਸ ਦੇ ਵੱਟ ਕੱਢਤੇ। ਫਿਰ ਆ ਕੇ ਦੱਸੇ ਤਾਂ ਸਾਨੂੰ, ਫਿਰ ਉਹਦੇ ਆਖੇ ਵੋਟ ਪਾਈਏ। ਨਹੀਂ ਕੱਖ ਨਹੀਂ ਹੋਇਆ ਸਭ। ਅੱਛਾ, ਤੇ ਜਿਹੜਾ ਕੈਪਟਨ ਕਹਿੰਦੇ ਘਰ ਘਰ ਨੌਕਰੀ ਮਿਲੀ ਕਿਸੇ ਨੂੰ? ਨਹੀਂ ਮਿਲੀ। ਨਹੀਂ ਮਿਲੀ। ਨਹੀਂ ਮਿਲੀ? ਨਹੀਂ ਮਿਲੀ। ਨਸ਼ਾ ਖਤਮ ਕਰਨ ਨੂੰ ਕਹਿੰਦਾ ਇਹ ਹੋ ਗਿਆ। ਹੁਣ ਨਸ਼ਾ ਕਿੱਥੇ ਖਤਮ ਹੁੰਦਾ? ਨਜ਼ਾਰਾ ਹੀ ਨਸ਼ੇ ਦਾ। ਨਜ਼ਾਰਾ ਹੀ ਨਸ਼ੇ ਦਾ। ਪੋਸਟ ਖੋਲ੍ਹਣ। ਹਾਂ। ਚਿੱਟਾ ਜਿਹੜਾ ਚਿੱਟਾ ਚੱਲਦਾ, ਫਿਰ ਇਹਨਾਂ ਨੂੰ ਆਮਦਨ ਆ ਚਿੱਟੇ 'ਚ, ਪੋਸਟ 'ਚ ਆਮਦਨ ਹੈ। ਪੋਸਟ ਕਿਲੋ ਆਊਗਾ 2000 ਦਾ, 5 ਕਿਲੋ ਲਿਆ ਇੰਨਾ ਬਣ ਜੂ। ਚਿੱਟਾ ਇੰਨਾ ਕੁ ਪਾਇਆ ਲੱਖਾਂ ਦਾ ਬਣ ਜੂ ਜੇਬ 'ਚ ਪਾ ਲਿਆ। ਉਹ ਫਿਰ ਆਮਦਨ ਆ ਇਹਨਾਂ ਨੂੰ, ਤਾਂ ਕਰਕੇ। ਤੇ ਕੈਪਟਨ ਦਾ ਨਸ਼ੇ ਦਾ ਲੱਕ ਤੋੜਦਾ ਟੁੱਟ ਗਿਆ। ਉਹ ਲੱਕ ਲੋਕਾਂ ਦਾ ਟੁੱਟ ਗਿਆ, ਖਾਣ ਵਾਲਿਆਂ ਦਾ ਮਹਿੰਗਾ ਹੋ ਗਿਆ। ਮਹਿੰਗਾ ਹੋ ਗਿਆ। ਹਾਂ, ਹੋਰ ਕੋਈ ਗੱਲ ਨਹੀਂ ਹੋਈ। ਕੋਈ ਹੋਰ ਵਿਕਾਸ ਦੇ ਕੰਮ ਕੀਤੇ ਹੁਣ? ਬਸ ਆ ਮਾੜਾ ਮੋਟਾ ਗਲੀਆਂ ਦੇ ਕੀਤਾ, ਜਿਹੜਾ ਇਹਨਾਂ ਨੂੰ ਮਿਲੀ ਜਾਂਦਾ ਹਿੱਸਾ, ਉਹਦਾ ਕਰਕੇ ਕਰਦੇ ਆ। ਉਹ ਵਿਕਾਸ ਕੀ ਕਰਨਾ? ਉਹ ਕੋਈ ਨਹੀਂ ਕੀਤਾ। ਅਜੈਬ ਸਿੰਘ ਭੱਟੀ ਨੇ ਗੇੜਾ ਉਹਦਾ ਨਹੀਂ ਮਾਰਿਆ? ਨਾ 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 ਭਾਈ ਕੇ ਪੈ ਜਾਂਦਾ ਸੀ ਗਿਆ ਨੂੰ, ਹੋ ਗਿਆ ਥੋੜਾ ਕੰਮ, ਹੋ ਗਿਆ, ਜਾਓ 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 ਜਾਓ। ਗੱਲ ਹੀ ਨਹੀਂ ਸੁਣਦਾ ਸੀ। ਤੇ ਰੂਬੀ ਕਿਵੇਂ ਆ, ਜਿਹੜੇ ਹੁਣ ਨਵੇਂ ਐਮਐਲਏ ਖੜੇ ਹੋਏ? ਇਹ ਨਵੀਂ ਆਈ ਆ, ਕੀ ਪਤਾ ਇਹਦਾ ਵੀ ਕਿਹੋ ਜਿਹਾ ਪਿਛੋਕੜਾ, ਕਿਹੋ ਜਿਹਾ ਨਹੀਂ, ਜਿੱਤੇ ਤੋਂ ਪਤਾ ਲੱਗੂ। ਉਹਨਾਂ ਚਿਰ ਤੱਕ ਆਮ ਆਦਮੀ ਪਾਰਟੀ ਬਠਿੰਡਾ ਦੇ ਹੱਥੀ ਰਹੇ ਆ ਪਹਿਲਾਂ ਇਹ। ਹਾਂ, ਦਿਹਾਤੀ ਰਿਹਾ ਬਠਿੰਡੇ ਤੋਂ। ਹੁਣ ਆਇਆਂ ਤੋਂ ਪਤਾ ਲੱਗੂਗਾ ਕੀ ਕਰਦੇ ਆ ਕੀ ਨਹੀਂ। ਜਿਹੜੀ ਪਹਿਲਾਂ ਸੁਖਬੀਰ ਸਿੰਘ ਬਾਦਲ ਸੀ, ਉਹਨਾਂ ਨੇ ਕੰਮ ਕੀਤੇ ਆ। ਮੋਟਰਾਂ ਦਿੱਤੀਆਂ ਸਾਨੂੰ, ਸੇਮ ਚੱਕੀ ਆ, ਖਾਲੇ ਬਣਾਏ ਆ, ਉਹਨਾਂ ਨੇ ਉਹਨੇ ਕੰਮ ਕੀਤੇ ਆ। ਪਰ ਉਹਨਾਂ ਦੇ ਵਿੱਚੋਂ ਬੰਦੇ ਮਾੜੇ ਆ, ਜਿਹੜੇ ਮਗਰ ਆ, ਉਹ ਤੰਗ ਕਰਦੇ ਆ ਲੋਕਾਂ ਨੂੰ, ਤਾਂ ਕਰਕੇ ਅੱਕ ਜਾਂਦਾ ਅਗਲਾ। ਠੀਕ ਹੈ, ਇਹ ਕਰਕੇ ਹੈ। ਹਾਂ, ਇਸ ਕਰਕੇ ਹੋਰ ਕੋਈ ਬਾਦਲ ਨਾਲ ਨਹੀਂ ਕਿਸੇ ਦਾ ਵਿਰੋਧ। ਹਾਂ, ਠੀਕ ਹੈ। ਜਿਹੜੇ ਮਗਰਲੇ ਬੰਦੇ ਆ ਪਿੰਡਾਂ ਦੇ, ਉਹ ਤੰਗ ਕਰਦੇ ਅਗਲਾ। ਫਿਰ ਆ ਤਾਂ ਹੋਰ ਮੁਕਾਬਲਾ ਕਿਹਦਾ, ਕਿਹੜੀ ਪਾਰਟੀ ਦਾ? ਮੈਨੂੰ ਤਾਂ ਯਾਰ ਆਮ ਹੀ ਜਿੱਦੀ ਲੱਗਦੀ ਆ। ਅੱਛਾ। ਹਾਂ, ਥੋੜੀ ਸੀਟ ਤੇ ਵੀ। ਹਾਂ, ਪ੍ਰੋਫੈਸਰ ਸਾਹਿਬ ਸਿੰਘ ਦੀ ਕੁੜੀ ਹੈ। ਹਾਂ, ਉਹਦੀ ਹਵਾ ਜ਼ਿਆਦੇ ਆ। ਉਹਦੀ ਹਵਾ ਜ਼ਿਆਦੇ। ਕਿੱਥੇ ਪੁੱਛੀ ਦਾ ਅਗਲਾ ਆਉਂਦਾ ਯਾਰ, ਤੀਜੀ ਪਾਰਟੀ ਨੂੰ ਵੇਖ ਲਓ, ਇਹਨਾਂ ਨੇ ਤਾਂ ਕੀਤਾ ਨਹੀਂ। 5 ਸਾਲ ਹੋਰ ਛਿੱਤਰ ਖਾ ਲਓ, ਇਹ ਮਾਰ ਜਾਣਗੇ, ਜੇ ਕਰ ਜਾਣਗੇ ਚੰਗੇ ਰਹਿਣਗੇ, ਜੇ ਛਿੱਤਰ ਮਾਰ ਜਾਣਗੇ। ਛਿੱਤਰ ਬਦਲ ਜੂਗਾ। ਹਾਂ, ਛਿੱਤਰ ਹੀ ਬਦਲੂਗਾ। ਚੱਪਲ ਆ ਜੂਗੀ ਅੱਗੇ, ਜੁੱਤੀ ਸੀਗੀ ਪੱਟੀ ਦੀ, ਚੱਪਲ ਤਾਂ ਵੱਜੂਗੀ। ਹਾਏ, ਫਰਕ ਪੈ ਜੂਗਾ। ਕੀ ਲੱਗਦਾ, ਕੀ ਮਾਹੌਲ ਲੱਗਦਾ ਜੀ? ਮੈਂ ਤਾਂ ਨਹੀਂ ਬੋਲਦਾ, ਉਧਰ ਤੁਸੀਂ ਪੁੱਛ ਲਿਆ। ਕਿਉਂ ਨਹੀਂ ਬੋਲਦਾ? ਮੈਂ ਵੀ ਮੈਨੂੰ ਨਹੀਂ ਬੋਲਦਾ। ਵੋਟ ਨਹੀਂ ਪਾਉਣੀ? ਵੋਟ ਤਾਂ ਪਾਵਾਂਗੇ। ਫਿਰ ਐ ਬੋਲਦਾ ਸੀ, ਦੱਸਦਾ ਸੀ ਕੰਮ ਹੋਏ। ਕੰਮ ਤਾਂ ਹੁਣ ਤੈਨੂੰ ਦੱਸ ਹੀ ਤੇ ਜਿਹੜੇ ਹੋਏ ਇਹੀ ਕੰਮ ਹੋਏ। ਇਹ ਕਹਿੰਦੇ ਫੱਟੇ ਚੱਕਦੇ ਕੰਮ ਦੇ। ਫੱਟੇ ਤਾਂ ਹੋਰ ਕੀ ਆਕੇ ਫੱਟੇ ਚੱਕ ਤੇ ਹੋਏ ਭਾਈ ਕੰਮ ਕੰਮ ਦਾ ਕੀ ਹੋਣਾ ਭਰਾਵਾ, ਕੋਠੇ ਨੂੰ ਤੱਕ ਬਿਠਾ ਦਿੱਤਾ ਸਾਨੂੰ ਤਾਂ ਇਹਨਾਂ ਨੇ। 5-5 ਮਰਲੇ ਦੇ ਪਲਾਟ ਚਾਨੀ ਦੇ ਕੇ ਨਹੀਂ ਗਿਆ? ਨਹੀਂ, ਕੋਈ ਨਹੀਂ ਦਿੱਤੇ ਜੀ, ਸਾਡੇ ਕੋਈ ਸਾਈਨ ਹੀ ਨਹੀਂ ਕੀਤੇ ਕਿਸੇ ਨੇ। ਉਹ ਤਾਂ ਕਹਿੰਦੇ 5-5 ਮਰਲੇ ਪਲਾਟ ਦੇਣੇ ਗਰੀਬਾਂ ਨੂੰ। ਕਿਤੇ ਨਹੀਂ ਦਿੱਤਾਗਾ ਜੀ, ਕੋਈ ਕੁਛ ਨਹੀਂ ਦਿੱਤਾਗਾ। ਉਹਦਾ ਗਰੀਬ ਘਰ ਦਾ ਮੁੱਖ ਮੰਤਰੀ ਆ ਚਾਨੀ ਸਾਹਿਬ ਕਹਿੰਦੇ। ਨਾ ਜੀ, ਸਾਨੂੰ ਕੁਛ ਵੀ ਨਹੀਂ ਦਿੱਤਾ, ਕਿਸੇ ਨੂੰ ਦਿੱਤਾ ਗਰੀਬ ਨੂੰ। ਹਾਂਜੀ, ਕੁਝ ਨਹੀਂ ਮਿਲਿਆ? ਨਹੀਂ ਮਿਲੇਗਾ ਜੀ। ਤੁਹਾਨੂੰ ਮਿਲਿਆ ਹੀ ਕੁਛ? ਹੈ ਸਾਡੇ ਤਾਂ ਲੇਬਰ ਵੀ ਨਹੀਂ ਮਿਲੀ। ਕਿਵੇਂ ਲੇਬਰ? ਆਹ ਗਲੀਆਂ ਬਣਾਈਆਂ ਜਿਹੜੀਆਂ, ਆਹ ਬਣਾਈਆਂ, ਸਿਵਿਆਂ 'ਚ ਕੰਮ ਕੀਤਾ, ਸੜਕਾਂ ਤੇ ਕੀਤਾ। ਅਗੇ ਸਰਪੰਚ ਤੋਂ ਮਤਾ ਨਹੀਂ ਪੈਂਦਾ, ਮੈਂਬਰ ਨਾਲ ਨੇਗੇ। ਜੀ ਜੀ ਜੀ। ਤੇ ਉਹ ਸੈਕਟਰੀ ਨਿਆਂ ਨਹੀਂ ਦਿੰਦਾ। ਫੈਕਟਰੀ ਨਹੀਂ ਆਣੇ ਦਿੰਦਾ। ਹਾਂ, ਹੁਣ ਕੰਮ ਹੋਏ ਨਹੀਂ ਹੈ। ਕੁਛ ਨਹੀਂ ਹੋਇਆ।
ਸਰਕਾਰ ਨੇ ਸਹੂਲਤ ਦਿੱਤੀ ਹੋਵੇ? ਨਹੀਂ ਵੀਰੇ ਕੋਈ ਨਹੀਂ। ਇਹ ਤਾਂ ਸਾਰੇ ਕਹਿੰਦੇ ਔਰਤਾਂ ਲਈ ਆ, ਅਸੀਂ ਕੰਮ ਕਰ ਰਹੇ ਹਾਂ ਔਰਤਾਂ ਲਈ। ਕੀਤਾ ਕੋਈ ਤੁਹਾਡੇ ਲਈ? ਨਹੀਂ ਨਹੀਂ ਕੁਛ ਵੀ ਨਹੀਂ ਵੀਰੇ, ਕੁਛ ਵੀ ਨਾ ਸਾਨੂੰ ਪਲਾਟ ਮਿਲਿਆ ਨਾ ਸਾਡੇ ਕਮਰੇ ਆਏ ਆ। ਹਾਂ ਕੁਛ ਵੀ ਕੋਈ ਕੰਮ ਨਹੀਂ। ਇਹਨਾਂ ਦੇ 5-5 ਮਰਲੇ ਪਲਾਟ ਦੇਣੇ ਆ? ਨਹੀਂ ਨਹੀਂ ਕੁਛ ਨਹੀਂ ਵੀਰੇ। ਹਾਂ ਹਾਂਜੀ ਕਹਿ ਕੇ ਜਾ ਵੜਦਾ ਦਿੰਦਾ ਕੋਈ ਕੁਝ ਵੀ ਨਹੀਂਗਾ। ਕੁਝ ਵੀ ਨਹੀਂ ਕੋਈ ਦਿੱਤਾ। ਰੁਜ਼ਗਾਰ ਮਿਲਿਆ ਹੋਵੇ? ਨਾ ਜੀ ਸਰਕਾਰੀ ਪੈਸਾ ਕਦੇ ਕਰਮਾਂ 'ਚ ਹੈ ਹੀ ਨਹੀਂ। 5 ਪੈਸੇ ਸਿਰਫ ਕਿਸੇ ਸਹੂਲਤ ਨਹੀਂ ਹੈ ਕਿਸੇ ਪਾਸੋਂ। ਕੋਈ ਸਹੂਲਤ ਨਹੀਂ ਆਈ? ਨਹੀਂ ਜੀ 13 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਕਿੰਗਰੇ ਪਿੰਡ ਵਿੱਚ ਇਹੀ ਹਾਲ ਹੀ ਰਿਹਾ ਬਸ। ਇਹੀ ਹਾਲ ਰਿਹਾ? ਹਾਂਜੀ। ਤੇ ਸਰਕਾਰ ਫਿਰ ਕਿਵੇਂ ਕਹਿੰਦੇ ਸੀ ਗਰੀਬਾਂ ਲਈ ਆ? ਪਤਾ ਨਹੀਂ ਜੀ ਕਿਵੇਂ ਕਹਿੰਦੇ ਆ, ਇਹ ਨਹੀਂ ਪਤਾ ਜੀ ਆਪਾਂ ਨੂੰ। ਕੋਈ ਲੋਨ ਲਾਣ ਦਿੱਤਾ ਹੋਵੇ ਸਰਕਾਰ ਨੇ ਸਰਕਾਰੀ ਕੰਮ ਚ? ਨਾ ਜੀ ਕੁਛ ਨਹੀਂ ਜੀ, ਇਸ ਤਾਂ ਆਪਦੀ ਦਿਹਾੜੀ ਕਰਦੇ ਆ ਤੇ ਆਪਦਾ ਟਾਈਮ ਪਾਸ ਕਰਦੇ ਆ ਬੱਚਿਆਂ ਦੇ ਬਸ। ਇਹ ਹਾਲਾਤ ਹੈ? ਹਾਂਜੀ ਕਿੰਗਰੇ ਦੇ ਹਾਲਾਤ ਹੈ ਜੀ। ਹਾਂਜੀ ਨਾ ਕੋਈ ਸਕੂਲ ਆ ਸਾਡੇ ਚੱਜ ਦਾ ਵੀ 12ਵੀਂ ਦਾ ਸਕੂਲ ਬਣਨਾ ਚਾਹੀਦਾ। ਹਾਂਜੀ ਸਕੂਲ ਦੇ ਵਿੱਚ ਅੱਧੀ ਪੜ੍ਹਾਈ ਹੋ ਰਹੀ ਹੈ ਜੀ। ਅੱਧੀ ਪੜ੍ਹਾਈ ਕਿਵੇਂ ਬਣੇ? ਵੀ ਉਹ ਸਕੂਲ ਕਦੇ ਖੁੱਲਦੇ ਆ ਕਦੇ ਖੁੱਲਦੇ ਨਹੀਂ। ਕੋਈ ਟੀਚਰ ਆਉਂਦਾ ਕੋਈ ਟੀਚਰ ਨਹੀਂ ਆਉਂਦਾ ਜੀ। 12ਵੀਂ ਤੱਕ ਸਕੂਲ ਦਾ ਕਰੋ। ਹਾਂਜੀ। 12ਵੀਂ ਤੱਕ ਸਕੂਲ ਹੋਣਾ ਚਾਹੀਦਾ ਸਾਡੇ ਬੱਚਿਆਂ ਦਾ। 12ਵੀਂ ਤੱਕ? ਹਾਂਜੀ ਕੁੜੀਆਂ ਮੁੰਡਿਆਂ ਦਾ। ਹੈ ਨਹੀਂ ਇੱਥੇ? 10ਵੀਂ ਤੱਕ ਹੀ ਆ। ਹਾਂਜੀ 8ਵੀਂ ਤੱਕ 10ਵੀਂ ਤੱਕ। ਹਾਂਜੀ ਤੇ ਪੜਨ ਬਾਹਰ ਜਾਣਾ ਪੈਂਦਾ ਹੋਰ ਵੱਡੀਆਂ ਕੁੜੀਆਂ ਨੂੰ ਤਾਂ? ਬਾਹਰ ਜਾਣਾ ਪੈਂਦਾ ਜੀ ਕੁੜੀਆਂ ਨੂੰ। ਕਿਸੇ ਨੂੰ ਮਲੋਟ ਕਿਸੇ ਨੂੰ ਅਵਲ ਖਾਣੇ। ਕਈ ਹੈ ਹੀ ਨਹੀਂ ਗੰਜਾਇਸ਼ ਗਰੀਬਾਂ ਦੀ। ਕਈ ਵੈਨਾਂ ਤੇ ਲਾਉਂਦੇ ਹੀ ਨਹੀਂ, ਘਰੇ ਹੀ ਬਿਠਾ ਲੈਂਦੇ ਆ 10 ਕਰਾ ਕੇ। ਹਾਂਜੀ 10ਵੀਂ 12ਵੀਂ ਤੱਕ ਬਣਨਾ ਚਾਹੀਦਾ ਸਾਡੇ। ਹਾਂਜੀ ਹੁਣ 8ਵੀਂ ਤੱਕ ਸਕੂਲ ਹੈ ਜੀ? 8ਵੀਂ ਤੱਕ ਤਾਂ ਹੈਗਾ ਜੀ। ਹਾਂਜੀ ਹਾਂ ਕੋਈ ਤੁਹਾਡੇ ਪਿੰਡ 'ਚ ਡਾਕਟਰ ਹੋਵੇ, ਕੋਈ ਡਿਸਪੈਂਸਰੀ ਹੋਵੇ ਵੀ ਜਿਵੇਂ ਕਿ ਰਾਤ ਬਰਾਤੇ? ਬਸ ਤਾਂ ਕਹਿ ਖੋਤਦੇ ਆ ਅਸੀਂ, ਕੱਲਾ ਕੁਛ ਨਹੀਂ ਇੱਥੇ। ਕੋਈ ਨਹੀਂ ਕੁਛ ਨਾ ਕੁਛ ਨਹੀਂ, ਬਸ ਨੀਰਾ ਲਿਆਉਣੀਆਂ ਬੁੜੀਆਂ ਆਪਦੇ ਪਸ਼ੂ ਪਾਲ ਲੈਣੀਆਂ, ਟਾਈਮ ਪਾਸ ਕਰ ਲੈਣੀਆਂ। ਇਹ ਹੈ ਹੈ। ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਕੋਈ ਵੀ ਵੀਰੇ। ਮਾੜੇ ਮੋਟੇ ਕੀ ਕਹਿਣਾ, ਬੁੜੀਆਂ ਜਿਹੜੇ ਲਾਉਣ ਚੱਕਦੀਆਂ ਉਹ ਚੱਕ ਕੇ ਮਾੜਾ ਮੋਟਾ ਆਪਦਾ ਘਰ ਦਾ ਟਾਈਮ ਪਾਸ ਕਰੀ ਜਾਂਦੇ ਆ। ਉਹ ਵੀ ਸਾਨੂੰ ਕਿਸ਼ਤਾਂ ਹੀ ਭਰਨੀਆਂ ਪੈਂਦੀਆਂ। ਫੇਰ ਕੋਈ ਆਪਦਾ ਮਾੜਾ ਮੋਟਾ ਕੋਈ ਗਰੀਬ ਇੱਟ ਲਾ ਸਕਦਾ। ਉਹਦੇ ਜਦੋਂ ਹੁਣ ਕਰੋਨਾ ਆਇਆ ਸੀ ਕੋਈ ਰਿਆਇਤ ਰੂਤ ਮਿਲੀ ਉਹਦੇ ਵਿੱਚ? ਛੋਟ ਮਿਲੀ? ਨਹੀਂ ਜੀ ਸਾਨੂੰ ਕੁਝ ਨਹੀਂ ਮਿਲਿਆ। ਦੁੱਗਣਾ ਵਿਆਜ ਮਿਲਿਆ। ਵਿਆਜ ਅਸੀਂ ਦੁੱਗਣਾ ਭਰਿਆ ਵਿਆ ਉਹਦਾ, ਸਾਨੂੰ ਕੁਝ ਵੀ ਨਹੀਂ ਮਿਲਿਆ। ਆਪਣੇ ਵੱਲੋਂ ਪੈਸਾ ਚੱਕ ਕੇ ਜੀ ਅਸੀਂ ਆਪਦੇ ਘਰ ਦੇ ਸਾਰੇ ਹਾਲਾਤ ਪੂਰੇ ਕਰੇ ਵੇ ਆ। ਉਹਨਾਂ ਸਾਥੋਂ ਡਬਲ ਵਿਆਜ ਲਿਆ ਜੀ ਸਮਾਂ। ਡਬਲ ਵਿਆਜ ਲਿਆ? ਹਾਂਜੀ। ਉਹ ਫਿਰ ਉਹਦੀ ਕਿਸ਼ਤ ਵੀ ਭਰਨੀ, ਰੋਟੀ ਵੀ ਖਾਣੀ, ਕੰਮ ਵੀ ਕਰਨੇ? ਹਾਂਜੀ ਹਾਂਜੀ ਸਾਡੇ ਬੰਦੇ ਜੀ ਅੱਕੇ ਪਿਆ ਦਿਹਾੜੀਆਂ ਕਰਕੇ ਵੀ ਉਹ ਦਿਹਾੜੀਆਂ ਕਰਕੇ ਆਪਦੇ ਬੱਚੇ ਪਾਲਣ ਕਿ ਉਹ ਆਪਦਾ ਉਹ ਮੋੜਨ ਕਰਜ਼ਾ ਮੋੜਨ। ਹਾਂਜੀ। ਤੇ ਇਹ ਇੱਕ ਨਸ਼ਾ ਖਤਮ ਹੋਇਆ ਕੋਈ ਪਿੰਡ ਦੇ ਵਿੱਚ? ਕੋਈ ਨਸ਼ਾ ਹੈ? ਨਸ਼ਾ ਕੋਈ ਨਹੀਂ ਜੀ, ਨਸ਼ਾ ਸ਼ਰੇਆਮ ਚੱਲ ਰਿਹਾ ਜੀ। ਹਾਂਜੀ ਨਸ਼ਾ ਸ਼ਰੇਆਮ ਚੱਲ ਰਿਹਾ ਜੀ। ਨਸ਼ੇ ਨਾਲ ਸਭ ਤੋਂ ਵੱਧ ਪੀੜਤ ਔਰਤ ਹੁੰਦੀ ਹੈ। ਜੇ ਭਰਾ ਨਸ਼ਾ ਕਰਦਾ ਤਾਂ ਵੀ ਔਖੀ ਹੈ, ਜੇ ਪਿਓ ਕਰਦਾ ਤਾਂ ਵੀ ਔਖੀ ਹੈ, ਜੇ ਘਰ ਵਾਲਾ ਕਰਦਾ ਤਾਂ ਵੀ ਉਹ ਔਖੀ ਹੈ। ਕਿਉਂਕਿ ਕੁੱਟਿਆ ਵੀ ਉਹਨੂੰ ਜਾਣਾ ਹੈ, ਦੁੱਖ ਵੀ ਉਹਨੂੰ ਹੋਣਾ। ਕੋਈ ਨਸ਼ਾ ਕੋਈ ਔਰਤਾਂ ਦੇ ਸਾਰੇ ਕਹਿੰਦੇ ਵੀ ਅਸੀਂ ਔਰਤਾਂ ਲਈਆਂ ਔਰਤਾਂ ਲਈਆਂ। ਕੋਈ ਹੋਇਆ ਔਰਤਾਂ ਲਈ ਇਹ ਕੰਮ? ਕੋਈ ਨਹੀਂ ਹੋਇਆ ਜੀ ਔਰਤਾਂ ਲਈ ਇਹ ਕੰਮ। ਕੋਈ ਨਹੀਂ ਹੋਇਆ? ਨਹੀਂ ਜੀ। ਇਹ ਕੋਈ ਸਰਕਾਰੀ ਕੋਈ ਐਮਐਲਏ ਆ ਕੇ ਕਿਹਾ ਹੋਵੇ ਵੀ ਹਾਂ ਭਾਈ ਔਰਤਾਂ ਲਈ ਅਸੀਂ ਕੋਈ ਇੱਥੇ ਸੈਂਟਰ ਖੋਲ ਰਹੇ ਹਾਂ ਜਿੱਥੇ ਤੁਹਾਨੂੰ ਕੋਈ ਰੁਜ਼ਗਾਰ ਮਿਲ ਜੇ, ਕੋਈ ਕੰਮ ਮਿਲ ਜੇ, ਕੋਈ ਫੈਕਟਰੀ ਖੋਲ ਦੇ, ਕੋਈ ਹੈ ਕੋਈ? ਨਹੀਂ ਵੀਰ ਜੀ ਕੁਝ ਵੀ ਨਹੀਂ ਸਾਡੇ ਪਿੰਡ 'ਚ ਕਿੰਗਰੇ 'ਚ। ਅਸੀਂ ਆਪਦਾ ਟਾਈਮ ਪਾਸ ਕਰਕੇ ਇਹੀਆਂ ਚੀਜ਼ਾਂ ਜਿਹੜੇ ਰੁਜ਼ਗਾਰ ਮੰਗਦੇ ਆ, ਪੜ੍ਹੇ ਲਿਖੇ ਬੱਚੇ ਧਰਨੇ ਲਾਉਂਦੇ ਆਗੇ, ਗਵਰਨਮੈਂਟ ਉਹਨਾਂ ਨੂੰ ਡਾਂਗਾ ਮਾਰਦੀ ਆ। ਅਗਲਾ ਮੰਗਣਗੇ ਕਿਹੜੇ ਮੂੰਹ ਨਾਲ, ਫਿਰ ਇਥੋਂ ਕੋਥੇ ਛਿੱਤਰ ਪੈਂਦੇ ਉਹਨਾਂ ਦੇ। ਅੱਜ ਗਵਰਨਮੈਂਟ ਆਈ ਆ ਵੋਟਾਂ ਮੰਗਣ, ਜਿਹਦੇ ਨੌਕਰੀਆਂ ਮੰਗਦੇ ਆ ਤਾਂ ਡਾਂਗਾ ਚੱਲਦੀਆਂ ਉਹਨਾਂ ਤੇ। ਮਤਲਬ ਰੁਜ਼ਗਾਰ ਦੇਣ ਬੱਚਿਆਂ ਨੂੰ। ਪੜ੍ਹਨ ਹੁਣ ਸਕੂਲ ਬੰਦ ਆ ਕਿ ਸਕੂਲ ਖੋਲਣ? ਸਕੂਲ ਖੋਲ ਨਹੀਂ ਰਹੀ ਗਵਰਨਮੈਂਟ, ਤਾਂ ਜੋ ਪੜ੍ਹ ਲਿਖ ਕੇ ਰੁਜ਼ਗਾਰ ਮੰਗਣਗੇ। 14-15 ਸਾਲ ਦੇ ਬੱਚੇ ਜੀ ਪੜ੍ਹ ਲਿਖ ਕੇ ਦਿਹਾੜੀ ਕਰਦੇ ਫਿਰਦੇ ਆ। ਇਹ ਹਾਲਾਤ? ਹਾਂਜੀ ਪੜ੍ਹ ਲਿਖ ਕੇ ਵੀ ਦਿਹਾੜੀਆਂ ਕਰਦੇ? ਪੜ੍ਹ ਲਿਖ ਕੇ ਵੀ ਦਿਹਾੜੀਆਂ ਕਰ ਰਹੇ ਆ ਜੀ। ਐਮਐਲਏ ਆ ਕੇ ਮੂੰਹ ਨਹੀਂ ਵਿਖਾਉਂਦਾ। ਮੂੰਹ ਨਹੀਂ ਵਿਖਾਉਂਦਾ? ਹਾਂ ਕਿਹੜਾ ਵੋਟਾਂ ਲੈ ਜਾਂਦੇ ਆ ਮੁੜ ਕੇ ਬਸ। ਨਹੀਂ ਤੁਸੀਂ ਸਵਾਲ ਕਰੋਗੇ ਹੁਣ ਜਦੋਂ ਆਉਣਗੇ, ਹੁਣ ਇਹ ਵੋਟਾਂ ਮੰਗਣ ਆਉਣਗੇ, ਪੁੱਛੋਗੇ ਭਾਈ ਵੀ ਤੁਸੀਂ ਬਾਅਦ ਚ ਸਾਡੀ ਤਾਂ ਕੋਈ ਸਾਰ ਨਹੀਂ ਲੈਂਦੇ? ਲਵਾਂਗੇ ਜੀ, ਜ਼ਰੂਰ ਪੁੱਛਾਂਗੇ ਜਦੋਂ ਕੋਈ ਆਉਣਗੇ ਜੀ। ਪੁੱਛੋ ਤਾਂ ਸਹੀ ਵੀ ਭਾਈ ਤੁਸੀਂ ਸਾਡੇ, ਅਸੀਂ ਤੁਹਾਡੇ ਹੀ ਅਸੀਂ ਵੋਟਰ ਆ। ਕਈ ਵਾਰ ਆਏ ਹੋ ਜਾਂਦਾ ਨਾ, ਕਹਿ ਦਿੰਦੇ ਆ ਵੀ ਜਿਹੜੇ ਗਰੀਬ ਆ ਤਾਂ ਇਹਨਾਂ ਤੋਂ ਅਸੀਂ ਕੋਈ ਨਹੀਂ ਖਰੀਦ ਲਾਂਗੇ, ਇਹਨਾਂ ਨੂੰ ਐਂ ਕਰ ਲਾਂਗੇ। ਇਹ ਵੀ ਦਿਮਾਗ ਦੇ ਵਿੱਚ ਹੁੰਦੀ ਹੈ ਗੱਲ। ਹਾਂਜੀ ਉਹ ਚੀਜ਼ ਦਾ ਵੀ ਤਾਂ ਜਵਾਬ ਦਿਓਗੇ। 2000 ਉਹਦੇ ਨਾਲ ਕੀ ਖਰੀਦੇ ਜਾਵਾਂਗੇ? ਸਾਡੀ ਲੱਖਾਂ ਤੇ ਵੋਟ ਜੇ ਨਾ ਪਾਗੇ ਤਾਂ ਹਾਰ ਜਾਣਗੇ ਤੇ ਸਾਡਾ ਕੀ ਕਰ ਦੇਣਗੇ ਫਿਰ? ਹਾਂ ਇਹ ਚੀਜ਼ ਹੈ, ਵੋਟ ਦਾ ਮੁੱਲ ਹੈ। ਇੱਕ ਵੋਟ ਦੇ ਨਾਲ ਸਰਕਾਰ ਚਾਹੁੰਦੇ ਤੇ ਸਰਕਾਰ ਨੇ ਸਾਡਾ ਫਿਰ ਭਵਿੱਖ ਤੈਅ ਕਰਨਾ ਅੱਗੇ ਜਾ ਕੇ। ਪੁੱਛੋਗੇ ਸਵਾਲ ਭੈਣ ਜੀ? ਹਾਂਜੀ ਜ਼ਰੂਰ ਪੁੱਛਾਂਗੇ ਜੀ। ਠੀਕ ਹੈ। ਹਾਂਜੀ ਜਿਹੜਾ ਵੀ ਆਵੇ ਲੀਡਰ ਉਹਨੂੰ ਸਵਾਲ ਪੁੱਛੋ ਵੀ ਭਾਈ ਸਾਡੇ ਲਈ ਕੀਤਾ ਕੀ ਹੈ। ਆ ਪੜ੍ਹ ਕੇ ਜੇ ਇਹਨਾਂ ਨੇ ਦਿਹਾੜੀ ਜਾਣਾ ਹੈ ਤਾਂ ਫਿਰ ਸਾਡੀ ਕੋਲ ਕਦੋਂ ਬਦਲੂਗੀ, ਕਦੋਂ ਸਾਡੇ ਬੱਚੇ, ਅਸੀਂ ਵੀ ਸਾਡਾ ਵੀ ਜੀ ਕਰਦਾ ਵੀ ਸਾਡਿਆਂ ਕੋਲੇ ਵੀ ਕੋਈ ਚੰਗੀਆਂ ਗੱਡੀਆਂ ਹੋਣ। ਹਾਂਜੀ ਜੇ ਜ਼ਿਮੀਂਦਾਰ ਬੈਠੇ ਸੀਗੇ ਦਿੱਲੀ 'ਚ, ਉਹਨਾਂ ਨੂੰ ਤਾਂ ਕਰੋਨਾ ਹੋਈ ਨਹੀਂ। ਹੁਣ ਵੋਟਾਂ ਪੈ ਰਹੀਆਂ, ਕਿਸੇ ਨੂੰ ਕਰੋਨਾ ਨਹੀਂ ਹੋਈ। ਕੱਲੀ ਸਕੂਲ 'ਚ ਹੀ ਕਰੋਨਾ ਬੱਚਿਆਂ ਲਈ। ਜਿਹੜੇ ਕੋਈ 2 ਸਾਲ ਬੱਚੇ ਸਿੱਖਦੇ ਆ ਕੋਈ 2 ਅੱਖਰ, ਉਹ ਭੁੱਲ ਜਾਂਦੇ ਆ। ਕੋਈ ਫਾਇਦਾ ਨਹੀਂ ਸਾਨੂੰ ਸਰਕਾਰ ਦਿੰਦੀ ਕੀ ਆ। ਸਾਡੇ ਬੱਚੇ ਗਰੀਬਾਂ ਨੂੰ ਕੋਈ ਆ ਫੌਜ ਦੀ ਨੌਕਰੀ ਮਿਲ ਸਕਦੀ ਆ, ਉਹ ਵੀ ਸਾਡੇ ਬੱਚੇ ਫੇਲ ਹੋਈ ਜਾਂਦੇ ਪੜ੍ਹਾਈ 'ਚੋਂ। ਕੋਈ ਨੰਬਰ ਹੀ ਨਹੀਂ ਲੈਂਦੇ ਚੱਜ ਨਾਲ ਬੱਚੇ। ਬਿਲਕੁਲ ਬਿਲਕੁਲ। ਅਸੀਂ ਹੁਣ ਮਾਸਟਰਾਂ ਕੋਲੇ ਜਾ ਕੇ ਆਏ ਆ, ਜਿਹੜੇ ਬੱਚੇ ਸਾਡੇ ਹੁਸ਼ਿਆਰ ਸੀ ਹੁਣ ਨਲਾਇਕ ਹੋ ਗਏ। ਜਦੋਂ ਪੜ੍ਹਾਈ ਨਹੀਂ ਹੋ ਰਹੀ? ਹਾਂਜੀ ਪੜ੍ਹਾਈ ਹੈ ਨਹੀਂ। ਸਮਾਰਟਫੋਨ ਦਾ ਇੱਕ ਮੋਬਾਈਲ ਲੈ ਕੇ ਦੇਣਾ ਪੈਂਦਾ ਜੇ ਘਰੇ ਰਹਿੰਦੇ ਆ। ਹਾਂਜੀ ਉਹਦੇ ਖਰਚੇ ਵੱਖਰੇ ਆ। ਹਾਂਜੀ
ਸਰੋਂ ਦੀ ਇੰਨੇ ਰੀਚਾਰਜ ਮਹਿੰਗੇ ਕਰਤੇ ਬੱਚਿਆਂ ਨੂੰ, ਅਸੀਂ ਦੱਸੋ ਕਈ ਤਾਂ ਗਰੀਬ ਪੇਸ਼ੈਂਟ ਆਪਦੇ ਬੱਚਿਆਂ ਨੂੰ ਲੈ ਕੇ ਨਹੀਂ ਦੇ ਰਹੇ ਜੀ ਮੋਬਾਈਲ। ਜਦੋਂ ਘਰੋਂ ਗਰੀਬੀ ਹੈ ਜੀ ਉਹਨਾਂ ਕੋਲੋਂ ਕਿੱਥੋਂ ਬੱਚੇ ਪੜਾਉਣਗੇ, ਕਿੱਥੋਂ ਆਪਦੇ ਪੇਸ਼ੈਂਟ ਮਾਂ ਬੱਚਿਆਂ ਨੂੰ ਲੈ ਕੇ ਦੇਣਗੇ ਮੋਬਾਈਲ ਜੀ।